पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। मैं ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ 9:18 ਤੇ 17 ਅਗਸਤ ਵਰਾ 2021 ਦਾ ਮੰਗਲਵਾਰ ਹੈ। 2 ਭਾਦੋਂ ਨਾਨਕਸ਼ੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਨਾਲ ਗੱਲਬਾਤ ਕਰਾਂਗੇ। ਪੱਤੀ ਸੇਖਵਾਂ ਬਰਨਾਲਿਓਂ ਤੇ ਫਿਰ ਰੱਖੜੀ ਦਾ ਇੱਕ ਕੰਟੈਸਟ ਕਰਾਂਗੇ 9:45 ਤੇ। ਰੋਮਨ ਨੇ ਇੰਸਟਰਕਸ਼ਨਾਂ ਦਿੱਤੀਆਂ ਕਿ ਅੱਜ ਕਰਨਾ ਪੈਣਾ। ਮੈਂ ਕਈ ਦਿਨ ਦਾ ਟਾਲਦਾ ਸੀ, ਰੱਖੜੀ ਨੇੜੇ ਆ ਗਈ। ਗੱਲਬਾਤ ਕਰਾਂਗੇ ਤੇ ਰੱਖੜੀ ਦੇ ਇਸ ਮੁਕਾਬਲੇ ਦੇ ਵਿੱਚ ਸ਼ਾਮਲ ਕਿਵੇਂ ਹੋਣਾ ਤੁਹਾਨੂੰ ਦੱਸਾਂਗੇ। ਉਸ ਤੋਂ ਬਾਅਦ 10:10 ਤੇ ਸਰਦਾਰ ਅਜੇਪਾਲ ਸਿੰਘ ਬਰਾੜ ਗੱਲਬਾਤ ਕਰਨਗੇ, ਜਿਹੜੇ ਭੂ ਰਾਜਨੀਤੀ ਦੇ ਮਾਹਰ ਨੇ। ਤਾਲਿਬਾਨਾਂ ਦਾ ਜਿਹੜਾ ਅਫਗਾਨਿਸਤਾਨ ਤੇ ਕੰਟਰੋਲ ਹੈ ਉਸ ਦੀ ਗੱਲਬਾਤ। ਤਾਲਿਬਾਨਾਂ ਦੇ ਰਾਜ ਨੂੰ ਸਿੱਖ ਸੰਘਰਸ਼ ਨਾਲ ਤਸ਼ਬੀਹਾਂ ਦਿੱਤੀਆਂ ਜਾ ਰਹੀਆਂ ਨੇ। ਫਰਕ ਕੀ ਹੈ? ਸਿੱਖਾਂ ਦਾ ਰਾਜ ਆ ਜਿਹੜਾ, ਜਿਸ ਨੇ 2 ਵਾਰ ਬਾਬਾ ਬੰਦਾ ਸਿੰਘ ਬਹਾਦਰ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜੇ ਰਾਜ ਹੋਏ ਨੇ, ਉਹ ਰਾਜਾਂ ਦੇ ਵਿੱਚ ਕੀ ਸੀ? ਸਿੱਖ ਸੰਘਰਸ਼ ਜਿਹੜਾ 78 ਤੋਂ 92-93 ਤੱਕ ਜਿਹੜਾ ਲੜਿਆ ਗਿਆ, ਉਹਦੇ ਵਿੱਚ ਸਮਾਜ ਨੂੰ ਸੁਧਾਰਨ ਦੀਆਂ ਜਿਹੜੀਆਂ ਰੀਤਾਂ ਸੀ ਉਹਨਾਂ ਨੂੰ ਤਾਲਿਬਾਨਾਂ ਨਾਲ ਕਿਵੇਂ ਜੋੜ ਸਕਦੇ ਹਾਂ? ਇਸ 'ਤੇ ਗੱਲਬਾਤ ਹੋਏਗੀ, ਕਿਉਂਕਿ ਜਦ ਧੂੰਆਂ ਰੌਲਾ ਹੋਇਆ ਹੁੰਦਾ ਨਾ, ਫੇਰ ਟੱਟੂ ਹਰੇਕ ਡੰਡਾ ਮਾਰਦਾ ਪੂੰਛ ਚੱਕ ਕੇ ਵੀ ਚੱਲ ਤੂੰ ਵੀ ਭੱਜ। ਇਸ 'ਤੇ ਗੱਲਬਾਤ ਹੋਏਗੀ, ਕਿਉਂਕਿ ਬਿਨਾਂ ਅੰਕੜਿਆਂ ਤੋਂ ਨਹੀਂ ਗੱਲਬਾਤ ਬਣਦੀ। ਜਿਨ੍ਹਾਂ ਨੇ ਉਹ ਪ੍ਰੈਕਟਿਸ ਨਹੀਂ ਕੀਤੀ, ਜਿਹਨੇ ਸਿਰ 'ਤੇ ਪਾਗੇ ਹੈ ਨਹੀਂ, ਜਿਹਦੇ ਮੂੰਹ 'ਤੇ ਦਾੜੀ ਹੈ ਨਹੀਂ, ਉਹਨਾਂ ਨੂੰ ਕੀ ਪਤਾ ਕਿ ਸੰਘਰਸ਼ ਦੇ ਸਮੇਂ ਕੀ ਹੋਇਆ। ਅਤੇ ਜਿਨ੍ਹਾਂ ਨੇ ਚੰਡੀਗੜ੍ਹ 'ਚ ਡੇਰੇ ਲਾਏ ਰੱਖੇ, ਉਹਨੂੰ ਕੀ ਪਤਾ ਸੀ ਪੰਜਾਬ ਦੇ ਪੈਸਿਆਂ 'ਚ ਕੀ ਹੁੰਦਾ। ਸੋ ਇਸ 'ਤੇ ਗੱਲਬਾਤ ਹੋਏਗੀ ਕਿ ਅਸਲ ਉਹ ਸਮਾਂ ਕੀ ਸੀ ਅਤੇ ਤਾਲਿਬਾਨਾਂ ਦੇ ਨਾਲ ਸਿੱਖਾਂ ਨੂੰ, ਜਿਹੜੇ ਸਰਬੱਤ ਦਾ ਭਲਾ ਮੰਗਦੇ ਆ, ਜਿਨ੍ਹਾਂ ਤੋਂ ਸੇਵਾ ਹਰ ਇੱਕ ਮਜ਼ਹਬ, ਹਰ ਇੱਕ ਕੌਮ, ਹਰ ਇੱਕ ਧਰਮ ਲੈਂਦਾ ਰਿਹਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ, ਅਤੇ ਉਹਨਾਂ ਨੂੰ ਹੁਣ ਸਿੱਖਾਂ ਦੀ ਤਸ਼ਬੀਹ ਤਾਲਿਬਾਨਾਂ ਦੇ ਨਾਲ ਲੱਗਦੀ ਹੈ। ਇਸ ਤੇ ਸਰਦਾਰ ਅਜੇਪਾਲ ਸਿੰਘ ਬਰਾੜ ਗੱਲਬਾਤ ਕਰਨਗੇ 10:10 ਤੇ। 604-204-0600 ਔਨ ਏਅਰ ਨੰਬਰ ਹੈਗਾ। 604-729-1224 WhatsApp ਤੇ ਟੈਕਸਟ ਲਈ ਆਪਣਾ ਨੰਬਰ ਹੈ ਘਰ ਦਾ, ਜਦ ਮਰਜ਼ੀ ਕਰ ਲਿਆ ਕਰੋ। ਕੇਸ ਜੂਹੇ ਨੀ ਚੁਗਣ ਮਿਰਗੜੇ, ਕੇਸ ਜੂਹੇ ਨੀ ਆਉਂਦੇ ਮੋਰ, ਕੇਸ ਜੂਹੇ ਨੀ ਵਗਦੀ ਵਾਦਾ, ਸੁੱਤਿਆਂ ਸਾਹਾਂ ਵਰਗਾ ਸ਼ੋਰ, ਕੇਸ ਜੂਹੇ ਨੀ ਟੁਕ ਟੁਕ ਪੰਖੂ ਭੁੰਜੇ ਸੁੱਟ ਗਏ ਅਖਰੋਟ, ਕੇਸ ਜੂਹੇ ਨੀ ਆਪ ਵਿਦਾਤਾ ਪੰਖੜੀਆਂ ਦੀ ਕਰਦਾ ਸੋਟ, ਸਿਰ ਤੇ ਚੌਂਕਾਂ ਨੱਕ ਵਿੱਚ ਨੱਥਾਂ ਘੱਗਰ ਪਾ ਕੇ ਸਾਵੇਂ ਲਾਲ, ਕੇਸ ਜੂਹੇ ਨੀ ਗੱਦਣ ਕੁੜੀਆਂ ਟੁਰਦੀਆਂ ਬੇਪਰਵਾਹੀਆਂ ਨਾਲ, ਕੇਸ ਜੂਹੇ ਨੀ ਬਾਂਸਾਂ ਵਿੱਚੋਂ ਲੰਘ ਜਾਵਣ ਭੀੜੇ ਰਾਹ, ਕੇਸ ਜੂਹੇ ਨੀ ਡੁੱਲਦੀ ਰਹਿੰਦੀ ਸੁੱਚੜੀ ਹਰੜ ਬਹੇੜੀ ਛਾਂ, ਕੇਸ ਜੂਹੇ ਇੱਕ ਲੱਜਿਆ ਬੰਤੀ ਫਿਰੇ ਅੜਾਉਂਦੀ ਢੀਂਗ ਤਲੋਰ, ਕੇਸ ਜੂਏ ਉਹ ਪਦਮਾ ਸਾਹਮਣੇ ਸੱਪਣੀਆਂ ਦੀ ਤੁਰਦੀ ਤੋਰ, ਕੇਸ ਜੂਏ ਫੁੱਲ ਖਰਮਾਨੀ ਦੇ ਖਿੱਚਣ ਉਹਨੂੰ ਆਪਣੀ ਔਰ, ਕੇਸ ਜੂਏ ਉਹ ਜਾਦੂਗਰ ਨੇ ਘੁੰਮ ਜਾਵੇ ਫਿਰ ਅੱਖ ਦੇ ਫੋਰ, ਵਣ ਵਾਂਗਰਾਂ ਸਿੱਧ ਸਪਾਟੇ ਸਿਮਲਾਂ ਦੀ ਇੱਕ ਸੁੰਜੀ ਪਾਲ, ਕੇਸ ਜੂਏ ਨੀ ਜੰਗਲੀ ਨਾਖਾਂ ਖੇਡਣ ਚਿੱਟਿਆਂ ਫੁੱਲਾਂ ਨਾਲ, ਕੇਸ ਜੂਏ ਨੀ ਪਾਣੀਆਂ ਉੱਤੇ ਮੁਰਗਾਈਆਂ ਲੱਥ ਆਵਣ, ਦੁੱਧ ਚਾਂਦਣੀਆਂ ਰਾਤਾਂ ਅੰਦਰ ਗੰਧਾਂ ਵੀ ਅਲਸਾਵਣ, ਕੇਸ ਜੂਏ ਮੇਰੇ ਤਿੱਤਰ ਉੱਡਣੇ ਕਿੱਥੇ ਇੱਜੜ ਚਰਨਾ, ਕੇਸ ਜੂਹੇ ਵੇ ਕੇਸਰੀਆ ਮੈਂ ਸੀਸ ਤੇਰੇ ਪਗ ਧਰਨਾ, ਕੇਸ ਜੂਹੇ ਨੀ ਚੁਗਣ ਮਿਰਗੜੇ, ਕੇਸ ਜੂਹੇ ਨੀ ਆਉਂਦੇ ਮੋਰ, ਕੇਸ ਜੂਹੇ ਨੀ ਵਗਦੀ ਵਾਦਾ, ਸੁੱਤਿਆਂ ਸਾਹਾਂ ਵਰਗਾ ਸ਼ੋਰ। ਕੇਸ ਜੂਹੇ ਹਰਮਨਜੀਤ ਲਿਖਦਾ ਹੈ। ਸਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਸੁਖਬੀਰ ਸਿੰਘ ਬਾਦਲ ਦੀ ਟੀਮ ਕੋਈ ਕੈੜੀ ਲੱਗਦੀ ਹੈ, ਜਿਹੜੇ ਐਕਸ਼ਨ ਚੰਗੇ ਕਰਦੇ ਆ। ਚੰਡੀਗੜ੍ਹ ਦੇ ਵਿੱਚ ਇਕੱਠ ਕਰਕੇ ਵੋਟਾਂ ਦਾ ਐਲਾਨ ਕਰ ਦਿੱਤਾ ਤੇ 100 ਦਿਨਾਂ ਦੀ ਫਿਰ ਯਾਤਰਾ ਕਿੱਧਰ ਨੂੰ ਹੋਣੀ ਆ ਪੰਜਾਬ 'ਚ ਨੂੰ? ਜੀ ਗਿੱਲ ਸਾਹਿਬ, ਦੇਖੋ ਸੁਖਬੀਰ ਸਿੰਘ ਬਾਦਲ ਨੇ ਜੀਰੇ ਤੋਂ ਸ਼ੁਰੂ ਕਰਨੀ ਹੈ। 100 ਹਲਕਿਆਂ ਦੇ ਵਿੱਚ 100 ਦਿਨ ਜਾਣਗੇ। 700 ਕਹਿੰਦੇ ਮੈਂ ਮੀਟਿੰਗਾਂ ਰੈਲੀਆਂ ਜਿਹੜੀਆਂ ਹੋਣਗੀਆਂ ਉਹਨਾਂ ਨੂੰ ਸੰਬੋਧਨ ਕਰੂੰਗਾ। ਸੋ ਸਿੱਧੇ ਤੌਰ ਦੇ ਉੱਤੇ ਜਿਵੇਂ ਅਡਵਾਨੀ ਨੇ ਰਥ ਯਾਤਰਾ ਕੀਤੀ ਸੀ, ਜਿਸ ਤਰੀਕੇ ਦੇ ਨਾਲ ਵੱਖ-ਵੱਖ ਰਾਜਨੀਤਿਕ ਆਗੂ ਨੇ ਜਿਹੜੇ, ਉਹ ਆਪਦੀ ਰਾਜਨੀਤੀ ਨੂੰ, ਹਰ ਪਾਰਟੀ ਵਾਲਾ ਕਰਦਾ ਆਪਦੀ ਰਾਜਨੀਤੀ ਨੂੰ ਅੱਗੇ ਲਿਜਾਣ ਦੇ ਲਈ ਕੋਈ ਮਾਰਚ ਕਰਦਾ, ਤਾਂ ਉਸੇ ਤਰੀਕੇ ਦਾ ਸੁਖਬੀਰ ਸਿੰਘ ਬਾਦਲ ਨੇ ਪ੍ਰੋਗਰਾਮ ਆ ਜਿਹੜਾ ਲੀਕਿਆ ਹੈਗਾ।
ਔਰ ਅੱਜ ਜਿਹੜਾ ਉਹਨਾਂ ਨੇ ਇੱਕ ਚਾਰਜ ਸ਼ੀਟ ਵੀ ਜਿਹੜੀ ਉਹ ਜਾਰੀ ਕੀਤੀ ਹੈਗੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਖਿਲਾਫ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਉੱਤੇ ਉਹਨਾਂ ਨੇ ਕਿਹਾ ਵੀ ਗੱਪ ਮਾਰਿਆ ਇਹਨੇ, ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਔਰ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਤਰੀਕੇ ਨਾਲ ਧੋਖਾ ਗਾ ਜਿਹੜਾ ਉਹ ਕੀਤਾ। ਭਗਵੰਤ ਮਾਨ ਦੇ ਉੱਤੇ ਕਿਹਾ ਕਿ ਉਹਨੇ ਆਪਦੀ ਮਦਰ ਦੀ ਸਟੇਜ ਦੇ ਉੱਤੇ ਜਿਹੜੀ ਸਹੁੰ ਖਾਧੀ ਸਿਰ ਤੇ ਹੱਥ ਰੱਖ ਕੇ ਕਿ ਮੈਂ ਇਸ ਤੋਂ ਬਾਅਦ ਸ਼ਰਾਬ ਨਹੀਂ ਪੀਊਂਗਾ, ਔਰ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਵੀ ਉਹ ਅੱਜ ਵੀ ਪੀਂਦਾ। ਤਾਂ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 5 ਜਿਹੜੇ ਕੈਬਨਿਟ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵਜ਼ਾਰਤ ਦੇ ਵਿੱਚ ਉਹਨਾਂ ਦੇ ਉੱਤੇ ਕਰਪਸ਼ਨ ਦੇ ਕੇਸ ਨੇ, ਉਹਨਾਂ ਦੇ ਉੱਤੇ ਕਰਪਸ਼ਨ ਦੇ ਦੋਸ਼ ਲੱਗਦੇ ਨੇ, ਜਿਨ੍ਹਾਂ ਸਾਧੂ ਸਿੰਘ ਧਰਮਸੋਤ ਦਾ ਉਹਨਾਂ ਨੇ ਜ਼ਿਕਰ ਕੀਤਾ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਭਾਰਤ ਭੂਸ਼ਣ ਆਸ਼ੂ ਦਾ ਵੀ ਜ਼ਿਕਰ ਹੈਗਾ ਜਿਹੜਾ ਉਹ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਸੁੱਖੀ ਰੰਧਾਵਾ ਦਾ ਵੀ ਜ਼ਿਕਰ ਕੀਤਾ ਤੇ ਹੋਰ ਵੀ ਵੱਖ-ਵੱਖ ਜਿਹੜੇ ਆਗੂ ਨੇ ਉਹਨਾਂ ਦਾ ਜ਼ਿਕਰ ਕੀਤਾ। ਸੋ ਕੁੱਲ ਮਿਲਾ ਕੇ ਗਿੱਲ ਸਾਹਿਬ ਸਥਿਤੀ ਇਹ ਹੈ ਕਿ 100 ਦਿਨ 100 ਹਲਕਾ ਤੇ 700 ਮੀਟਿੰਗਾਂ। ਸੋ ਇਹ ਸੰਭਵ ਹੈ। ਕਿਸਾਨ ਅੰਦੋਲਨ ਚੱਲ ਰਿਹਾ ਹੈ ਔਰ ਭਾਵੇਂ ਸੰਯੁਕਤ ਕਿਸਾਨ ਮੋਰਚਾ ਨੇ ਕਹਿਤਾ ਵੀ ਭਾਜਪਾ ਤੋਂ ਬਿਨਾਂ ਕਿਸੇ ਰਾਜਨੀਤਿਕ ਆਗੂ ਨੂੰ ਨਾ ਘੇਰੋ, ਲੇਕਿਨ ਕਿਸਾਨ ਤੱਕ ਕਿਵੇਂ ਨੇ ਉਹ ਤਾਂ ਆਪ ਮੁਹਾਰੇ ਤੌਰ ਦੇ ਉੱਤੇ ਘਿਰੀ ਜਾਂਦੇ ਨੇ। ਅੱਜ ਬੈਰੋ ਕੇ ਪਿੰਡ ਪੈਂਦਾ ਮੋਗੇ ਕੋਲੇ, ਉੱਥੇ ਅਕਾਲੀ ਦਲ ਦਾ ਇੱਕ ਲੀਡਰ ਘੇਰ ਲਿਆ, ਗੱਡੀ ਘੇਰ ਲਈ, ਹਿੱਲ ਕੇ ਦਿਖਾ ਕਹਿੰਦੇ ਇੰਚ ਵੀ ਇੱਧਰ ਜਾਂ ਇੰਚ ਇੱਧਰ। ਔਰ ਕਿਸਾਨਾਂ ਦਾ ਜਿੰਨਾ ਗੁੱਸਾ ਹੈਗਾ ਰਾਜਨੀਤਿਕ ਪਾਰਟੀਆਂ ਦੇ ਖਿਲਾਫ, ਖਾਸ ਕਰਕੇ ਕਿਸਾਨਾਂ ਨੂੰ ਲੱਗਦਾ ਹੈਗਾ ਕਿ ਅਕਾਲੀ ਦਲ ਕਾਂਗਰਸ ਕਿਤੇ ਨਾ ਕਿਤੇ ਪਹਿਲਾਂ ਖੇਤੀ ਕਾਨੂੰਨਾਂ ਦੇ ਪੱਖ 'ਚ ਭੁਗਤਦੀਆਂ ਰਹੀਆਂ ਨੇ। ਇਹਨਾਂ ਦੀਆਂ ਸਾਰੀਆਂ ਨੀਤੀਆਂ ਰਹੀਆਂ ਨੇ, ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਅੱਜ ਤੱਕ, ਕਿਉਂਕਿ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਜਾਂ ਇਹ ਜਿਹੜਾ ਕਾਰਪੋਰੇਟ ਅਦਾਰਿਆਂ ਨੂੰ ਉਤਸ਼ਾਹਿਤ ਕਰਨ ਵਾਲਾ ਕਾਂਗਰਸ ਦਾ ਕੰਸੈਪਟ ਸੀ। ਔਰ ਉਸ ਤੋਂ ਬਾਅਦ ਭਾਜਪਾ ਨੇ ਉਹਨੂੰ ਵੱਧ ਚੜ੍ਹ ਕੇ ਅਡਾਪਟ ਕੀਤਾ। ਅਕਾਲੀ ਦਲ ਹੁਣ ਤੱਕ ਡਾਂਕੇ ਵਜਾਉਂਦਾ ਰਿਹਾ, ਉਹੀ ਰਿਲਾਇੰਸ ਵਾਲੇ ਅਮਾਨੀ ਅਡਾਨੀਆਂ ਦੇ ਨਾਲ ਇਹਨਾਂ ਦੀਆਂ ਜੱਫੀਆਂ ਪੈਂਦੀਆਂ ਰਹੀਆਂ। ਸੋ ਇਸ ਕਰਕੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਮਾਹੌਲ ਖਰਾਬ ਹੋਊਗਾ ਸੁਖਬੀਰ ਦੀਆਂ ਇਹਨਾਂ ਰੈਲੀਆਂ ਦੇ ਨਾਲ। ਸੁਖਬੀਰ ਵੱਲੋਂ ਜਿਹੜਾ 100 ਹਲਕਿਆਂ 'ਚ ਜਾਣ ਦਾ ਜੇ ਪ੍ਰੋਗਰਾਮ ਐਲਾਨ ਦਿੱਤਾ ਗਿਆ, ਇੱਕ ਤਰੀਕੇ ਨਾਲ 2022 ਦੀ ਇਲੈਕਸ਼ਨ ਦੀ ਤਿਆਰੀ ਜ਼ਰੂਰ ਬਿਗਲ ਵਜਾ ਦਿੱਤਾ ਗਿਆ। ਲੇਕਿਨ ਸੰਯੁਕਤ ਕਿਸਾਨ ਮੋਰਚਾ ਨੇ, ਕਿਸਾਨਾਂ ਨੇ ਇਹ ਕਿਹਾ ਸੀ ਕਿ ਭਾਈ ਜਿਹੜੇ ਸੰਸਦ ਮੈਂਬਰ ਨੇ ਸੰਸਦ ਦੇ ਵਿੱਚ 100% ਹਾਜ਼ਰੀ ਦਿਓ, ਉੱਥੇ ਜਾ ਕੇ ਘੇਰੋ ਭਾਰਤੀ ਜਨਤਾ ਪਾਰਟੀ। ਸੁਖਬੀਰ ਬਾਦਲ ਅੱਧਿਓਂ ਵੱਧ ਦਿਨ ਗੈਰ ਹਾਜ਼ਰ ਰਿਹਾ ਉੱਥੋਂ। ਠੀਕ ਹੈ, ਕੁਛ ਦਿਨ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੋਨਾਂ ਨੇ ਹਾਜ਼ਰੀ ਲਵਾਈ, ਸੰਸਦ ਦੇ ਬਾਹਰ ਜਾ ਕੇ ਖੜ ਜਾਂਦੇ ਸੀਗੇ ਸਲੋਗਨ ਲੈ ਕੇ, ਖੇਤੀਬਾੜੀ ਮੰਤਰੀ ਨੂੰ ਵੀ ਕਹਿੰਦੇ ਰਹੇ। ਲੇਕਿਨ ਬਹੁਤੇ ਦਿਨ ਤਾਂ ਹਰਸਿਮਰਤ ਕੌਰ ਬਾਦਲ ਇਕੱਲੀ ਰਹੀ ਹੈ। ਇੱਕ ਦਿਨ ਤਾਂ ਰਵਨੀਤ ਬਿੱਟੂ ਜਾ ਕੇ ਉੱਥੇ ਟਿਚਰਾਂ ਵੀ ਕਰਿਆ ਵੀ ਸੁਖਬੀਰ ਕਿੱਥੇ ਅੱਜ। ਤਾਂ ਇਸ ਕਰਕੇ ਇਹ ਗੁੱਸਾ ਵੀ ਹੈ ਕਿਸਾਨਾਂ ਦੇ ਮਨਾਂ ਦੇ ਵਿੱਚ। ਸੋ ਸੁਖਬੀਰ ਬਾਦਲ ਨੇ ਜੋ ਕੰਸੈਪਟ ਲਿਆ 2022 ਦੀ ਇਲੈਕਸ਼ਨ ਦੇ ਲਈ ਹਰ ਕਿਸੇ ਦਾ ਰਾਈਟ ਹੈ ਰਾਜਨੀਤੀ ਕਰਨਾ, ਪਰ ਵਿਰੋਧ ਕਰਨਾ, ਘੇਰਨਾ, ਪ੍ਰਦਰਸ਼ਨ ਕਰਨਾ, ਨਾਅਰੇਬਾਜ਼ੀ ਕਰਨੀ, ਕਾਲੀਆਂ ਝੰਡੀਆਂ ਦਿਖਾਉਣਾ, ਇਹ ਵੀ ਹਰ ਕਿਸੇ ਦਾ ਰਾਈਟ ਆ। ਸੋ ਇਸ ਕਰਕੇ ਮਾਹੌਲ ਆ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਇਹਨਾਂ ਰੈਲੀਆਂ ਦੇ ਨਾਲ ਹੋਰ ਵੱਧ ਭਖੂਗਾ। ਉਂਝ ਵੀ ਜਦੋਂ ਤੱਕ ਕਿਸਾਨ ਅੰਦੋਲਨ ਚੱਲ ਰਿਹਾ ਮੈਨੂੰ ਲੱਗਦਾ ਉਦੋਂ ਤੱਕ ਸੁਖਬੀਰ ਬਾਦਲ ਨੂੰ ਇਸ ਤਰੀਕੇ ਦਾ ਯੋਜਨਾ ਨਹੀਂ ਲਿਖਣੀ ਚਾਹੀਦੀ ਸੀ ਜੀ। ਲਾਹੌਰ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਜਿਹੜੀ ਹੈ ਉਹ ਭੰਨ ਤੋੜ ਹੋਈ, ਕਿਉਂ ਹੋਈ ਉਹ? ਜੀ ਗਿੱਲ ਸਾਹਿਬ, ਇਹ ਨਾ ਤੀਜੀ ਵਾਰ ਹੋਈ ਆ। 2019 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਆ ਜਿਹੜਾ ਉਹ ਲਾਹੌਰ ਦੇ ਵਿੱਚ ਲੱਗਿਆ ਸੀ। ਸੋ ਅੱਜ ਇੱਕ ਕੱਟੜਪੰਥੀ ਜਿਹੜਾ ਕੋਈ ਵਿਅਕਤੀ ਹੈ, ਨੌਜਵਾਨ ਹੈ, ਉਹਨੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ ਤੋੜ ਕੀਤੀ। 9 ਫੁੱਟ ਉੱਚਾ ਜਿਹੜਾ ਹਾਲਾਂਕਿ ਲੱਗਿਆ ਹੋਇਆ ਸੀਗਾ, ਉਹਨੂੰ ਫੜਨ ਦੀ ਵੀ ਕੋਸ਼ਿਸ਼ ਹੈ ਜਿਹੜੀ ਕੁਛ ਵਿਅਕਤੀਆਂ ਨੇ ਕੀਤੀ, ਲੇਕਿਨ ਉਹ ਨਾਅਰੇ ਮਾਰਦਾ ਰਿਹਾ ਕੱਟੜਪੰਥੀ ਦੇ ਤੌਰ ਦੇ ਉੱਤੇ। ਸੋ ਕਿਤੇ ਨਾ ਕਿਤੇ ਇੱਕ ਤਾਂ ਅਫਗਾਨਿਸਤਾਨ ਵਾਲਾ ਚੱਕਰ ਵੀ ਹੋ ਸਕਦਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਉੱਥੋਂ ਤੱਕ, ਸੋ ਕੁਛ ਲੋਕਾਂ ਨੂੰ ਕੱਟੜਪੰਥੀਆਂ ਨੂੰ ਇਹ ਚੀਜ਼ਾਂ ਹਜ਼ਮ ਨਹੀਂ ਆਉਂਦੀਆਂ ਹੁੰਦੀਆਂ। ਦੂਸਰਾ ਇਹ ਵੀ ਹੋ ਸਕਦਾ ਗਾ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੇ ਵਿੱਚੋਂ ਸਿੱਖ ਭਾਈਚਾਰੇ ਦਾ, ਪਾਕਿਸਤਾਨ ਦਾ ਖਾਸ ਕਰਕੇ ਲਾਂਘਾ ਖੋਲਣ ਦਾ ਮਸਲਾ ਜਾਂ ਹੋਰ ਮਸਲਿਆਂ ਨੂੰ ਲੈ ਕੇ ਜਿਹੜਾ ਰੌਂ ਰਿਹਾ ਗਾ, ਉਸ ਚੀਜ਼ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਉਹ ਗੁੱਸੇ ਦੇ ਵਿੱਚ ਬਦਲ ਦੇਣ ਦਾ ਕਿਸੇ ਕੱਟੜਪੰਥੀ ਆਰਗੇਨਾਈਜੇਸ਼ਨ ਦਾ ਹੋ ਸਕਦਾ ਕੰਸੈਪਟ ਇੱਦਾਂ ਦਾ ਹੋਵੇ। ਪਾਕਿਸਤਾਨ ਦੇ ਮੰਤਰੀ ਨੇ ਇਹਦੀ ਨਿਖੇਧੀ ਕੀਤੀ ਹੈ ਜੀ, ਔਰ ਕਿਹਾ ਗਾ ਕਿ ਗਲਤ ਹੈ। ਔਰ ਉਹਨਾਂ ਨੇ ਇਹ ਵੀ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਜਿਸ ਵਿਅਕਤੀ ਨੇ ਇਹ ਬੁੱਤ ਜਿਹੜਾ ਸਥਾਪਿਤ ਕੀਤਾ ਸੀ, ਬਣਾਇਆ ਸੀ ਜਿਸ ਕਾਰੀਗਰ ਨੇ, ਉਹ ਤੋਂ ਦੁਬਾਰੇ ਅਸੀਂ ਇਹ ਜਿਹੜਾ ਠੀਕ ਕਰਵਾ ਰਹੇ ਹਾਂ। ਔਰ ਉਹਨਾਂ ਨੇ ਇਹ ਵੀ ਜ਼ਿੰਮੇਵਾਰੀ ਲਈ ਹੈ ਕਿ ਸਿਕਿਉਰਿਟੀ ਲਾਵਾਂਗੇ ਹੁਣ ਅਸੀਂ ਇਹਦੀ। ਭਾਰਤ ਸਰਕਾਰ ਵੱਲੋਂ ਵੀ ਨਿਖੇਧੀ ਕੀਤੀ ਗਈ ਹੈ ਜੀ, SGPC ਵੱਲੋਂ ਵੀ ਚੌਤਰਫੋਂ ਨਿਖੇਧੀ ਹੈ ਵੀ ਗੱਲ ਗਲਤ ਹੈ। ਖਾਸ ਕਰਕੇ ਜਿੱਥੇ ਧਾਰਮਿਕ ਘੱਟ ਗਿਣਤੀਆਂ ਨੇ ਜਿਹੜੀਆਂ ਉਹ ਪਾਕਿਸਤਾਨ ਦੇ ਵਿੱਚ ਵੀ ਅਸੁਰੱਖਿਆ ਦੀ ਭਾਵਨਾ ਦੇ ਵਿੱਚ ਨੇ, ਭਾਰਤ ਦੇ ਵਿੱਚ ਵੀ ਅਸੁਰੱਖਿਆ ਦੀ ਭਾਵਨਾ ਦੇ ਵਿੱਚ ਨੇ ਮਾਈਨੋਰਟੀਜ਼। ਸੋ ਮਾਈਨੋਰਟੀ ਦੇ ਨਾਲ ਸੰਬੰਧਿਤ ਇੱਕ ਬੁੱਤ ਦਾ ਜਿਹੜਾ ਇਸ ਤਰੀਕੇ ਨਾਲ ਨਿਰਾਦਰ ਕੀਤਾ ਜਾਣਾ ਇਹ ਮਾੜੀ ਗੱਲ ਹੈ। ਪਾਕਿਸਤਾਨ ਸਰਕਾਰ ਨੂੰ ਅੱਗੇ ਤੋਂ ਇਹ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਜੀ। ਗੱਲਬਾਤ ਤੁਸੀਂ ਹੁਣੇ
ਖਬਰਾਂ ਸਥਾਨਕ ਸੁਣ ਕੇ ਹਟੇ ਹੋ ਤੇ ਨਵਕਿਰਨ ਸਿੰਘ ਪੱਤੀ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬ ਤੋਂ ਤੇ ਪੱਤੀ ਸੇਖਵਾਂ ਤੋਂ 604 906 7413 ਜਿਹੜਾ ਉਹ ਸਪਾਂਸਰ ਸਤਿੰਦਰਪਾਲ ਸਿੰਘ ਬਰਾੜ ਦਾ ਨੰਬਰ ਹੈ। ਅੱਛਾ ਪੱਤੀ ਸਾਹਿਬ, ਵਿਧਾਇਕਾਂ ਦੀਆਂ ਪੈਨਸ਼ਨਾਂ ਦਾ ਜਿਹੜਾ ਰੌਲਾ ਪਾ ਲਿਆ ਆਮ ਆਦਮੀ ਪਾਰਟੀ ਨੇ, ਇਸ਼ੂ ਕੀ ਹੈ ਜੀ? ਜੀ ਗਿੱਲ ਸਾਹਿਬ, ਆਮ ਆਦਮੀ ਪਾਰਟੀ ਨੇ ਮੰਗ ਕੀਤੀ ਆ ਕਿ ਇੱਕ ਤੋਂ ਵੱਧ ਜਿਹੜੀਆਂ ਪੈਨਸ਼ਨਾਂ ਮਿਲਦੀਆਂ ਨੇ ਉਹ ਬੰਦ ਕੀਤੀਆਂ ਜਾਣ ਵਿਧਾਇਕਾਂ ਨੂੰ। ਮੰਗ ਇਹਨਾਂ ਦੀ ਬਿਲਕੁਲ ਜਾਇਜ਼ ਆ, ਚੰਗੀ ਆ, ਪਰ ਇਹ ਵੀ ਮੈਨੂੰ ਲੱਗਦਾ ਐਤਕੀ ਪਹਿਲੀ ਵਾਰ ਵਾਲੇ ਨੇ ਸਾਰੇ ਜਿਹੜੇ ਮਿਲ ਕੇ ਆਏ ਨੇ, ਇਹਨਾਂ ਦੀ ਜੇ ਡਬਲ ਟ੍ਰਿਪਲ ਹੋ ਗਈ ਪਾਰੀ ਜੇ ਇਹਨਾਂ ਚੋਂ ਕੁਛ ਵੀ, ਤਾਂ ਸ਼ਾਇਦ ਉਹ ਵੀ ਚੁੱਪ ਕਰਕੇ ਦੜ ਵੱਟ ਜਾਣ। ਤੋ ਮਸਲਾ ਗਿੱਲ ਸਾਹਿਬ ਇਹ ਹੈਗਾ ਕਿ ਇੱਕ ਬੰਨੇ ਤਾਂ 2004 ਤੋਂ ਬਾਅਦ ਜਿੰਨੇ ਸਰਕਾਰੀ ਵਿਭਾਗਾਂ ਦੇ ਵਿੱਚ ਇੱਕ ਦੋ ਵਿਭਾਗ ਨੇ ਜਿਹੜੇ ਸਿਕਿਉਰਿਟੀ ਨਾਲ ਜੁੜੇ ਹੋਏ, ਉਹਨਾਂ ਨੂੰ ਛੱਡ ਕੇ ਜਿੰਨੇ ਭਰਤੀ ਹੋਈ ਹੈ 2004 ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, ਉਹ ਕਾਨੂੰਨ ਲਿਆਈ, ਪੰਜਾਬ ਸਰਕਾਰ ਨੇ ਹੂਬਹੂ ਲਾਗੂ ਕੀਤਾ ਉਹ ਕਾਨੂੰਨ, ਅੱਜ ਵੀ ਲਾਗੂ ਆ ਕਿ 4 ਤੋਂ ਬਾਅਦ ਭਰਤੀ ਹੋਏ ਕਿਸੇ ਮੁਲਾਜ਼ਮ ਨੂੰ ਪੈਨਸ਼ਨ ਨਹੀਂ ਮਿਲੀ ਪਹਿਲਾਂ ਵਾਲੇ ਹਿਸਾਬ ਨਾਲ, ਨਾ ਮਾਸਟਰ ਨੂੰ, ਨਾ ਡਾਕਟਰ ਨੂੰ, ਨਾ ਨਰਸ ਨੂੰ, ਨਾ ਕਿਸੇ ਹੋਰ ਖੇਤੀਬਾੜੀ ਅਫਸਰ, ਕਿਸੇ ਮੁਲਾਜ਼ਮ ਨੂੰ ਵੀ ਪੈਨਸ਼ਨ ਨਹੀਂ ਦਿੱਤੀ ਜਾਂਦੀ। ਹੁਣ ਤਾਂ ਜਿਹੜਾ ਮੁਲਾਜ਼ਮ ਦਾ ਕੱਟਿਆ ਜਾਂਦਾ ਹੈਗਾ ਉਹਦੀ ਤਨਖਾਹ ਦੇ ਵਿੱਚੋਂ ਹਿੱਸਾ, ਉਹਦੇ 'ਚ ਕੁਛ ਜੋੜ ਕੇ ਥੋੜ੍ਹੀ ਬਹੁਤੇ ਜਿਹੜੇ ਉਹ ਬਣਦੇ ਨੇ ਉਹ ਆਮ ਬੰਦਾ ਵੀ ਲੈ ਸਕਦਾ। ਤਾਂ ਦੂਜੇ ਬੰਨੇ ਕੀ ਆ ਕਿ ਪ੍ਰਕਾਸ਼ ਸਿੰਘ ਬਾਦਲ ਵਰਗੇ, ਬੀਬੀ ਰਜਿੰਦਰ ਕੌਰ ਭੱਠਲ ਵਰਗੇ 5-5 6-6 ਪੈਨਸ਼ਨਾਂ ਲੈ ਰਹੇ ਨੇ, ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ, ਔਰ ਪੰਜਾਬ ਦਾ ਜਿਹੜਾ ਖਜ਼ਾਨਾ ਮੰਤਰੀ ਆ, ਜਦੋਂ ਤਾਂ ਮੁਲਾਜ਼ਮ ਜਾਂਦੇ ਨੇ ਕੱਚੇ ਉਹਦੇ ਕੋਲੇ ਵੀ ਸਾਨੂੰ ਪੱਕੇ ਕਰ ਦਿਓ ਜੀ, ਉਹ ਕਹਿੰਦਾ ਖਜ਼ਾਨਾ ਖਾਲੀ ਆ। ਜਦੋਂ ਉਹਦੇ ਕੋਲੇ ਗਿੱਲ ਸਾਹਿਬ ਕੋਈ ਹੋਰ ਮਸਲਾ ਲੈ ਕੇ ਜਾਂਦਾ, ਉਹ ਜਰਕ ਦੇ ਕੇ ਕਹਿੰਦਾ ਖਜ਼ਾਨਾ ਖਾਲੀ ਆ। ਪਰ ਜਦੋਂ ਉਹਦੇ ਤਾਏ ਦਾ ਇਲਾਜ ਕਰਾਉਣਾ ਹੋਵੇ ਜਾਂ ਜਦੋਂ 5-5 6-6 ਪੈਨਸ਼ਨਾਂ ਖਜ਼ਾਨੇ ਦੇ ਵਿੱਚੋਂ ਜਾਣੀਆਂ ਹੋਣ, ਉਦੋਂ ਕਦੇ ਨਹੀਂ ਉਹਨੇ ਕਿਹਾ ਵੀ ਖਜ਼ਾਨਾ ਖਾਲੀ ਆ। ਸੋ ਆਮ ਆਦਮੀ ਪਾਰਟੀ ਵਾਲਿਆਂ ਨੇ ਇਹ ਮੰਗ ਲੈ ਕੇ ਜਿਹੜਾ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਕੋਲੇ ਪਹੁੰਚੇ ਨੇ, ਉਹਨਾਂ ਨੇ ਕਿਹਾ ਕਿ ਇੱਕ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਮਿਲਣੀ ਚਾਹੀਦੀ ਆ। ਹਰਪਾਲ ਸਿੰਘ ਚੀਮਾ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਵਫਦ ਜਿਹੜਾ ਗਿਆ, ਉਹਨਾਂ ਨੇ ਕਿਹਾ ਜਾ ਕੇ ਉੱਥੇ ਕਿ 5-5 6-6 ਪੈਨਸ਼ਨਾਂ ਨੇ ਜਿਹੜੀਆਂ ਉਹ ਲਈਆਂ ਜਾ ਰਹੀਆਂ ਨੇ, ਔਰ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ, ਉਹ ਕਹਿੰਦੇ ਸੈਸ਼ਨ 'ਚ ਕਾਨੂੰਨ ਪਾਸ ਕਰੋ ਕਿ ਇੱਕ ਤੋਂ ਵੱਧ ਪੈਨਸ਼ਨ ਆ ਜਿਹੜੀ ਉਹ ਖਤਮ ਹੋਵੇ, ਉਹ ਨਹੀਂ ਮਿਲਣੀ ਚਾਹੀਦੀ। ਸੋ ਇਹ ਸਾਰੇ ਲੈ ਰਹੇ ਆ। ਜੇ ਗਿੱਲ ਸਾਹਿਬ ਤੁਸੀਂ ਇਹ ਦੇਖੋ ਕਿ MLA ਬਣ ਗਿਆ ਇੱਕ ਵਾਰ, ਉਹਨੂੰ MLA ਦੀ ਪੈਨਸ਼ਨ ਮਿਲਣ ਲੱਗ ਜਾਂਦੀ ਆ, ਅਗਲੀ ਵਾਰ ਮੰਨ ਲਓ MP ਬਣ ਗਿਆ, ਹੁਣ ਸੁਖਬੀਰ ਬਾਦਲ ਐਤਕੀ MP ਬਣ ਗਿਆ, ਉਹ ਨਾਲ MP ਦੀ ਪੈਨਸ਼ਨ ਵੀ ਮਿਲਣ ਲੱਗ ਜਾਂਦੀ ਆ। ਅਗਲੀ ਵਾਰ ਰਾਜ ਸਭਾ ਦਾ ਮੈਂਬਰ ਬਣ ਗਿਆ, ਉਹਨੂੰ ਰਾਜ ਸਭਾ ਦੀ ਮਿਲਣ ਲੱਗ ਜਾਂਦੀ, ਅਗਲੀ ਵਾਰ MLA ਬਣ ਗਿਆ, ਫਿਰ MLA ਦੀ। ਉਹ 5-5 6-6 ਪੈਨਸ਼ਨਾਂ ਨੇ ਜਿਹੜੀਆਂ, ਕਈ ਨੇ, ਇਹ ਇੱਕ ਲੰਬੀ ਲਿਸਟ ਹੈ, ਔਰ ਉਹ ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਬਣੇ ਹੋਏ ਨੇ ਜੀ। ਸੋ ਇਹ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਨੇ। ਉਂਝ ਤਾਂ ਪੈਨਸ਼ਨ ਹੀ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਇਹ ਤਾਂ ਕਹਿੰਦੇ ਨੇ ਅਸੀਂ ਰਾਜ ਨਹੀਂ ਸੇਵਾ, ਤੇ ਸੇਵਾ ਕਰਨਾ ਹੈ ਉਹ ਫਿਰ ਪੈਨਸ਼ਨ ਕਾਹਦੀ, ਤੁਹਾਨੂੰ ਤਨਖਾਹ ਕਾਹਦੀ? ਜੇ ਤੁਸੀਂ ਲੋਕ ਭਲਾਈ ਲਈ ਆਏ ਹੋ ਤਾਂ ਇਹ ਸਾਰਾ ਕੁਛ ਕਾਹਦੀ ਖਾਤਰ, ਕਿਉਂ ਐਡੇ ਭੱਤੇ DA PA ਕਿਉਂ ਹੋਰ ਇੰਨਾ ਸਾਰਾ ਕੁਛ ਲੈਂਦੇ ਹੋ? ਸੋ ਉਸ ਤੋਂ ਬਾਅਦ ਤੁਸੀਂ 5-5 6-6 ਪੈਨਸ਼ਨਾਂ ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਬਣ ਜਾਂਦੇ ਹੋ। ਤਾਂ ਇਹ ਸਾਰਾ ਕੁਛ ਆ ਜਿਹੜਾ ਬੰਦ ਹੋਣਾ ਚਾਹੀਦਾ। ਔਰ ਇਹਨਾਂ ਨੇ ਜਿਹੜੀ ਮੰਗ ਕੀਤੀ ਕਿ ਇੱਕ ਪੈਨਸ਼ਨ ਹੋਣੀ ਚਾਹੀਦੀ ਹੈ, ਚਲੋ ਇੱਕ ਤੋਂ ਵੱਧ ਤਾਂ ਮਤਲਬ ਹੀ ਕੋਈ ਨਹੀਂ ਜੀ। ਚਲੋ ਇਹ ਤਾਂ ਟੱਬਰ ਟੀਹਰਾ ਵਾਲੇ ਨੇ, ਪ੍ਰਧਾਨ ਮੰਤਰੀ ਮੋਦੀ ਤਾਂ ਕੋਈ ਲੰਬਚੜਾ ਹੈ ਨਹੀਂ, ਤੇ ਉਹਨਾਂ ਦੀ ਲੋਕਪ੍ਰਿਯਤਾ ਕਿਉਂ ਘਟ ਗਈ? ਕੀ ਗੱਲ ਹੋ ਗਈ? ਉਹ ਤਾਂ ਨਿਰਸਵਾਰਥ ਨੇ, ਕੁਛ ਕਰਪਸ਼ਨ ਨਹੀਂ ਕਰਦੇ, ਕੁਛ ਨਹੀਂ ਕਰਦੇ, ਰਾਮ ਰਾਜ ਚਲਾ ਰਹੇ ਨੇ, ਉਹਨਾਂ ਦੀ ਲੋਕਪ੍ਰਿਯਤਾ ਕਿਉਂ ਘਟ ਗਈ? ਇੰਡੀਆ ਟੂਡੇ ਨੇ ਸਰਵੇਖਣ ਕਰਾਇਆ ਜੀ। ਗਿੱਲ ਸਾਹਿਬ, ਇੱਕ ਨਵਾਂ ਸਰਵੇਖਣ ਜਿਹੜਾ ਅੱਜ ਸਾਹਮਣੇ ਆਇਆ, ਇਹ ਸਰਵੇਖਣ ਇੰਡੀਆ ਟੂਡੇ ਮੂਡ ਆਫ ਦਾ ਨੇਸ਼ਨ ਪੋਲ ਆ ਜਿਹੜਾ ਉਹਨਾਂ ਨੇ ਕਰਵਾਇਆ ਗਾ। ਗੂਗਲ ਦੇ ਉੱਤੇ ਵੀ ਆਪਣਾ ਕੋਈ ਸਰੋਤਾ ਜਿਹੜਾ ਜਾ ਕੇ ਦੇਖ ਸਕਦਾ ਗਾ, ਜਿਹੜਾ ਇੰਡੀਆ ਟੂਡੇ ਨੇ ਇਹ ਇੰਡੀਆ ਟੂਡੇ ਮੂਡ ਆਫ ਦਾ ਨੇਸ਼ਨ ਪੋਲ ਸਰਵੇਖਣ ਕਰਾਇਆ। ਇਹਦੇ ਵਿੱਚ ਇਹ ਆਇਆ ਕਿ 1 ਸਾਲ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਲੋਕਪ੍ਰਿਯਤਾ ਉਹ 66% ਤੋਂ ਘਟ ਕੇ 24% ਦੇ ਉੱਤੇ ਆ ਗਈ। ਸੋ ਇਸ ਸਰਵੇ ਦੇ ਵਿੱਚ ਪੁੱਛਿਆ ਗਿਆ ਸੀ ਕਿ ਭਾਰਤ ਦਾ ਜਿਹੜਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਣਾ ਚਾਹੀਦਾ ਹੈ, ਔਰ ਉਹਦੇ 'ਚ ਗਿੱਲ ਸਾਹਿਬ ਜਿਹੜਾ ਨਰਿੰਦਰ ਮੋਦੀ ਦਾ ਸਰਵੇਖਣ ਸੀ ਉਹ ਤਾਂ ਘਟ ਗਿਆ। ਅਮਿਤ ਸ਼ਾਹ ਤੇ ਦੂਸਰਾ ਯੋਗੀ ਆਦਿੱਤਿਆਨਾਥ, ਉਹਨਾਂ ਦਾ ਪਹਿਲਾਂ ਨਾਲੋਂ ਗ੍ਰਾਫ ਵੱਧ ਗਿਆ। ਇਹ ਜਿਹੜਾ ਨਰਿੰਦਰ ਮੋਦੀ ਨੂੰ ਮੈਨੂੰ ਨਹੀਂ ਲੱਗਦਾ ਕਿ ਸੌਣ ਦੇਊ ਇਹ ਚੀਜ਼ ਨਰਿੰਦਰ ਮੋਦੀ ਦੇ ਲਈ ਇੱਕ ਬੜੀ ਚਿੰਤਾ ਦੀ ਗੱਲ ਹੋਊਗੀ। ਦੂਸਰਾ ਇਹ ਕਿ ਇਹਦੇ ਵਿੱਚ ਜਿਹੜੇ ਪਾਪੂਲਰ CM ਕੌਣ ਨੇ, 11 ਜਿਹੜੇ ਮੇਨ ਪਾਪੂਲਰ ਨੇ, ਉਹਨਾਂ ਚੋਂ 9 ਉਹ ਨੇ ਜਿਹੜੇ ਭਾਜਪਾ ਦੇ ਵਿਰੋਧੀ ਨੇ, ਔਰ ਉਹਨਾਂ 'ਚ ਭਾਜਪਾ ਵਾਲੇ ਤਾਂ 2 ਹੀ ਆਏ ਨੇ ਮੂਹਰਲੇ 11 'ਚ। ਜਿਹੜੇ ਪਹਿਲੇ 5 ਨੇ ਉਹਦੇ 'ਚ ਤਾਂ ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਨਹੀਂ ਹੈਗਾ। ਔਰ ਇਹਦੇ ਵਿੱਚ ਮਮਤਾ ਬੈਨਰਜੀ
ਇਹਦੇ ਵਿੱਚ ਉद्धਵ ਠਾਕਰੇ, ਇਹਦੇ ਵਿੱਚ ਤਾਮਿਲਨਾਡੂ ਦਾ ਮੁੱਖ ਮੰਤਰੀ ਸਟਾਲਿਨ, ਇਹਨਾਂ ਦੇ ਜਿਹੜੇ ਨਾਂ ਨੇ ਉਹ ਪ੍ਰਮੁੱਖ ਤੌਰ ਦੇ ਉੱਤੇ ਹੈਗੇ ਨੇ। ਲੇਕਿਨ ਇਸ ਲਿਸਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦੋ ਚਿਹਰੇ 11 ਤੱਕ ਪਹੁੰਚੇ ਨੇ, 11 ਚ ਆਏ ਨੇ, ਜਾਣੀ ਪਹਿਲੇ 11 ਚ ਉਹਨਾਂ ਚ ਇੱਕ ਯੋਗੀ ਆਦਿੱਤਿਆਨਾਥ ਤੇ ਦੂਜਾ ਹਿੰਮਤ ਵਿਸ਼ਵ ਸ਼ਰਮਾ, ਔਰ ਇਹ ਦੋ ਨੇ। ਔਰ ਗਿੱਲ ਸਾਹਿਬ ਜਿਹੜਾ ਇਹਦੇ ਚ ਹੁਣ ਇੱਕ ਮਸਲਾ ਇਹ ਹੈ, ਚਲੋ ਇਹ ਸਰਵੇਖਣ ਵੀ ਹੁੰਦੇ ਰਹਿੰਦੇ ਨੇ ਕਿ ਜਿਹੜਾ ਯੋਗੀ ਆਦਿੱਤਿਆਨਾਥ ਆ ਉਹਨੂੰ ਨਰਿੰਦਰ ਮੋਦੀ ਯੂਪੀ ਦਾ ਮੁੱਖ ਮੰਤਰੀ ਵੀ ਨਹੀਂ ਦੇਖਣਾ ਚਾਹੁੰਦਾ ਅਗਲਾ। ਇਹ ਚੀਜ਼ ਨੂੰ ਲੈ ਕੇ ਬਹੁਤ ਕਿਆਸ ਰਾਈਆਂ ਨੇ। ਨਰਿੰਦਰ ਮੋਦੀ ਨੇ ਇੱਕ ਬਿਊਰੋਕਰੇਟ ਰਿਟਾਇਰ ਹੋਇਆ ਸੀ IAS ਅਫਸਰ, ਉਹਨੂੰ ਯੂਪੀ ਭੇਜਤਾ ਸੀ। ਯੋਗੀ ਆਦਿੱਤਿਆਨਾਥ ਨੂੰ ਚਿੱਠੀ ਭੇਜਤੀ ਵੀ ਇਹਨੂੰ ਮੰਤਰੀ ਬਣਾ ਸੀਨੀਅਰ, ਉਹ ਕਹਿੰਦਾ ਮੈਂ ਨਹੀਂ ਬਣਾਉਂਦਾ ਜੀ। ਇਹਦੇ ਤੋਂ ਇਹਨਾਂ ਦੀ ਟਸਲ ਵੀ ਖੜੀ ਹੋ ਗਈ ਸੀ। ਸੋ ਸੰਘ ਹੁਣ ਇਸ ਪਾਸੇ ਨੂੰ ਜਾ ਰਿਹਾ RSS ਕਿ ਨਰਿੰਦਰ ਮੋਦੀ ਠੀਕ ਹੈ, ਹੁਣ ਤੱਕ ਉਹਨਾਂ ਨੇ ਮਤਲਬ ਇਹਦਾ ਨਾਂ ਔਰ ਇਹ ਹਰ ਹਰ ਮੋਦੀ ਘਰ ਘਰ ਮੋਦੀ ਜੇ ਸਲੋਗਨ ਵੀ ਦਿੱਤੇ, ਪਰ ਹੁਣ ਲੱਗਦਾ ਹੈਗਾ ਕਿ ਜਿਹੜੇ ਸਰਵੇਖਣ ਵੀ ਸਾਹਮਣੇ ਆ ਰਹੇ ਨੇ ਉਹਦੇ ਵਿੱਚ ਨਰਿੰਦਰ ਮੋਦੀ ਹੋਣਾ ਜਿਹੜਾ ਉਹ ਬੀਤੇ ਦੀ ਗੱਲ ਨਜ਼ਰ ਆ ਰਹੀ ਹੈ, ਔਰ ਉਹਦੇ ਚੋਂ ਕੋਈ ਹੋਰ ਵਿਅਕਤੀ ਵੀ ਉੱਭਰ ਸਕਦਾ ਹੈ ਜੀ। ਅੱਛਾ, ਜਿਹੜਾ ਬਨੂੜ ਦੇ ਵਿੱਚ ਹੰਕਾਰਿਆ ਹੋਇਆ ਥਾਣੇਦਾਰ ਸੀ ਬਲਵਿੰਦਰ ਸਿੰਘ ਠੂਹੇ ਸਿੱਟਦਾ ਹੀ ਨੱਕ ਚੋਂ ਤੇ ਕਿਸਾਨਾਂ ਨੂੰ ਮਾੜਾ ਬੋਲਦਾ ਸੀ, ਉਹਦਾ ਕਰਤਾ ਜੀ ਲਾਈਨ ਹਾਜ਼ਰ? ਫਿਰ ਕਰਤਾ ਜੀ ਲਾਈਨ ਹਾਜ਼ਰ ਅੱਜ ਗਿੱਲ ਸਾਹਿਬ। ਕੁਝ ਸਮਾਂ ਪਹਿਲਾਂ ਹੀ ਮੀਟਿੰਗ ਖਤਮ ਹੋਈ ਹੈ ਕਿਸਾਨਾਂ ਦੀ। ਖੇਤਾਂ ਦੇ ਪੁੱਤਾਂ ਨੇ ਉਹਨੂੰ ਦਿਖਾਤਾ ਵੀ ਖੇਤਾਂ ਦੇ ਪੁੱਤਾਂ ਦੀ ਤਾਕਤ ਕੀ ਹੁੰਦੀ ਆ। ਸੜਕ ਦੇ ਉੱਤੇ ਖੜਾ, ਵੀਡੀਓ ਵਾਇਰਲ ਹੋਈ ਸੀ, ਬਹੁਤ ਨੇ ਦੇਖੀ। ਬਲਵਿੰਦਰ ਸਿੰਘ SHO ਦੀ ਧਮਕੀਆਂ ਦਿੰਦਾ ਸੀ, ਜਾਨ ਤੋਂ ਮਾਰਨ ਦੀ ਗੱਲ ਕਰਦਾ ਸੀ, ਬੜੇ ਦਬਕੇ ਮਾਰਦਾ ਸੀ। ਔਰ ਕਿਸਾਨਾਂ ਨੇ ਸੰਘਰਸ਼ ਲਿਖਿਆ, ਐਜੀਟੇਸ਼ਨ ਲਿਖੀ। ਬਹੁਤ DSP ਨਾਲ ਅੱਜ ਮੀਟਿੰਗ ਚੱਲੀ ਹੈ ਕਿਸਾਨਾਂ ਦੀ। ਉਹਨੇ ਕਿਹਾ ਜੀ ਅਸੀਂ ਇਹ ਕਰ ਦਿੰਦੇ ਹਾਂ, ਉਹ ਕਰ ਦਿੰਦੇ ਹਾਂ। ਕਿਸਾਨ ਕਹਿੰਦੇ ਨਾ, ਇਹਦੀ SHO ਆ ਜਿਹੜਾ ਇਹਨੂੰ ਬਨੂੜ ਦਾ ਨਹੀਂ ਕੱਲ੍ਹ ਨੂੰ ਅਸੀਂ ਦੇਖਣਾ। ਔਰ ਲਾਈਨ ਹਾਜ਼ਰ ਕੀਤਾ ਜੀ, ਉਹ ਨਵਾਂ SHO ਲਾਇਆ ਜਾ ਰਿਹਾ ਬਨੂੜ ਦਾ। ਸੋ ਇਹ ਕਿਸਾਨ ਸੰਘਰਸ਼ ਦੀ ਇੱਕ ਜਿੱਤ ਹੈ, ਇਹ ਉਹਨਾਂ ਦੇ ਸਵੈਮਾਨ ਦੀ ਜਿੱਤ ਹੈ। ਸੰਘਰਸ਼ ਦੇ ਵਿੱਚ ਪੱਟਿਆ ਹੋਇਆ ਇੱਕ ਕਦਮ ਆ ਗਾਂਹ ਵੱਲ ਨੂੰ, ਜਿਹਦੇ ਤਹਿਤ ਇਹ ਹੈ ਕਿ ਉਹ ਜੇ ਭੂਸਰੇ ਹੋਏ ਥਾਣੇਦਾਰ ਜਾਂ ਜਿਹੋ ਜਿਹੇ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਹੜੇ ਲੋਕਾਂ ਦੇ ਨਾਲ ਗੱਲ ਕਿਵੇਂ ਕਰਨੀ ਹੈ, ਕਿਸਾਨਾਂ ਨਾਲ ਬਿਹੇਵ ਕਿਵੇਂ ਕਰਨਾ, ਜਿਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੈ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਿ ਉਹਨਾਂ ਨੂੰ ਥਾਣੇਦਾਰ ਦੀ ਕੁਰਸੀ ਦੇ ਉੱਤੇ ਬਿਠਾਇਆ ਜਾਵੇ ਜੀ। ਮਾਲਵੇ, ਦੁਆਬੇ ਜਾਂ ਮਾਝੇ ਦੇ ਕਿਸੇ ਪਿੰਡ ਤੋਂ ਤੁਰਿਆ ਮੁੰਡਾ ਮੋਹਾਲੀ ਤੱਕ ਪਹੁੰਚਦਾ ਏਜੰਟਾਂ ਤੋਂ ਮਲੰਗ ਕਰ ਦਿੰਦੇ ਨੇ, ਉਹਨੂੰ ਨੰਗ ਕਰ ਦਿੰਦੇ ਨੇ। ਆ ਪਿੱਛੇ ਜੇ ਕੱਲ ਵੀਡੀਓ ਇੱਕ ਵਾਇਰਲ ਹੋਈ, ਮੋਹਾਲੀ 'ਚ ਬੈਠਾ ਪਤਾ ਨਹੀਂ ਕਿਹਦੇ ਵਰਕ ਪਰਮਿਟ ਦਿਖਾਈ ਜਾਂਦਾ, 40 ਦੇ ਕਰੀਬ ਪ੍ਰੋਫੈਸ਼ਨ ਲਿਖੀ ਬੈਠਾ, ਕਹਿੰਦਾ 6 ਲੱਖ ਰੁਪਈਏ 'ਚ ਜੈਨੂਨ ਵੀਜ਼ਾ, ਦੋਨੇ ਹੱਥਾਂ 'ਚ ਫੜੇ ਹੋਏ ਨੇ। ਤੇ ਮਤਲਬ ਹੁਣ ਨਾਲ ਦੀ ਗੱਲ ਇਹ ਹੈ ਕਿ ਸਿੱਧੀਆਂ ਉਡਾਨਾਂ ਹੈ ਨਹੀਂ, ਤੇ ਇਹ ਲੋਕ ਨਵੇਂ ਮੁੰਡੇ ਜਿਹੜੇ ਉੱਥੋਂ ਆ ਰਹੇ ਨੇ ਉਹਨਾਂ ਦਾ ਮੰਦਾ ਹਾਲ ਕੀਤਾ ਪਿਆ, ਤੇ ਇੱਧਰ ਉੱਧਰ ਦੀ ਫਲਾਈਟਾਂ ਘੁਮਾ ਕੇ ਲਿਆ ਰਹੇ ਨੇ ਤੇ ਪੈਸੇ ਬਹੁਤ ਮੰਗ ਰਹੇ ਨੇ। ਕੀ ਖਬਰ ਹੈ ਜੀ ਇਹ? ਗਿੱਲ ਸਾਹਿਬ, ਇਹ ਨਾ ਇੱਕ ਵਰਤਾਰਾ ਚੱਲ ਰਿਹਾ ਹੈਗਾ। ਮੈਨੂੰ ਗੱਲ ਦੀ ਸਮਝ ਨਹੀਂ ਆਈ ਅਜੇ ਤੱਕ ਕਿ ਭਾਰਤ ਦੇ ਵਿੱਚ ਤਾਂ ਚਲੋ ਏਦਾਂ ਹੁੰਦਾ ਸੀ, ਪਰ ਕੈਨੇਡਾ ਦੀ ਸਰਕਾਰ ਨੇ ਸਿੱਧੀਆਂ ਫਲਾਈਟਸ ਬੰਦ ਕਰਤੀਆਂ। ਔਰ ਸਰਕਾਰ ਨੂੰ ਇਹ ਪਤਾ ਹੈ ਕਿ ਵਿਦਿਆਰਥੀ ਆ ਰਹੇ ਨੇ। ਮੇਰੇ ਜਾਣਕਾਰ ਨੇ ਪਿਛਲੇ 10 ਦਿਨਾਂ ਦੇ ਵਿੱਚ ਘੱਟੋ ਘੱਟ 5-6 ਸਟੱਡੀ ਵੀਜ਼ੇ ਵਾਲੇ ਨੇ ਜਿਹੜੇ ਉਹ ਕੈਨੇਡਾ ਪਹੁੰਚੇ ਨੇ। ਉਹ ਗਿੱਲ ਸਾਹਿਬ ਕੋਈ ਮੈਕਸੀਕੋ ਰਾਹੀਂ ਆ ਰਿਹਾ, 3 ਦਿਨ ਲੱਗਦੇ ਨੇ ਰਸਤੇ ਦੇ ਵਿੱਚ। ਔਰ ਜਿਹੜੀ ਟਿਕਟ 50-60 ਹਜ਼ਾਰ ਰੁਪਏ ਦੀ ਮਿਲਦੀ ਸੀਗੀ, ਇਸ ਵਕਤ 2.5 ਲੱਖ ਪੌਣੇ 3 ਲੱਖ ਰੁਪਏ ਦੀ ਜਿਹੜੀ ਉਹ ਟਿਕਟ ਆ ਉਹ ਮਿਲ ਰਹੀ ਆ। ਔਰ ਤੁਸੀਂ ਇਹ ਦੇਖੋ ਕਿ ਕੈਨੇਡਾ ਦੀ ਸਰਕਾਰ ਕਹਿੰਦੀ ਤਾਂ ਇਹ ਆ ਵੀ ਅਸੀਂ ਕੋਵਿਡ ਦੇ ਕਰਕੇ ਇਹ ਕਰ ਰਹੇ ਹਾਂ। ਕੋਵਿਡ ਜਿਹੜੀ ਹੁਣ ਫਲਾਈਟ ਇੰਡੀਆ ਤੋਂ ਚੱਲੀ, ਮੰਨ ਲਓ ਉਹਦਾ ਟੈਸਟ ਹੋ ਗਿਆ ਇੱਥੇ ਕੋਵਿਡ ਦਾ, ਉਹਨੇ ਆ ਕੇ ਸਿੱਧੀ ਫਲਾਈਟ ਕੈਨੇਡਾ ਉਤਰਨੀ ਆ। ਉਹਦੇ 'ਚ ਜ਼ਿਆਦਾ ਸੁਰੱਖਿਅਤ ਰਹੂਗਾ ਜਾਂ ਇੱਕ ਬੰਦਾ 5 ਦੇਸ਼ ਘੁੰਮਿਆ ਆ, ਰਾਹ 'ਚ 12-12 13-13 ਘੰਟੇ ਉਹ ਫਲਾਣੇ ਏਅਰਪੋਰਟ ਦੇ ਉੱਤੇ ਉਤਰਿਆ, ਉੱਥੋਂ ਉਹਨੇ ਨਵੀਂ ਫਲਾਈਟ ਲਈ, ਉੱਥੋਂ ਉਹਨੇ ਹੋਰ ਫਲਾਈਟ ਲਈ। ਅੱਜ ਤਾਂ ਮੈਨੂੰ ਇੱਕ ਪਤਾ ਲੱਗਿਆ ਇੱਕ ਨੌਜਵਾਨ ਆ ਜਿਹੜਾ ਉਹ ਫਲਾਈਟਾਂ ਫੜਦਾ ਹੋਇਆ ਗਾਹਾਂ ਟ੍ਰੇਨ ਵੀ ਫੜਨੀ ਪਈ ਉਹਨੂੰ। ਤਾਂ ਇਹ ਜਿਹੜੀ ਸਥਿਤੀ ਹੈ, ਇਹ ਸਥਿਤੀ ਅੱਜ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਇਹ ਮਸਲਾ ਚੱਕਿਆ ਹੈਗਾ। ਉਹਨਾਂ ਨੇ ਵੀ ਕਿਹਾ ਹੈਗਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ। ਸਰਕਾਰਾਂ ਤਾਂ ਨਹੀਂ ਕਿਤੇ ਜਿਹੜੀਆਂ ਇਹ ਕੰਪਨੀਆਂ ਨੇ, ਹਵਾਈ ਕੰਪਨੀਆਂ ਨੇ, ਉਹਨਾਂ ਦਾ ਪੱਖ ਪੂਰ ਰਹੀਆਂ। ਸੋ ਇਹ ਮਸਲਾ ਬੜਾ ਗੰਭੀਰ ਹੈ। ਹਵਾਈ ਕੰਪਨੀਆਂ ਨੂੰ ਲੱਖਾਂ ਰੁਪਇਆ ਕਮਾ ਰਹੀਆਂ ਨੇ। ਵਿਦਿਆਰਥੀ ਤੁਸੀਂ ਇਹ ਦੇਖੋ ਕਿ ਕਿੰਨੇ ਜ਼ਿਆਦਾ ਨਿਰਾਸ਼ ਹੋ ਰਹੇ ਨੇ, ਕਿੰਨੇ ਖੱਜਲ ਹੋ ਰਹੇ ਨੇ। ਜਿਹੜਾ ਉਹਨਾਂ ਨੇ ਛੇਤੀ ਪਹੁੰਚਣਾ ਸੀ ਉਹ 4-4 ਦਿਨ, ਘੱਟੋ ਘੱਟ 3-3 ਦਿਨ ਲੱਗ ਰਹੇ ਉਹਨਾਂ ਨੂੰ। ਔਰ ਕਿੰਨੇ ਮੁਲਕ ਗਾ ਰਹੇ ਨੇ, ਉਹ 12-12 10-10 ਘੰਟੇ ਇੱਕ ਏਅਰਪੋਰਟ ਦੇ ਉੱਤੇ ਉਹਨਾਂ ਨੂੰ ਬਿਤਾਉਣੇ ਪੈ ਰਹੇ ਨੇ ਬੈਠ ਕੇ। ਸੋ ਇਹ ਕੈਨੇਡਾ ਦੀ ਸਰਕਾਰ ਨੂੰ ਸਾਰਾ ਕੁਛ ਪਤਾ ਹੈ, ਪਰ ਫਿਰ ਵੀ ਉਹ ਸਿੱਧੀਆਂ ਫਲਾਈਟ ਬੰਦ ਕਰਕੇ ਟੇਢੇ ਢੰਗ ਨਾਲ ਕਿਉਂ ਇਹ ਸਾਰਾ ਮਸਲਾ ਕਰ ਰਹੀਆਂ ਨੇ। ਗਿੱਲ ਸਾਹਿਬ, ਆਸ ਉਮੀਦ ਕਰਾਂਗੇ ਤੁਸੀਂ ਵੀ ਇਹ ਮਸਲਾ ਗਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਚੱਕਿਆ ਜਾਊਗਾ ਜੀ। ਦੇਵ ਭੂਮੀ ਉੱਤਰਾਖੰਡ ਦੀਆਂ ਚੋਣਾਂ ਆ ਗਈਆਂ, ਜਿੱਥੇ ਜਾ ਕੇ ਸਿੱਖ ਲਟਾਈ ਕਰਦੇ ਨੇ ਜਦ ਜਾਂਦੇ ਨੇ ਗਰਮੀਆਂ 'ਚ ਮੱਥਾ ਟੇਕਣ ਹੇਮਕੁੰਡ, ਜੇਬਾਂ ਸਾਫ਼ ਕਰਾ ਕੇ ਆਉਂਦੇ ਨੇ।
ਤੇ ਉੱਥੇ ਆਮ ਆਦਮੀ ਪਾਰਟੀ ਨੇ ਅਜੇ ਕੁਠਿਆਲ ਨੂੰ ਕਰਨਲ ਨੂੰ ਸੀਐਮ ਦਾ ਚਿਹਰਾ ਤਾਰਤਾ ਤੇ ਕਦ ਵੋਟਾਂ ਜੀ? ਪੰਜਾਬ ਦੇ ਨਾਲ ਹੀ ਹੈ ਗਿੱਲ ਸਾਹਿਬ ਵੋਟਾਂ। ਅੱਛਾ। ਔਰ ਜਦੋਂ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਉਦੋਂ ਹੀ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੀਆਂ ਵੋਟਾਂ ਪੈਣੀਆਂ ਨੇ। ਸੋ ਆਮ ਆਦਮੀ ਪਾਰਟੀ ਇੱਧਰੋਂ ਪੰਜਾਬ ਦੀ ਤਿਆਰੀ ਵਿੱਢ ਲਈ, ਉੱਧਰੋਂ ਉੱਤਰਾਖੰਡ ਦੀ ਤੇ ਉੱਤਰ ਪ੍ਰਦੇਸ਼ ਦੀ ਵੀ ਵਿੱਢੀ ਜਾ ਰਹੀ ਆ। ਉੱਤਰਾਖੰਡ ਦੇ ਵਿੱਚ ਤਾਂ ਅੱਜ ਉਹਨਾਂ ਨੇ ਮੁੱਖ ਮੰਤਰੀ ਦਾ ਚਿਹਰਾ ਗਾ ਜਿਹੜਾ ਉਹ ਬਣਾ ਦਿੱਤਾ ਹੈ। ਤੁਸੀਂ ਜ਼ਿਕਰ ਕਰ ਹੀ ਦਿੱਤਾ ਗਿੱਲ ਸਾਹਿਬ ਕਿ ਕਰਨਲ ਅਜੇ ਕੁਠਿਆਲ ਉਹਨਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੱਤਾ। ਔਰ ਅਰਵਿੰਦ ਕੇਜਰੀਵਾਲ ਨੇ ਅੱਜ ਇਹ ਵੀ ਕਿਹਾ ਕਿ ਜਦੋਂ ਦਾ ਉੱਤਰਾਖੰਡ ਅਲੱਗ ਹੋਇਆ ਉੱਤਰ ਪ੍ਰਦੇਸ਼ ਤੋਂ, ਉਦੋਂ ਦੀਆਂ ਇੱਥੇ ਜਿਹੜੀਆਂ ਵੀ ਸਰਕਾਰਾਂ ਬਣੀਆਂ ਉਹਨਾਂ ਨੇ ਇੱਥੋਂ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਲੁੱਟਿਆ। ਉਹ ਕਹਿੰਦੇ ਹੁਣ ਸਾਨੂੰ ਅਜਿਹਾ ਆਗੂ ਲਿਆਂਦਾ ਸੀ ਜਿਹੜਾ ਦੇਸ਼ ਭਗਤ ਫੌਜੀ ਹੈ ਔਰ ਇਹ ਉੱਤਰਾਖੰਡ ਦਾ ਵਿਕਾਸ ਕਰੂਗਾ। ਸੋ ਇਹਦੇ ਤੋਂ ਗਿੱਲ ਸਾਹਿਬ ਇੱਕ ਗੱਲ ਇਹ ਵੀ ਹੈ ਵੀ ਜੇ ਉਹ ਉੱਤਰਾਖੰਡ ਦੇ ਲਈ ਸੀਐਮ ਕੈਂਡੀਡੇਟ ਲੈ ਕੇ ਆ ਰਹੇ ਨੇ ਆਮ ਆਦਮੀ ਪਾਰਟੀ ਵਾਲੇ, ਇਟ ਮੀਨਸ ਆਉਣ ਵਾਲੇ ਦਿਨਾਂ 'ਚ ਪੰਜਾਬ ਦਾ ਵੀ ਲਾਣ ਸਕਦੇ ਨੇ ਚਿਹਰਾ। ਔਰ ਪਿਛਲੇ ਦਿਨਾਂ ਦੇ ਵਿੱਚ ਕਹਿ ਕੇ ਵੀ ਗਿਆ ਅਰਵਿੰਦ ਕੇਜਰੀਵਾਲ ਕਿ ਅਸੀਂ ਪੰਜਾਬ ਦੇ ਵਿੱਚ ਅਜਿਹਾ ਚਿਹਰਾ ਲਿਆਵਾਂਗੇ ਜਿਹੜਾ ਸਿੱਖ ਹੋਊਗਾ। ਇਹਦੇ ਤੇ ਅੱਜ ਸੁਖਬੀਰ ਬਾਦਲ ਵੀ ਕਮੈਂਟ ਕਰ ਰਿਹਾ ਸੀ, ਕਹਿੰਦਾ ਦਿੱਲੀ ਦੇ ਵਿੱਚ ਤਾਂ ਇਹਨਾਂ ਨੇ ਕਿਸੇ ਸਿੱਖ ਨੂੰ ਜਿਹੜੀ ਨੁਮਾਇੰਦਗੀ ਆ ਉਹ ਨਹੀਂ ਦਿੱਤੀ, ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਹੋ ਸਕਦਾ। ਖੈਰ ਆਮ ਆਦਮੀ ਪਾਰਟੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਇਲੈਕਸ਼ਨ ਆ ਜਿਹੜੀ ਉਹ ਪੰਜਾਬ ਵਾਂਗੂ ਹੀ ਲੜਨ ਦੀ ਤਿਆਰੀ ਕਰ ਰਹੀ ਹੈ। ਦਿੱਲੀ ਤੋਂ ਬਾਹਰ ਜਿਹੜੇ ਪੈਰ ਆ ਉਹ ਪਸਾਰ ਰਹੀ ਹੈ। ਜੀ ਗਿੱਲ ਸਾਹਿਬ ਧੰਨਵਾਦ ਜੀ। ਤੇ ਕੱਲ ਨੂੰ 9:15 ਵਜੇ ਫੇਰ ਗੱਲਬਾਤ ਹੋਏਗੀ। ਧੰਨਵਾਦ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਭੈਣ ਤੇ ਭਾਈ ਦਾ ਇੱਕ ਬੜਾ ਇਹ ਦੋਨਾਂ ਦੇ ਪਿਆਰ ਦਾ, ਖੈਰ ਇਹ ਨਹੀਂ ਹੈ ਕਿ ਇਕੱਲੀ ਰੱਖੜੀ ਦੇ ਨਾਲ ਹੀ ਉਸਨੇ ਭੈਣ ਦੀ ਆਪਣੀ ਰੱਖਿਆ ਕਰਨੀ ਆ। ਬਹੁਤ ਇੱਕ ਅਟੁੱਟ ਸਾਂਝ ਹੈ ਤੇ ਬਹੁਤ ਜਿਹੜਾ ਸਿਰਮੌਰ ਇਹ ਰਿਸ਼ਤਾ ਹੈ ਦੋਨਾਂ ਦਾ ਆਪਸ ਵਿੱਚ ਪਿਆਰ, ਬਹੁਤ ਵੱਡੀ ਗੱਲ ਹੈ। ਇੱਕ ਮੁਕਾਬਲਾ ਕਰਾ ਰਹੇ ਹਾਂ ਅਸੀਂ ਇਸ ਰੱਖੜੀ ਦੇ ਦਿਨ ਤੇ। ਉਹ ਮੁਕਾਬਲਾ ਕੀ ਹੈ? ਮੇਰੇ ਆਪਣੇ ਸ਼ੋਅ ਦੇ ਪ੍ਰੋਡਿਊਸਰ ਰੋਮਨਪ੍ਰੀਤ ਕੌਰ ਮੇਰੇ ਨਾਲ ਨੇ। ਰੋਮਨ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿਸਟਰ ਗਿੱਲ ਤੇ ਸਾਰੇ ਸਰੋਤਿਆਂ ਨੂੰ ਵੀ ਰੋਮਨਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੱਲੇ ਬੱਲੇ ਹੋਈ ਪਈ ਹੈ। ਤੇ ਆਪਣਾ ਰੱਖੜੀ ਦਾ ਕੰਟੈਸਟ ਕੀ ਹੈ? ਓਕੇ ਮਿਸਟਰ ਗਿੱਲ, ਆਪਣੇ ਰੱਖੜੀ ਦਾ ਕੰਟੈਸਟ ਇਹ ਆ, ਜਦੋਂ ਵੀ ਆਪਾਂ ਇੱਕ ਸਪੈਸੀਫਿਕ ਸਾਊਂਡ ਆ ਰੱਖੜੀ ਕੰਟੈਸਟ ਦੀ ਤੇ ਰੱਖੜੀ ਦਾ ਗਾਣਾ ਵਾ, ਜਦੋਂ ਵੀ ਪੂਰੇ ਦਿਨ ਦੇ ਵਿੱਚ ਉਹ ਗਾਣਾ ਜਦੋਂ ਵੀ ਵੱਜਦਾ ਵਾ ਤੇ ਸਰੋਤਿਆਂ ਨੇ ਕਾਲ ਕਰਨੀ ਆ 6042040600 ਤੇ ਜਿਹੜਾ ਵੀ 6ਵਾਂ ਕਾਲਰ ਹੋਊਗਾ ਉਹ ਫਾਈਨਲਿਸਟ ਹੋਊਗਾ। ਉਹਨਾਂ ਨੇ ਕਰਨਾ ਕੁਛ ਨਹੀਂ ਹੈਗਾ, ਬਸ ਇੱਕ ਯਾਦ ਸਾਂਝੀ ਕਰਨੀ ਆ ਆਪਣੇ ਭੈਣ ਜਾਂ ਫਿਰ ਭਰਾ ਦੇ ਨਾਲ। ਇਦਾਂ ਨਹੀਂ ਕਿ ਆਪਾਂ ਦੂਜੇ ਕਾਲਰਸ ਨੂੰ ਮੌਕਾ ਨਹੀਂ ਦੇਵਾਂਗੇ, ਉਹ ਵੀ ਆਪਣੀ ਗੱਲ ਕਰ ਸਕਦੇ ਨੇ, ਪਰ ਜਿਹੜਾ ਆਪਣਾ ਵਿਨਰ ਹੋਊਗਾ ਉਹ 6ਵਾਂ ਕਾਲਰ ਹੀ ਹੋਊਗਾ। 6ਵਾਂ ਕਾਲਰ ਤੇ ਫਿਰ ਉਹਨੇ ਯਾਦ ਸਾਂਝੀ ਕਰਨੀ ਆ ਆਪਣੀ ਭੈਣ ਦੀ, ਆਪਣੀ ਭੈਣ ਦੇ ਨਾਲ ਯਾਦ ਸਾਂਝੀ ਕਰਨੀ ਹੈ। ਤੇ ਜਿੰਨੇ ਵੀ ਆਪਣੇ ਹਲੇ ਤੱਕ ਫਾਈਨਲਿਸਟ ਹੋਏ ਨੇ ਤੇ ਜਿਹੜੇ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਤੇ 20 ਤਰੀਕ ਨੂੰ ਆਪਾਂ ਇੱਕ ਡਰਾਅ ਕਰਾਂਗੇ ਤੇ ਉਹ ਡਰਾਅ ਦੇ ਵਿੱਚੋਂ ਆਪਾਂ ਸਾਰੇ ਫਾਈਨਲਿਸਟ ਦਾ ਨਾਮ ਪਾ ਕੇ ਇੱਕ ਜਿਹੜਾ ਆਪਣਾ ਵਿਨਰ ਹੋਊਗਾ ਆਪਾਂ ਉਹ ਕੱਢਾਂਗੇ ਤੇ ਉਹਨਾਂ ਨੂੰ $500 ਮਿਲੂਗਾ ਡਾਕਟਰ ਹੈਰੀ ਤੰਜੂਨਾ ਵੱਲੋਂ ਸ਼ੁੱਕਰਵਾਰ। ਹਾਂਜੀ ਜੀ, ਸੁਣਾਈਏ ਫਿਰ ਗੀਤ। ਜ਼ਰੂਰ ਮਿਸਟਰ ਗਿੱਲ, ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। 6ਵੇਂ ਕਾਲਰ ਨੂੰ ਯਾਦਾਂ ਮੈਂ ਸਾਰਿਆਂ ਤੋਂ ਪੁੱਛਣੀਆਂ ਨੇ, 1 ਤੋਂ ਲੈ ਕੇ 6 ਤੱਕ। 6 ਨੰਬਰ ਵਾਲੇ ਦੱਸਣਗੇ ਤੇ ਵੀ ਕਿਹੜੇ 6 ਨੰਬਰ ਤੇ ਕਾਲਰ ਨੇ, ਫਿਰ ਉਹਨਾਂ ਦਾ ਫਾਈਨਲ ਕੰਟੈਸਟ ਦੇ ਵਿੱਚ ਜਿਹੜਾ ਉਹਨਾਂ ਦਾ ਜਦ ਪਾਇਆ ਜਾਣਾ ਤੇ ਉਸ ਤੋਂ ਬਾਅਦ ਫਿਰ $500 ਤੁਸੀਂ ਜਿੱਤ ਸਕਦੇ ਹੋ। ਅੱਛਾ, ਸਭ ਤੋਂ ਪਹਿਲਾਂ ਵਿਨੇ ਕੰਤ ਜੀ ਨੇ। ਵਿਨੇ ਉਹਨਾਂ ਤੋਂ ਪੁੱਛਦੇ ਆ ਕਿ ਨੰਬਰ 1 ਤੇ ਨੇ ਉਹ, ਹਲੇ ਨੰਬਰ 6 ਤੇ ਆਉਣਾ ਹੈ ਜਿਨ੍ਹਾਂ ਨੇ, ਉਹਨਾਂ ਤੋਂ ਅਲੱਗ ਪੁੱਛਾਂਗੇ। ਵਿਨੇ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਕੰਤ ਸਾਹਿਬ ਇਹ ਦੱਸੋ ਜੀ ਕਿ ਭੈਣ ਦੀ ਕੋਈ ਯਾਦ? ਭੈਣ ਦੇ ਨਾਲ ਤੇ ਜੀ ਬਹੁਤ ਯਾਦਾਂ ਨੇ। ਸਾਡਾ ਉਮਰ ਦਾ ਵੀ ਕੁਝ ਖਾਸ ਫਰਕ ਨਹੀਂ, 1 ਸਾਲ ਦਾ ਹੀ ਆ ਤੇ ਆਣੀ ਆ ਬਿਲਕੁਲ। ਤੇ ਘਰਦਿਆਂ ਤੋਂ ਪਹਿਲਾਂ ਮਤਲਬ ਜਿਹੜੀ ਜ਼ਿਆਦਾ ਅੰਡਰਸਟੈਂਡਿੰਗ ਉਹ ਭੈਣ ਦੇ ਨਾਲ ਹੀ ਆ। ਵੈਰੀ ਗੁੱਡ। ਇੱਕ ਹੈਗੀ ਹੈ ਜੀ ਯਾਦ, ਨਿੱਕੇ ਹੁੰਦਿਆਂ ਦੀ ਉਹਨੇ ਨਵਾਂ ਸਾਈਕਲ ਚਲਾਉਣਾ ਸਿੱਖਿਆ ਸੀਗਾ ਤੇ ਮੈਂ ਜਿੱਦ ਕਰਕੇ ਮਗਰ ਬਹਿ ਗਿਆ ਉਹਦੇ ਸਾਈਕਲ ਦੇ। ਮੈਂ ਕਿਹਾ ਚੱਲ ਮੈਂ ਵੀ ਝੂਟਾ ਲੈਣਾ ਤੇਰੇ ਨਾਲ, ਕਿਉਂਕਿ ਮੈਨੂੰ ਨਹੀਂ ਸੀ ਆਉਂਦਾ। ਤੇ ਉਹ ਸਾਡੇ ਦੁੱਧ ਪਾਉਣ ਆਉਂਦੀ ਸੀ ਲੇਡੀ, ਤੇ ਉਹਦੀਆਂ ਲੱਤਾਂ ਜਾ ਕੇ ਉਹਨੇ ਮਾਰਿਆ ਤੇ ਲੇਡੀ ਨੇ ਵੇਖਿਆ ਨਹੀਂ ਕਿਹਦਾ ਜਵਾਕ ਕਹਿੰਦਾ ਨਹੀਂ, ਉਹਨੇ ਚੱਕ ਕੇ ਥੱਪੜ ਮਾਰਿਆ ਮੂੰਹ ਤੇ ਉਹ ਵਿਚਾਰੀ ਉੱਥੇ ਸਾਈਕਲ ਸੁੱਟ ਕੇ ਮਗਰ ਰੋਂਦੀ ਗਈ। ਮੈਂ ਵੀ ਮਗਰ ਰੋਂਦਾ, ਮੈਂ ਵੀ ਘਰ ਪਹੁੰਚ ਗਿਆ। ਅਜੇ ਵੀ ਇਸੇ ਗੱਲ ਤੋਂ ਛੇੜਦਾ ਕਿ ਹਾਂ ਵੀ ਤੈਨੂੰ ਸਾਈਕਲ ਨਹੀਂ ਸੀ ਉਦੋਂ ਚਲਾਉਣਾ ਆਉਂਦਾ। ਜਿਹਦੇ ਵਾਸਤੇ ਰਹੋ ਵਿਨੇ ਜੀ, ਤੁਸੀਂ ਹਲੇ ਨੰਬਰ ਪਹਿਲੇ ਤੇ ਸੀ, ਫੇਰ ਟਰਾਈ ਕਰਨਾ ਇੱਕ ਵਾਰ। ਸਰ ਰਣਜੀਤ ਸਿੰਘ ਲਾਈਨ ਨੰਬਰ 2।
ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਦੀ ਕੋਈ ਯਾਦ? ਯਾਦਾਂ ਦੇ ਬਥੇਰੀਆਂ, ਉਹ ਤੋਂ ਨੰਬਰ ਦੂਜਾ ਆ ਗਿਆ। ਪਰ ਕੋਈ ਯਾਦ ਤਾਂ ਸੁਣਾਉਣੀ ਪਊ ਫਿਰ ਹੁਣ। ਨਹੀਂ, ਹੁਣ ਦੁਬਾਰਾ ਕਰਾਂਗੇ। ਚਲੋ ਠੀਕ ਹੈ, ਠੀਕ ਹੈ, ਠੀਕ ਹੈ। ਸਰ ਜਸਵਿੰਦਰ ਸਿੰਘ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਬਾਈ। ਬਾਈ ਜੀ ਸਤਿ ਸ਼੍ਰੀ ਅਕਾਲ। ਦੌਦਰੀਆ ਭੈਣ ਦੀ ਕੋਈ ਯਾਦ? ਹਾਂਜੀ, ਜਿਆਦਾ ਭੈਣ ਨਾਲ ਜੁੜੀਆਂ ਬਹੁਤ ਜ਼ਿਆਦਾ ਆ ਜੀ। ਹਾਂਜੀ ਹਾਂਜੀ ਹਾਂਜੀ। ਇੱਕ ਸੁਣਾਓ। ਹਾਂਜੀ, ਇੱਕ ਕੋਈ ਸੁਣਾਓ। ਜੀ ਛੋਟੇ ਹੁੰਦੇ ਸੀਗੇ ਜੀ, ਬਾਈ ਜੀ ਨੂੰ ਪਹਿਲਾਂ ਦੱਸ ਗਏ, ਸਾਈਕਲ ਘਰੇ ਇੱਕੋ ਹੀ ਹੁੰਦਾ ਸੀ ਜੀ। ਹਾਂ, ਭੈਣ ਮੇਰੇ ਤੋਂ ਵੱਡੀ ਸੀ ਤੇ ਉਦੋਂ ਕੈਂਚੀ ਚਲਾਉਂਦੇ ਹੁੰਦੀ, ਉਹ ਕਹਿੰਦੇ ਮੈਂ ਚਲਾਉਣਾ, ਮੈਂ ਕਹਿੰਦੀ ਮੈਂ ਚਲਾਉਣਾ। ਹਾਂ, ਫਿਰ ਜੀ ਮੈਂ ਚਲਾਉਣ ਲੱਗ ਗਿਆ ਤੇ ਫਿਰ ਨਾ ਹੀ ਖੇੜਾ ਛੱਡਿਆ, ਫਿਰ ਬਾਪੂ ਨੇ ਸਰਵਿਸ ਕੀਤੀ। ਸਰਾਜ, ਥੈਂਕ ਯੂ। ਸਰਾਜ ਜਸਵੀਰ ਸਿੰਘ ਸਿੱਧੂ ਦੌਦਰ ਤੋਂ ਬਹੁਤ ਨਿੱਘੇ ਮਿੱਤਰ ਨੇ ਸਾਡੇ, ਡਾਕਟਰ ਮੀਤਾ ਹੋਣੀ, ਦੋਨੇ ਭਰਾ ਨੇ। ਤੇ ਬਾਈ ਜੀ ਜਿਉਂਦੇ ਰਹੋ। ਲੇਲ ਸਾਹਿਬ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਡਾ ਨੰਬਰ 4 ਪਰ ਯਾਦ ਕੋਈ ਭੈਣ ਜੀ ਦੀ? ਭੈਣ ਦੀਆਂ ਯਾਦਾਂ ਜੀ, ਭੈਣ ਇੱਕ ਤਾਂ ਮੇਰੀ ਪਹਿਲਾਂ ਉਹ ਚਿਰ ਤੋਂ ਦੇਰ ਤੋਂ ਉਹਦੀ ਡੈਥ ਹੋ ਗਈ ਸੀਗੀ। ਅੱਛਾ। ਹਾਂਜੀ, ਉਹ 28 ਸਾਲ ਦੀ ਉਮਰ ਚੜਾਈ ਕਰ ਗਈ ਸੀਗੀ। ਉਹਦੀ ਯਾਦਾਂ ਤਾਂ ਮੈਨੂੰ ਹਲੇ ਤੱਕ ਹੀ ਆ ਨਾ। ਅੱਛਾ। ਉਹਨੇ ਬਹੁਤ ਮੈਨੂੰ ਪਿਆਰ ਦੇ ਨਾਲ ਰਾਜ, ਮੈਂ ਛੋਟਾ ਸੀ ਉਸ ਤੋਂ, ਇੱਕ ਮੇਰੇ ਤੋਂ ਛੋਟੀ ਆ, ਮੈਂ ਗਵਲਾ ਸੀ। ਹਾਂ। ਤੇ ਉਹਨੇ ਮੈਨੂੰ ਕਦੀ ਵੀ ਕੋਈ ਭਾਰਾ ਕੰਮ ਨਹੀਂ ਸੀ ਕਰਨ ਦਿੰਦੀ ਹੁੰਦੀ, ਕਹਿੰਦਾ ਚੱਕ ਲੈ, ਮੈਂ ਚੁਕਾਉਣੀ ਤੇ ਮੈਂ ਚੱਕ ਲਿਆ। ਵਾਹ। ਬਹੁਤ ਜਾਣੀ ਉਹ ਮੇਰੇ ਨਾਲ ਏਦਾਂ ਉਹਦਾ ਨਿੱਘਾ ਪਿਆਰ ਸੀ। ਹਲੇ ਤੱਕ ਉਹਦੇ ਬੱਚਿਆਂ ਤੋਂ ਮੈਨੂੰ ਉਦਾਂ ਹੀ ਲੱਗਦੇ ਆ, ਉਹ ਮੈਨੂੰ ਯਾਦ ਆ ਜਾਂਦੀ ਹਲੇ ਵੀ ਨਾ ਉਹਦੀ। ਜਿਉਂਦੇ ਰਹੋ। ਛੋਟੀ ਮੇਰੀ ਭੈਣ ਆ, ਉਹ ਵੀ ਮੇਰੇ ਭਰਾਵਾਂ ਵਾਂਗੂ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀ ਆ। ਵਾਹ। ਤਾਂ ਅਸੀਂ ਹੁਣ ਵੀ ਮੇਰਾ ਪਿੱਛੇ ਜਿਹੜਾ ਸਾਰਾ ਕਾਰੋਬਾਰ ਆ, ਮੇਰੀ ਛੋਟੀ ਭੈਣ ਹੀ ਸਾਂਭਦੀ, ਮੇਰੀ ਜ਼ਮੀਨ ਚ ਵਾਹ ਜੋ ਵੀ ਆ ਮੈਨੂੰ। ਹਾਂਜੀ, ਮੈਂ ਉਹਨੂੰ ਆਪਣਾ ਭਰਾ ਹੀ ਸਮਝਦਾ ਛੋਟਾ, ਕਿਉਂ ਮੇਰਾ ਜਿੰਨਾ ਵੀ ਘਰ ਦਾ ਕਾਰੋਬਾਰ ਆ ਆਪਣਾ, ਉਹ ਸਾਰਾ ਉਹਦੇ ਸਿਰ ਤੇ ਚੱਲਦਾ ਨਾ। ਭਾਈ ਦਾ ਦਰ ਖੁੱਲਾ ਭੈਣ ਦੇ ਕਰਕੇ। ਹਾਂਜੀ, ਉਹ ਮੇਰੇ ਘਰ ਬੈਠੀ ਆ, ਮੇਰਾ ਘਰ ਖੋਲ ਕੇ ਬੈਠੀ ਆ ਜੀ ਉਹ। ਵਾਹ ਵਾਹ ਵਾਹ। ਹਾਂਜੀ, ਮੈਂ ਉਹਨੂੰ ਕਹਿੰਦਾ ਵੀ ਤੂੰ ਜੋ ਹੈਗਾ ਜਿੱਦਾਂ ਵੀ ਤੇਰਾ ਹੀ ਸਾਰਾ ਕੁਝ। ਉਹ ਕਹਿੰਦੀ ਨਹੀਂ, ਮੈਂ ਨਹੀਂ ਇਹ ਹੈਗਾ ਵੀ ਤੂੰ ਆਪਣਾ ਸਾਂਭ। ਮੈਂ ਕਿਹਾ ਹੁਣ ਮੈਂ ਤਾਂ ਉੱਥੋਂ ਮੁੜਨਾ ਨਹੀਂ ਹੈਗਾ, ਮੇਰਾ ਤਾਂ ਉੱਥੇ ਡੇਰਾ ਲੱਗ ਗਿਆ, ਤੂੰ ਇਹਨੂੰ ਜਿੱਦਾਂ ਮਰਜ਼ੀ ਚਲਾ ਨਾ ਚਲਾ ਨਾ। ਉਹ ਜੋ ਕਹਿੰਦੀ ਆ ਮੈਂ ਉਹਨੂੰ ਉਹੀ। ਹਾਂਜੀ, ਥੈਂਕ ਯੂ ਸਰ। ਕੁਲਵੀਰ ਸਿੰਘ ਲੇਲ ਗੱਲਬਾਤ ਕਰ ਰਹੇ ਸੀ। ਸਰ ਜਸਵਿੰਦਰ ਸਿੰਘ 5 ਨੰਬਰ, ਤੁਸੀਂ ਕਾਲਰ ਹੋ ਜੀ। ਭੈਣ ਜੀ ਦੀ ਕੋਈ ਯਾਦ? ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਭੈਣਾਂ ਤੇ ਹਰ ਸਾਲ ਯਾਦ ਆਉਂਦੀਆਂ ਜੀ, ਜਦੋਂ ਦੋ ਭੈਣਾਂ ਤੇ ਇੱਕ ਮੇਰੀ ਅਮਰੀਕਾ ਜੀ ਤੇ ਇੱਕ ਇੰਡੀਆ। ਵਾਹ। ਤੇ ਮਿਸ ਕਰਦੇ ਆ ਜੀ, ਉਹ ਰੱਖੜੀ ਨੂੰ ਮਿਸ ਕਰਦੇ ਆ। ਜਦੋਂ ਉੱਥੇ ਤੇ ਹੁੰਦੇ ਆ, ਉਹਨੂੰ ਰੱਖੜੀਆਂ ਭੇਜ ਤੇ ਦਿੰਦੀਆਂ ਬਾਈ ਪੋਸਟ, ਪਰ ਜਿਹੜੀ ਪਰਸਨਲੀ ਭੇਜੀ ਜਾਵੇ ਉਹਦਾ ਕੋਈ ਖਾਸ ਹੀ ਗ੍ਰੈਟੀਟਿਊਡ ਹੁੰਦਾ ਜੀ। ਬਹੁਤ ਵਧੀਆ ਗੱਲ ਹੈ ਸਰ ਜੀ ਜਸਵਿੰਦਰ ਸਿੰਘ ਜੀ, ਥੈਂਕ ਯੂ। ਤੇ 6ਵੇਂ ਅੱਜ ਦੇ ਕਾਲਰ ਨੇ ਸਰਦਾਰ ਰਣਜੀਤ ਸਿੰਘ। ਰਣਜੀਤ ਸਿੰਘ ਜੀ ਵਧਾਈਆਂ ਤੁਹਾਨੂੰ, ਸਤਿ ਸ੍ਰੀ ਅਕਾਲ। ਥੈਂਕ ਯੂ। ਹਾਂਜੀ। ਅੱਛਾ, ਭੈਣ ਜੀ ਦੀ ਯਾਦ ਕੋਈ? ਹਾਂਜੀ ਜੀ, ਸਕੂਲ ਨੂੰ ਸਾਈਕਲ ਦੇ ਲੈ ਕੇ ਜਾਂਦੀ ਸੀ। ਵਾਹ ਵਾਹ ਵਾਹ। ਹੋਲਡ ਕਰਿਓ ਤੁਸੀਂ, ਤੇ ਤੁਹਾਡੇ ਨਾਲ ਤੁਹਾਡੀ ਜਾਣਕਾਰੀ ਲੈਣੀ ਹੈ ਹੁਣੇ। ਸਰਦਾਰ ਰਣਜੀਤ ਸਿੰਘ ਉਹਨਾਂ ਨੇ ਗੱਲ ਸਿੱਧੀ ਕਹਿਤੀ, ਕਹਿੰਦੇ ਸਕੂਲ ਨੂੰ ਸਾਈਕਲ ਤੇ ਲੈ ਕੇ ਜਾਂਦੇ ਹੁੰਦੇ ਸੀ। ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦਾ। ਤੁਸੀਂ ਸਾਰਿਆਂ ਨੇ ਗੱਲਬਾਤ ਕੀਤੀ, ਪਰ ਇੱਕ ਕਾਲਰ ਹੋਰ ਸਾਡੇ ਪ੍ਰਿੰਸ ਜਾਰਜ ਤੋਂ ਸਰਦਾਰ ਭੁਲਿੰਦਰਪਾਲ ਸਿੰਘ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਯਾਦ ਕੋਈ? ਜਿਹੜਾ $500 ਦਾ ਇਨਾਮ ਆ ਜੀ, ਮੈਨੂੰ ਐ ਲੱਗਦਾ ਵੀ ਜਦੋਂ ਮੈਂ ਸਾਰਿਆਂ ਦੀ ਗੱਲਾਂ ਸੁਣਦਾ ਨਾ, ਜਦੋਂ ਕੋਈ ਭੈਣ ਦਾ ਟੌਪਿਕ ਚੱਲਦਾ ਜਾਂ ਕਿਸੇ ਇਹੋ ਜਿਹੀ ਚੀਜ਼ ਦਾ, ਮੈਨੂੰ ਲੱਗਦਾ ਮੈਨੂੰ ਜਿੱਤਣ ਕੰਪੀਟੀਸ਼ਨ 'ਚ ਭਾਗ ਲੈਣ ਦੀ ਲੋੜ ਨਹੀਂ। ਮੈਨੂੰ ਇੰਨਾ ਸਕੂਨ, ਇੰਨਾ ਸਵਾਦ ਮਿਲਦਾ ਗੱਲਾਂ ਸੁਣ ਕੇ। ਵਾਹ। ਕਿਉਂਕਿ ਅਸੀਂ ਦੋ ਭਰਾ ਹੀ ਸੀਗੇ ਜੀ, ਫਿਰ ਅਸੀਂ ਸਮਝ ਨਹੀਂ ਸਕਦੇ, ਨਾ ਮੈਂ ਕੋਈ ਬਣਾ ਕੇ ਗੱਲ ਕਹਿ ਸਕਦਾ ਫੋਨ ਤੇ ਮੈਂ ਤਾਂ ਬਸ ਮਹਿਸੂਸ ਹੀ ਕਰ ਸਕਦਾ ਜੀ। ਮੈਂ ਤਾਂ ਹੀ ਫੋਨ ਕੀਤਾ, ਨਹੀਂ ਮੈਨੂੰ ਐ ਸੀ ਵੀ ਮੈਂ ਕੀ ਕਹੂੰਗਾ, ਮੈਂ ਫੋਨ ਕਰਕੇ ਕੀ ਝੂਠ ਤੂਫਾਨ ਮਾਰੂੰਗਾ। ਇਸੇ ਤਰ੍ਹਾਂ ਮੈਂ ਬੈਠਾ ਤੁਹਾਡੇ ਵਾਂਗੂ, ਜਦ ਭੈਣ ਸਕੀ ਨਹੀਂ ਹੁੰਦੀ ਦੱਸ ਨਹੀਂ ਹੁੰਦਾ। ਹਾਂ, ਸਾਰੇ ਫੋਨ ਕਰਿਆ ਕਰੋ, ਸਾਨੂੰ ਤਾਂ ਇੰਨਾ ਸਵਾਦ ਆਉਂਦਾ ਨਾ ਮੈਨੂੰ, ਵੀ ਜਿਹੜਾ ਬੰਦਾ ਨਹੀਂ ਹੁੰਦਾ ਜਿਹੜੀ ਚੀਜ਼, ਫਿਰ ਵਧੀਆ ਲੱਗਦਾ ਸੁਣ ਕੇ ਸਾਰਿਆਂ ਦੀਆਂ ਗੱਲਾਂ। ਥੈਂਕ ਯੂ ਬਾਈ ਜੀ, ਥੈਂਕ ਯੂ। ਬਿਲਕੁਲ, ਜਦ ਸਕੀ ਭੈਣ ਨਹੀਂ ਹੁੰਦੀ ਉਹਦਾ ਮਹਿਸੂਸ ਕਰਨਾ ਜਿਹੜਾ ਬਹੁਤ ਔਖਾ ਹੈ ਉਸਨੂੰ। ਤੇ ਜਦ ਭੈਣ ਹੈ ਤਾਂ ਭਾਈ ਤੇ ਭੈਣ ਦੋਨੇ ਪ੍ਰੋਟੈਕਟਡ ਨੇ। ਭੈਣ ਬੜੀ ਹੋਵੇ ਛੋਟੀ ਹੋਵੇ, ਭਾਈ ਵੱਲ ਝਾਕਣ ਨਹੀਂ ਦਿੰਦੀ, ਨਾ ਮਾਪਿਆਂ ਨੂੰ ਨਾ ਕਿਸੇ ਨੂੰ। ਇਹ ਤੁਸੀਂ ਵੇਖੋਗੇ ਜਦ, ਫੇਰ ਪਤਾ ਲੱਗਦਾ। ਜਦ ਤੁਹਾਡੇ ਆਪਣੇ ਸਿਸਟਰ ਨਹੀਂ, ਤੁਹਾਨੂੰ ਪਤਾ ਨਹੀਂ ਲੱਗਦਾ। ਪੀੜ੍ਹੀਆਂ ਕਈ ਵਾਰ ਸੁਣਨੀਆਂ ਚਲੇ ਜਾਂਦੀਆਂ ਨੇ, ਫੇਰ ਕਿਤੇ ਦਾਤਾ ਕਿਰਪਾ ਕਰਦਾ ਹੈ, ਘਰ ਦੀ ਦੇਹਲੀ ਜਿਹੜੀ ਸੁਣਨੀ ਆ ਉਹ ਭਰਦੀ ਹੈ, ਫਿਰ ਪਤਾ ਲੱਗਦਾ ਵੀ ਧੀ ਹੁੰਦੀ ਕੀ ਹੈ।
ਤੇ ਇਹ ਬਹੁਤ ਔਖਾ ਕੰਮ ਹੈ। ਅਰਦਾਸਾਂ ਕਰਨੀਆਂ ਪੈਂਦੀਆਂ ਨੇ ਤਾਂ ਧੀ ਦੀ ਦਾਤ ਮਿਲਦੀ ਹੈ ਕਿਤੇ ਜਾ ਕੇ, ਫਿਰ ਪਰਿਵਾਰ ਤੁਹਾਡਾ ਸੰਪੂਰਨ ਹੁੰਦਾ। ਤੇ ਜਿਹੜੇ ਘਰ ਦੇ ਵਿੱਚ ਧੀ ਹੈ ਨਹੀਂ, ਉਹ ਘਰ ਹੈ ਤਾਂ ਦਾਤੇ ਦੀ ਮਿਹਰ ਹੈ, ਪਰ ਉਹ ਘਰ ਸੁੰਨਾ ਰਹਿੰਦਾ। ਜਦ ਧੀ ਘਰ ਦੇ ਵਿੱਚ ਜੰਮਦੀ ਹੈ ਤੇ ਫਿਰ ਭਾਗ ਵੀ ਨਾਲ ਹੀ ਆਉਂਦੇ, ਇਹ ਵੀ ਸੱਚ ਹੈ। ਹੁਣ ਸਰਦਾਰ ਅਜੇਪਾਲ ਸਿੰਘ ਬਰਾੜ ਉੱਘੇ ਮਾਹਰ ਨੇ ਭੂ ਰਾਜਨੀਤੀ ਦੇ, ਤੇ ਖਾਸ ਤੌਰ ਤੇ ਏਸ਼ੀਆ ਦੇ ਵਿੱਚ ਬਦਲਦੇ ਹਾਲਾਤ ਕੀ ਨੇ, ਹਿਸਟਰੀ ਕੀ ਹੈ, ਤਵਾਰੀਖਾਂ ਕੀ ਨੇ, ਤਹਿਰੀਕਾਂ ਸੰਘਰਸ਼ ਕਿਵੇਂ ਉੱਠਦੇ ਨੇ, ਤਾਲਿਬਾਨਾਂ ਦਾ ਕੰਟਰੋਲ ਕਰਨਾ, ਸਤੰਬਰ ਦੀ ਗੱਲ ਕੁਝ ਹੀ ਦਿਨਾਂ 'ਚ ਹੋ ਜਾਣੀ। ਮੁੱਲਾ ਬਰਾਦਰ ਦਾ ਪਿਛਲੇ 3 ਸਾਲਾਂ ਤੋਂ ਦਫ਼ਤਰ ਲੈ ਕੇ ਦੋਹਾ 'ਚ ਬਹਿਣਾ, ਉਹ ਨਹੀਂ ਕਿਸੇ ਨੂੰ ਪਤਾ ਵੀ ਇਹ ਨੈਗੋਸੀਏਸ਼ਨ ਕਿਵੇਂ ਹੋਈਆਂ। ਜਹਾਜ਼ ਦੇ ਪਿੱਛੇ ਭੱਜਦੇ ਅਫਗਾਨਿਸਤਾਨ ਦੇ ਲੋਕਾਂ ਦੀ ਗੱਲ, ਜਿਹੜੀ ਤਾਲਿਬਾਨ ਦੀ ਬਰੂਟੈਲਿਟੀ ਦੀ ਗੱਲ ਕਰ ਰਹੇ ਨੇ ਕਿ ਜ਼ੁਲਮ ਹੋਏਗਾ। ਅਸ਼ਰਫ ਗਾਨੀ ਦੀ ਕੋਈ ਨਹੀਂ ਗੱਲ ਕਰ ਰਿਹਾ, ਜਿਹੜਾ 3 ਲੱਖ ਫੌਜਾਂ ਦਾ ਮਾਲਕ ਸੀ, ਜਿਹੜਾ ਨਿਆਰੀਆਂ ਛਕਦਾ ਰਿਹਾ, ਪੈਲਸ 'ਚ ਬੈਠ ਕੇ ਨਜ਼ਾਰੇ ਲੈਂਦਾ ਰਿਹਾ, ਤੇ ਉਹਦੀ ਜ਼ਿੰਮੇਵਾਰੀ ਕੋਈ ਨਹੀਂ। ਨੈਟੋ ਦੇ ਸੈਕਟਰੀ ਜਨਰਲ ਨੇ ਹੁਣੇ ਕਿਹਾ, ਕਹਿੰਦਾ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਸੀ ਜਿਹੜਾ ਭੱਜਿਆ। ਉਹ ਕਿਉਂ ਭੱਜਿਆ? ਅਫਗਾਨ ਲੀਡਰਸ਼ਿਪ ਫੇਲ ਹੋਈ ਹੈ ਬਿਲਕੁਲ। ਜੈਨਸ ਸਟੋਲਨਬਰਗ ਨੇ ਹੁਣੇ ਗੱਲ ਕੀਤੀ ਹੈ, ਸੈਕਟਰੀ ਜਨਰਲ ਨੇ। ਤੇ ਸਰਦਾਰ ਅਜੇਪਾਲ ਸਿੰਘ ਬਰਾੜ ਨੂੰ ਤੇ ਕੁਝ ਗੱਲਾਂ ਇਹ ਵੀ ਚੱਲੀਆਂ ਕਿ ਸਿੱਖ ਸੰਘਰਸ਼ ਜਿਹੜਾ ਚੱਲਿਆ 84 ਤੋਂ 92-93 ਤੱਕ, ਉਹਦੀਆਂ ਤਸ਼ਬੀਹਾਂ ਤਾਲਿਬਾਨਾਂ ਨਾਲ ਦਿੱਤੀਆਂ ਜਾ ਰਹੀਆਂ ਨੇ। ਨਖਿੱਧ ਲੋਕ, ਭਗੌੜੇ ਲੋਕ, ਜਿਹੜੇ ਚੰਡੀਗੜ੍ਹ ਦੀ ਬੁੱਕਲ 'ਚ ਬਹਿ ਕੇ ਜਾ ਕੇ ਪੰਜਾਬ ਦੇ ਪਹਿਆਂ ਤੇ ਬੀਹੀਆਂ ਦਾ, ਉਹਨਾਂ ਨੂੰ ਕੀ ਪਤਾ ਵੀ ਪੰਜਾਬ ਦੇ ਲੋਕਾਂ ਨੇ ਕਿਹੋ ਜਿਹਾ ਸਮਾਂ ਉਹ ਭੋਗਿਆ। ਕੋਈ ਉਹਨੂੰ ਗੋਲਡਨ ਟਾਈਮ ਕਹਿੰਦਾ ਹੈ, ਕੋਈ ਉਹਨੂੰ ਬਲੈਕ ਟਾਈਮ ਕਹਿੰਦਾ ਹੈ। ਸੋ ਅੱਜ ਗੱਲਬਾਤ ਸਰਦਾਰ ਅਜੇਪਾਲ ਸਿੰਘ ਬਰਾੜ ਨਾਲ ਕਰਾਂਗੇ। ਬਰਾੜ ਸਾਹਿਬ, ਸਵਾਗਤ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਰਾੜ ਸਾਹਿਬ, ਪਿਛਲੇ ਦਿਨੀ ਆਪਾਂ ਥੋੜ੍ਹਾ ਜਿਹਾ ਇਹ ਸੋਚਿਆ ਕਿ ਸਤੰਬਰ ਤੱਕ, ਉਹ ਜਿਸ ਦਿਨ ਆਪਾਂ ਗੱਲ ਕੀਤੀ, 8 ਸੂਬਿਆਂ ਦੀ ਰਾਜਧਾਨੀ ਤੇ ਕਬਜ਼ਾ ਸੀ, ਪਰ ਕੁਝ ਦਿਨਾਂ ਦੇ ਵਿੱਚ ਉਹ ਕਾਬਲ ਜਾ ਵੜੇ ਜੀ। ਇਹ ਇੰਨਾ ਛੇਤੀ ਕਿਉਂ ਹੋਇਆ? ਉਹਨਾਂ ਦੀ ਤੇਜ਼ੀ ਜਾਂ ਅਫਗਾਨਿਸਤਾਨ ਦੀਆਂ ਫੌਜਾਂ ਵੱਲੋਂ ਸਰੈਂਡਰ ਕਰਨਾ ਤੇ ਅਸ਼ਰਫ ਗਾਨੀ ਦਾ ਉੱਥੋਂ ਭੱਜਣਾ, ਇਹਦੇ ਕਰਕੇ ਛੇਤੀ ਉਹ ਕਾਬਲ ਆਏ? ਇਹ ਨਾ ਜੀ, ਆਪਣਾ ਜੇ ਆਪਾਂ ਵੈਸੇ ਐਕਸਪੈਕਟਡ ਹੀ ਸੀਗਾ ਕਿ ਉਹ ਆਏਂਗੇ, ਕਿਉਂਕਿ 2-3 ਸਿਨੈਰੀਓਜ਼ ਬਣਦੇ ਸੀਗੇ ਕਿ ਵੀ ਜੇ ਅਸ਼ਰਫ ਗਾਨੀ ਦੇ ਜਿਹੜੇ ਮਤਲਬ ਫੌਜ ਆ, ਜਾਂ ਜੀ ਅਫਗਾਨ ਨੈਸ਼ਨਲ ਫੌਜ ਜਿਹਨੂੰ ਉਹ ਕਹਿੰਦੇ ਸੀ, ਜੀ ਉਹ ਲੜਦੀ ਆ, ਤਾਂ ਸਿਵਲ ਵਾਰ ਦੀ ਸਿਚੁਏਸ਼ਨ ਬਣਦੀ ਸੀਗੀ। ਜਿਹੜੀ ਸਿਵਲ ਵਾਰ ਦੀ ਸਿਚੁਏਸ਼ਨ ਸੀ, ਉਹ ਸਿਰਫ ਅਮਰੀਕਾ ਦੇ ਹੀ ਪੱਖ 'ਚ ਜਾਂਦੀ ਸੀ। ਬਾਕੀ ਜਿੰਨੇ ਦੇਸ਼ ਆਸੇ ਪਾਸੇ ਸੀ, ਚਾਹੇ ਉਹ ਰੂਸ ਆ, ਤੇ ਚਾਹੇ ਉਹ ਚੀਨ ਆ, ਚਾਹੇ ਮਤਲਬ ਪਾਕਿਸਤਾਨ ਹੈ, ਸਾਰਿਆਂ ਦੇ ਉਹ ਪ੍ਰੋਬਲਮ ਆਉਂਦੀ ਸੀ ਕਿ ਉਹਦੇ 'ਚ ਉਹਨਾਂ ਨੂੰ ਇਹ ਸੀਗਾ ਕਿ ਜੇ ਸਿਵਲ ਵਾਰ ਹੋ ਜਾਂਦੀ ਹੈ ਤਾਂ ਸਾਡੇ ਜਿਹੜੇ ਉਹਨਾਂ ਦੇ ਮੁਫਾਦ ਹੈਗੇ ਆ ਉਹ ਠੀਕ ਨਹੀਂ ਰਹਿੰਦੇ, ਤੇ ਅਫਗਾਨ ਲੋਕਾਂ ਵਾਸਤੇ ਵੀ ਦਿੱਕਤ ਹੈਗੀ ਆ। ਸੋ ਇੱਕ ਬੈਕਡੋਰ ਡਿਪਲੋਮੈਸੀ ਹੋਈ, ਜਿਹਦੇ ਵਿੱਚ ਉਹ ਪਸ਼ਤੂਨ ਲੀਡਰ ਆ, ਜਿਹੜਾ ਇੱਕ ਅਸ਼ਰਫ ਗਾਨੀ ਹੈ ਗਿਆ, ਇਹ ਪਸ਼ਤੂਨ ਲੀਡਰ ਆ, ਤੇ ਜਿਹੜਿਆਂ ਨਾਲ ਦੂਜਿਆਂ ਨਾਲ ਉਹਨਾਂ ਦੀ ਗੱਲਬਾਤ ਹੋ ਗਈ। ਉਹ ਪਿਛਲੀ ਵਾਰ ਜਦੋਂ ਤਾਲਿਬਾਨ ਆਏ ਸੀ ਤਾਂ ਉਹਨਾਂ ਦੀ ਆਪਣਾ ਤਾਜਿਕਸ ਨਾਲ, ਜਿਹਨਾਂ ਦਾ ਲੀਡਰ ਮਸੂਦ ਸੀ, ਉਹਨਾਂ ਨਾਲ ਨਹੀਂ ਗੱਲਬਾਤ ਹੋਈ ਸੀ। ਕੁਛ ਹੋਰ ਨਾਰਥਰਨ ਅਲਾਇੰਸ ਜਿਵੇਂ ਹੈਗੀ ਆ, ਉਹਦੇ ਨਾਲ ਨਹੀਂ ਸੀਗੀ। ਤੇ ਉਹ ਐਤਕੀ ਵਾਰ ਉਹ ਚੀਜ਼ਾਂ ਨੂੰ ਤਾਲਿਬਾਨਾਂ ਨੇ ਵੀ ਸਮਝਿਆ, ਤੇ ਜਿਹੜੇ ਨੈਗੋਸ਼ੀਏਟ ਕਰਾ ਰਹੇ ਸੀ, ਜਿਨ੍ਹਾਂ ਦੇ ਇੰਟਰਸਟਸ ਇਨਵੋਲਵਡ ਸੀ, ਉਹਨਾਂ ਨੇ ਵੀ ਸਮਝਿਆ। ਸੋ ਸਾਰੀਆਂ ਆਸੇ ਪਾਸੇ ਦੀਆਂ ਇਨਵੋਲਵਡ ਸਟੇਕ ਹੋਲਡਰ ਦੇ ਇੰਟਰਸਟਸ ਪਲੱਸ ਜਿਹੜੇ ਅੰਦਰ ਵੇਰਿੰਗ ਜਿਹੜੀ ਅੱਡ ਲੜਦੇ ਸੈਕਸ਼ਨ ਹੈਗੇ ਆ, ਉਹਨਾਂ ਦੇ ਇੰਟਰਸਟਸ ਲੈ ਕੇ ਤੇ ਇੱਕ ਤਰ੍ਹਾਂ ਦਾ ਸਮਝੌਤਾ ਹੀ ਰੀਚ ਹੋਇਆ। ਤੁਸੀਂ ਵੇਖੋ ਬਹੁਤ ਤੇਜ਼ੀ ਨਾਲ ਉਹ ਵਧੇ ਆ। ਜਿੱਥੇ ਉਹ ਕੰਟਰੈਕਟਰਸ ਸੀਗੇ, ਉਹਨਾਂ ਦੀ ਫੌਜ, ਐਕਚੁਅਲੀ ਫੌਜ ਅਫਗਾਨ ਨੈਸ਼ਨਲ ਫੌਜ ਜਿਹੜੀ ਸੀ, ਉਹ ਠੇਕੇਦਾਰ ਹੀ ਹੁੰਦੇ ਸੀਗੇ, ਮਿਲਟਰੀ ਲੇਬਰ ਕੰਟਰੈਕਟਰਸ ਕਹਿੰਦੇ ਉਹਨਾਂ ਨੂੰ। ਪਹਿਲਾਂ ਅੰਗਰੇਜ਼ ਦੀ ਫੌਜ ਆਉਣ ਤੋਂ ਪਹਿਲਾਂ ਭਾਰਤ 'ਚ ਵੀ ਐਂ ਹੁੰਦਾ ਸੀਗਾ। ਤੇ ਇਹ ਉਹ ਜਿਹੜੇ ਸੀਗੇ ਉਹ ਸਾਰੇ ਭੱਜ ਗਏ ਜਾਂ ਬਦਲ ਗਏ, ਤੇ ਮੌਕੇ ਤੇ ਉਹ ਕਰਪਟ ਲੋਕ ਸੀਗੇ ਜੀ। ਤਾਂ ਸਰਕਾਰ ਜਿਹੜੀ ਬੈਠੀ ਸੀ ਉਹ ਕਰੰਬਲ ਹੋ ਗਈ ਜੀ, ਤੇ ਆਪਣਾ ਇੱਕ ਦੂਜੇ ਨਾਲ ਸਮਝੌਤਾ ਹੋਣ ਕਰਕੇ ਜਿਹੜੀਆਂ ਫਾਈਟਿੰਗ ਤਾਜਿਕ ਫੋਰਸਿਸ ਸੀਗੀਆਂ ਜਾਂ ਉਜ਼ਬੇਕ ਫੋਰਸਿਸ ਸੀ, ਉਹ ਕਿਤੇ ਵੀ ਨਹੀਂ ਲੜੀਆਂ। ਅੱਛਾ ਬਰਾੜ ਸਾਹਿਬ, ਅੱਜ ਦੇ ਤਾਲਿਬਾਨਾਂ ਨੂੰ ਵੇਖ ਕੇ ਇਹ ਚੀਜ਼ ਤੱਕ ਪਹੁੰਚਿਆ? 2010 'ਚ ਮੁੱਲਾ ਬਰਾਦਰ ਫੜ ਲਿਆ ਉਹਨਾਂ ਨੇ,
ਮੁੱਲਾ ਬਰਾਦਰ 18 ਚ ਹੌਲੀ ਦੇ ਕੇ ਕੱਢ ਕੇ ਦੋਹਾ ਚ ਦਫ਼ਤਰ ਚ ਬਿਠਾਤਾ ਲਿਆ ਕੇ, ਤੇ 3 ਸਾਲਾਂ ਬਾਅਦ ਉਹਨਾਂ ਨੇ ਰਾਜ ਕਰ ਲਿਆ। ਫਿਰ ਇਹ ਤਾਂ ਜਿਹੜਾ ਅੱਜ ਵੈਸਟਰਨ ਡੈਮੋਕ੍ਰੇਸੀ ਰੌਲਾ ਪਾ ਰਹੀ ਹੈ ਜੀ, ਤਾਲਿਬਾਨ ਬੁੱਚੜ ਨੇ, ਬਰੂਟਲ ਨੇ, ਉਹ ਤਾਂ ਬੰਦਾ 3 ਸਾਲ ਦਾ ਦੋਹੇ ਚ ਦਫ਼ਤਰ ਲਈ ਬੈਠਾ ਤੇ ਉਹਦੇ ਨਾਲ ਸਭ ਤੋਂ ਵੱਡੇ ਵਫਦ ਜਾ ਕੇ ਮੀਟਿੰਗਾਂ ਕਰਦੇ ਨੇ। ਇਹਦੇ ਬਾਰੇ ਵੀ ਸਮਝਾਓ ਜੀ, ਇਹ ਟ੍ਰਾਂਜੀਸ਼ਨ ਕਿਵੇਂ ਇੰਨੀ 3 ਸਾਲਾਂ ਚ ਕਿਵੇਂ ਹੋਈ? ਫਿਰ ਜਿਹੜਾ ਤਾਂ ਵੇਖੋ ਤਾਲਿਬਾਨਾਂ ਦਾ ਐਤਕੀ ਵਾਰ ਦਾ ਰਵੱਈਆ, ਹੁਣ ਜਿਵੇਂ ਅੱਜ ਉਹਨਾਂ ਨੇ ਇੱਕ ਐਮਨੈਸਟੀ ਡਿਕਲੇਅਰ ਕੀਤੀ, ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ 'ਚ ਅਸੀਂ ਕਿਸੇ ਨੂੰ ਵੀ ਪਿਛਲੇ ਕੋਈ ਕਾਨੂੰਨਾਂ ਜੋ ਉਹਨਾਂ ਨੇ ਕੀਤਾ ਜਾਂ ਹੋਇਆ ਜਾਂ ਕੁਛ ਆ ਉਹਦੇ ਤੇ ਟਰਾਈ ਨਹੀਂ ਕਰਾਂਗੇ। ਜਿਵੇਂ ਪਿਛਲੀ ਵਾਰ ਤਾਂ ਜਦੋਂ ਆਏ ਸੀ ਤਾਂ ਉਹਨਾਂ ਨੇ ਨਜੀਬੁੱਲਾ ਨੂੰ ਲੈਂਪ ਟੰਗ ਹੀ ਦਿੱਤਾ ਸੀ, ਫਾਹੇ ਲਾ ਕੇ ਲੈਂਪ ਪੋਸਟ ਨਾਲ, ਠੀਕ ਹੈ ਜੀ। ਪਰ ਐਤਕੀ ਵਾਰ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਜਾਂ ਉਹਨਾਂ ਦਾ ਜਿਹੜਾ ਜਿਸ ਤਰੀਕੇ ਨਾਲ ਉਹ ਚੱਲ ਰਹੇ ਆ, ਉਹ ਸ਼ਾਇਦ ਉਹ ਉਹਨਾਂ ਦਾ ਇਹ ਹੈ ਕਿ ਅਸੀਂ ਰਾਜ ਕਰਨਾ ਇੱਥੇ, ਹੈ ਨਾ, ਲੈਜੀਟੀਮੇਸੀ ਡਰਾ ਕਰਨੀ ਹੈ। ਤਾਂ ਉਹ ਧਾਰਮਿਕ ਆਈਡੀਓਲੋਜੀ ਨੂੰ ਜਿਸ ਤਰੀਕੇ ਨਾਲ ਇੰਟਰਪ੍ਰੇਟ ਕਰ ਰਿਹਾ, ਉਹਦੇ ਵਿੱਚ ਡਿਫਰੈਂਸ ਹੈਗਾ ਪਿਛਲੀ ਵਾਰ ਨਾਲੋਂ। ਉਹ ਮੇਜਰ ਡਿਫਰੈਂਸ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਉਹ ਇਹ ਹੈ ਕਿ ਪਿਛਲੀ ਵਾਰ ਵੀ ਉਹ ਕੋਈ ਆਈਡੀਓਲੋਜੀਕਲੀ ਇੰਨੇ ਸਟਰੋਂਗ ਨਹੀਂ ਸੀਗੇ, ਪਰ ਜਿਹੜੇ ਉਹਨਾਂ ਦੇ ਡੋਨਰ ਸੀਗੇ, ਜਿਹੜੇ ਉਹਨਾਂ ਨੂੰ ਫੰਡ ਕਰ ਰਹੇ ਸੀ ਜਿਹੜੇ ਲੋਕ, ਉਹ ਬੜੇ ਜਿਵੇਂ ਸਾਊਦੀ ਅਰੇਬੀਆ ਫੰਡ ਕਰ ਰਿਹਾ ਸੀ, ਹੋਰ ਉਸ ਤਰ੍ਹਾਂ ਦੀਆਂ ਕੰਟਰੀਜ਼ ਉਹਨਾਂ ਨੂੰ ਫੰਡ ਕਰ ਰਹੀਆਂ ਸੀ ਜਿਹੜੀਆਂ ਕਿ ਬਹੁਤ ਹਾਰਡ ਕੋਰ ਵਹਾਬੀ ਇਸਲਾਮ ਲਿਆਉਂਦੀਆਂ ਸੀ। ਐਤਕੀ ਵਾਰ ਉਹ ਇਵੋਲਵ ਹੋ ਚੁੱਕੇ ਸੀ, ਉਹਨਾਂ ਨੂੰ ਸਮਝ ਆ ਚੁੱਕੀ ਸੀ ਕਿ ਵੀ ਅਸੀਂ ਪਿਓਰਲੀ ਇਸਲਾਮਿਕ ਆਈਡੀਓਲੋਜੀ ਤੇ ਨਹੀਂ ਲੜਨਾ, ਅਸੀਂ ਆਪਦੀ ਅਫਗਾਨ ਜਾਂ ਪਸ਼ਤੂਨ ਆਇਡੈਂਟੀਟੀ ਦਾ ਤੇ ਧਰਮ ਦਾ ਇੱਕ ਸੁਮੇਲ ਬਣਾ ਕੇ ਅਸੀਂ ਆਪਦੀ ਇੱਥੇ ਖਿੱਤੇ ਤੇ ਰਾਜ ਕਾਇਮ ਕਰਨਾ ਹੈ। ਉਹ 20 ਸਾਲ ਦੀ ਜਿਹੜੀ ਲਰਨਿੰਗ ਆ, ਜਿਹਦੇ ਚ ਐਵੋਲੂਸ਼ਨ ਆ, ਰਾਦਰ ਮੈਂ ਤਾਂ ਇਹ ਕਹੂੰਗਾ ਕਿ 1980 ਤੋਂ ਹੀ ਉਹ ਸਿੱਖਦੇ ਆ ਰਹੇ, 79 ਤੋਂ ਹੀ। ਤੀਜੀ ਚੌਥੀ ਪੀੜ੍ਹੀ ਲੜਾਕਿਆਂ ਦੀ ਆ ਉਹਨਾਂ ਦੀ, ਤੇ ਇਹ ਤੀਜੀ ਪੀੜ੍ਹੀ ਤੱਕ ਆਉਂਦੇ ਉਹ ਗੱਲ ਨੂੰ ਸਮਝ ਗਏ ਕਿ ਸਾਨੂੰ ਆਪਦੇ ਇੰਟਰਸਟ, ਜਿਹੜੇ ਸਾਡੇ ਲੋਕਾਂ ਦੇ ਇੰਟਰਸਟ ਆ, ਪਲੱਸ ਸਾਡੇ ਧਾਰਮਿਕ ਤਰੀਕਿਆਂ ਨੂੰ ਸੁਮੇਲ ਬਣਾ ਕੇ ਇੱਕ ਨਵੀਂ ਆਪਣਾ ਰਾਜ ਕਾਇਮ ਕਰਨਾ ਪਊਗਾ, ਜਾਂ ਇੱਕ ਨਵੀਂ ਆਈਡੀਓਲੋਜੀ ਦੇ ਰੂਪ ਚ ਆਉਣਾ ਪਊ, ਜਿਹੜੀ ਪ੍ਰੈਗਮੈਟਿਕ ਹੋਊਗੀ, ਜਿਹੜੀ ਕਿ ਪ੍ਰੈਕਟੀਕਲੀ ਸਹੀ ਹੋਊਗੀ। ਉਹਦੇ ਨਾਲ ਹੀ ਅਸੀਂ ਚੱਲ ਸਕਦੇ ਹਾਂ ਜੀ। ਉਹਦੇ ਵਿੱਚ ਆਪਾਂ ਦੇਖੀਏ ਤਾਂ ਅੱਜ ਉਹਨਾਂ ਨੇ ਔਰਤਾਂ ਨੂੰ ਵੀ ਵੈਲਕਮ ਕੀਤਾ ਕਿ ਵੀ ਆਓ ਤੁਸੀਂ ਸਰਕਾਰ ਜੁਆਇਨ ਕਰੋ, ਜਿਹੜੀ ਬਹੁਤ ਵੱਡੀ ਗੱਲ ਆ। ਆਪਾਂ ਜਿਵੇਂ ਤਾਲਿਬਾਨਾਂ ਨੂੰ ਸੋਚਦੇ ਸੀ ਕਿ ਵੀ ਇੱਥੇ ਮਾਰਾ ਮਰਾਈ ਹੋਊਗੀ, ਕਤਲੇਗਾਰਤ ਹੋਊਗੀ, ਬਿਲਕੁਲ ਨਹੀਂ। ਅੱਜ ਸ਼ਾਂਤੀ ਹੈ ਕਾਬੁਲ ਦੇ ਵਿੱਚ। ਕੱਲ ਜੋ ਭੱਜ ਨਸ ਹੋਈ 20-22 ਹਜ਼ਾਰ ਅਫਗਾਨੀ ਉਹਨਾਂ ਨੇ ਕੱਢਣੇ ਹੈਗੇ, ਅਮਰੀਕਾ ਨੇ, ਉਹ ਨਿਕਲ ਜਾਣਗੇ। ਬਾਕੀ ਮਗਰ ਸ਼ਾਂਤੀ ਹੈ, ਕੋਈ ਐਡੀ ਹੈ ਨਹੀਂ ਪ੍ਰੋਬਲਮ ਲੱਗੀ। ਅੱਜ ਹਰਾਤ ਦੀਆਂ ਫੋਟੋਆਂ ਰਿਲੀਜ਼ ਹੋਈਆਂ, ਟ੍ਰੈਫਿਕ ਚੱਲ ਰਿਹਾ ਪ੍ਰੋਪਰ, ਸਭ ਕੁਛ ਪ੍ਰੋਪਰ ਚੱਲ ਰਿਹਾ। ਅੱਛਾ ਬਰਾੜ ਸਾਹਿਬ, ਜਦ ਸੰਘਰਸ਼ ਲੜਦੀਆਂ ਕੌਮਾਂ ਜਾਂ ਕੋਈ ਗਰੁੱਪ ਗੱਦੀ ਦੇ ਨੇੜੇ ਆਉਂਦਾ, ਰਾਜ ਗੱਦੀ ਤੇ ਖੋਹ ਖਿੰਝ ਹੋ ਜਾਂਦੀ ਆ। ਜਰਵਾਣੇ ਨੇ ਜਿਹੜੇ ਵੱਡੇ ਨੇ, ਜਿਹੜੇ ਵੱਡੇ ਰਾਜੇ ਨੇ, ਉਹ ਬਾਂਦਰਾਂ 'ਚ ਭੇਲੀ ਸਿੱਟ ਦਿੰਦੇ ਨੇ, ਬਾਂਦਰ ਵਾਂਗੂ ਲੋਕ ਲੜ ਪੈਂਦੇ ਨੇ। ਪਰ ਇਹਨਾਂ ਦਾ ਜਿਹੜਾ ਸਿਸਟਮ ਹੈ, ਹਿਬਤੁੱਲਾ ਅਖੂਨਜ਼ਾਦਾ ਹੈ, ਉਹ ਜਿਹੜਾ ਚੀਫ ਹੈ, ਉਹਦੇ ਥੱਲੇ ਮੁੱਲਾ ਅਬਦੁਲ ਗਾਨੀ ਬਰਾਦਰ ਹੈ, ਜਿਹੜਾ ਸਾਲਾ ਆਪਣੇ ਮੁੱਲਾ ਉਮਰ ਦਾ ਪਹਿਲਾ, ਜਿਹਨੇ ਤਾਲਿਬਾਨ ਬਣਾਇਆ ਮੁਜਾਹਿਦੀਨ ਤੋਂ। ਇਹਨਾਂ ਨੇ ਬਹੁਤ ਸਤਿਕਾਰ ਨਾਲ ਗਾਹਾਂ ਮੁੱਲਾ ਮੁਹੰਮਦ ਯਾਕੂਬ ਹੈ, ਉਮਰ ਦਾ ਮੁੰਡਾ ਹੈ, ਤੇ ਹਕਾਨੀ ਹੈ, ਹਕਾਨੀ ਨੈਟਵਰਕ ਦਾ ਜਿਹੜਾ ਸਰਾਜੁਦੀਨ ਹੈ। ਅੱਛਾ, ਇਹਨਾਂ ਨੇ ਅੱਗੇ ਗਾਹਾਂ ਲੀਡਰਸ਼ਿਪ ਕੌਂਸਲ ਰਾਬਰੀ ਸ਼ੁਰਾ ਹੋਣੀ ਹੈ, ਤੇ ਉਸ ਤੋਂ ਬਾਅਦ ਖੱਲੇ ਕਮਿਸ਼ਨ ਬਹਿਣੇ ਨੇ, ਮਿਲਟਰੀ ਇੰਟੈਲੀਜੈਂਸ, ਪੋਲੀਟੀਕਲ, ਇਕਨੋਮਿਕ, ਇਹਨਾਂ ਦੇ ਜਿਹੜੇ ਅੱਗੇ ਕਮਿਸ਼ਨ ਬਣਨੇ ਨੇ। ਅੱਛਾ, ਇਹ ਆਪਸ ਵਿੱਚ ਲੀਡਰਸ਼ਿਪ ਜਿਵੇਂ ਦੋਨੇ ਹੀ ਵੱਡੇ ਨੇ, ਅਖੁਨਜ਼ਾਦਾ ਜਾਂ ਬਰਾਦਰ, ਇਹ ਆਪਸ ਵਿੱਚ ਤਾਲਮੇਲ ਬੜਾ ਜੀ ਇਹਨਾਂ ਦਾ ਬੜਾ ਫਿੱਟ ਕਰ ਰਹੇ ਨੇ। ਜਿਹੜਾ ਦੋਹਾ ਦੀ ਸਾਰੀ ਜਿਹੜੀ ਟ੍ਰਾਂਜੀਸ਼ਨ ਆ, ਉਹ ਬਰਾਦਰ ਦੇ ਕੋਲ ਸੀ। ਜੇਲ੍ਹ ਚੋਂ ਕੱਢ ਕੇ ਕਸ਼ਮੀਰ ਆਪਣੇ ਕਰਾਚੀ ਚੋਂ ਬੰਦਾ ਲੈ ਆਂਦਾ, ਅਗਲਿਆਂ ਨੇ ਬਿਠਾਤਾ, ਪਾਕਿਸਤਾਨ ਨੂੰ ਛੱਡਣਾ ਪਿਆ, ਚੀਨ ਨੂੰ ਮਿਲਿਆ ਆ, ਤੇ ਉਸ ਤੋਂ ਬਾਅਦ ਸਾਰੇ ਵੱਡਿਆਂ ਨਾਲ, ਜ਼ਲੈਮੀ ਉਹਨਾਂ ਦੇ ਨਾਲ ਉਹਨੇ ਦਸਤਖਤ ਕੀਤੇ ਸਾਰਿਆਂ ਨੇ। ਇਹਨਾਂ ਦਾ ਫਿਰ ਜਿਹੜੀ ਲਲਕ ਹੈ ਗੱਦੀ ਦੀ, ਉਹ ਨਹੀਂ ਆਉਂਦੀ ਜੀ ਵਿੱਚ ਇਹਨਾਂ ਦੇ, ਜਿਵੇਂ ਆਮ ਲੋਕਾਂ 'ਚ ਆ ਜਾਂਦੀ ਹੈ। ਗਿਲ ਸਾਹਿਬ, ਇਹ ਇੱਕ ਤਾਂ ਐਤਕੀ ਵਾਰ ਇਹਨਾਂ ਨੂੰ ਜਿਹੜੀ ਬੈਕਿੰਗ ਆ ਪ੍ਰੋਫੈਸ਼ਨਲ, ਤੁਸੀਂ ਦੇਖੋ ਜਿਸ ਜਾਬਤੇ ਨਾਲ ਉਹ ਜਿੱਥੇ ਜਾਂਦੇ ਆ ਉੱਥੇ ਲੁੱਟਾਂ ਖੋਹਾਂ ਨਹੀਂ ਹੋ ਰਹੀਆਂ। ਕੋਈ ਹਰਾਤ ਉਹਨਾਂ ਨੇ ਟੇਕ ਓਵਰ ਕੀਤਾ, ਕੋਈ ਸ਼ਹਿਰ 'ਚ ਲੁੱਟ ਖੋਹ ਨਹੀਂ ਕੀਤੀ। ਕਾਬੁਲ ਟੇਕ ਓਵਰ ਕੀਤਾ, ਕੋਈ ਲੁੱਟ ਖੋਹ ਨਹੀਂ ਕੀਤੀ। ਜਿਵੇਂ ਡਰ ਲੋਕਾਂ ਨੂੰ ਸੀਗਾ, ਲੋਕਾਂ ਨੇ ਪਹਿਲਾਂ ਹੀ ਬਿਲ ਬੋਰਡ ਪੇਂਟ ਕਰਕੇ ਦੁਕਾਨਾਂ ਬੰਦ ਕਰਤੀਆਂ ਸੀਗੀਆਂ ਕਿ ਵੀ ਜਦੋਂ ਐਂਟਰ ਹੋਣਗੇ ਤਾਂ ਪਤਾ ਨਹੀਂ ਕੀ ਹੋਊਗਾ ਇੱਥੇ। ਤਾਂ ਇਹਦਾ ਮਤਲਬ ਪਹਿਲੀ ਗੱਲ ਤਾਂ ਇਹ ਆ ਕਿ ਉਹ ਪ੍ਰੋਫੈਸ਼ਨਲੀ ਟ੍ਰੇਨਡ ਲੋਕ ਹੈਗੇ ਆ,
ਪ੍ਰੋਫੈਸ਼ਨਲੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ। ਜਿਵੇਂ ਹੁਣ ਪਿੱਛੇ ਇੱਕ ਇਨਸੀਡੈਂਟ ਆਇਆ ਕਿ ਵੀ ਸਿੱਖਾਂ ਦੇ ਜਿਵੇਂ ਇੱਕ ਗੁਰਦੁਆਰੇ 'ਚੋਂ ਆਏ ਆ ਕੇ ਕਹਿ ਕੇ ਗਏ ਕਿ ਵੀ ਆਹ ਫੋਨ ਨੰਬਰ ਦਾ ਤੁਸੀਂ ਕੰਟੈਕਟ ਜੇ ਕਰਨਾ ਹੋਵੇ, ਜੇ ਤੁਹਾਨੂੰ ਪਰੇਸ਼ਾਨੀ, ਸਾਡੇ ਨਾਂ ਤੇ ਕੋਈ ਪਰੇਸ਼ਾਨੀ ਕਰੇ, ਤੇ ਬਾਹਰ ਇੱਕ ਚਿੱਟਾ ਝੰਡਾ ਲਾ ਦਿਓ ਜਿਹਦੇ 'ਤੇ ਪਤਾ ਲੱਗ ਜਾਏ ਕਿ ਵੀ ਇਹ ਸਾਡੀ ਰਾਖੀ ਦੇ ਥੱਲੇ ਹੈਗਾ ਇਹ ਜਗ੍ਹਾ, ਇੱਥੇ ਕੋਈ ਤੰਗ ਨਹੀਂ ਕਰਨਾ। ਉਹਨਾਂ ਨੇ ਨਿਸ਼ਾਨ ਸਾਹਿਬ ਉਤਾਰਨ ਨੂੰ ਵੀ ਨਹੀਂ ਕਿਹਾ। ਇਹਦਾ ਮਤਲਬ ਬਹੁਤ ਸਪੈਸੀਫਿਕ ਆਰਡਰ ਮਿਲ ਰਹੇ ਆ ਤੇ ਚੇਨ ਆਫ ਕਮਾਂਡ ਠੀਕ ਹੈਗੀ ਆ, ਤੇ ਜਿਹੜੇ ਲੋਕ ਆਰਡਰ ਦੇ ਰਹੇ ਆ ਉਹ ਬਿਲਕੁਲ ਕਲੀਅਰ ਹੈਗੇ ਆ ਕਿ ਉਹਨਾਂ ਦਾ ਆਬਜੈਕਟਿਵ ਕੀ ਆ। ਤਾਂ ਉਸ ਚੀਜ਼ਾਂ ਜਿਹੜੀਆਂ ਹੈਗੀਆਂ। ਦੂਸਰੀ ਗੱਲ ਆ, ਜਿਵੇਂ ਤੁਸੀਂ ਕਿਹਾ ਵੀ ਉਹਨਾਂ 'ਚ ਏਕਾ ਕਿਵੇਂ ਆ, ਉਹਨਾਂ ਨੇ ਏਕਾ ਹੀ ਨਹੀਂ ਸ਼ੋਅ ਕੀਤਾ, ਉਹਨਾਂ ਨੇ ਇਹ ਵੀ ਸ਼ੋਅ ਕੀਤਾ ਕਿ ਜਿਨ੍ਹਾਂ ਨਾਲ ਅਸੀਂ ਲੜਦੇ ਪਏ ਉਹਨਾਂ 'ਚੋਂ ਵੀ ਕੁਛ ਧਿਰਾਂ ਜੇ ਸਾਡੇ ਨਾਲ ਜੁੜਦੀਆਂ ਤਾਂ ਅਸੀਂ ਉਹਨਾਂ ਨੂੰ ਵੀ ਉਵੇਂ ਕਲਾਵੇ ਚ ਲਾਵਾਂਗੇ ਆਪਦੇ। ਜਿਵੇਂ ਮੈਂ ਕਿਹਾ ਵੀ ਨਾਰਥਰਨ ਅਲਾਇੰਸ ਦੇ ਜਿਹੜੇ ਅਬਦੁੱਲਾ ਉਹਨਾਂ ਨੂੰ ਵੀ ਉਹਨਾਂ ਨੇ ਨਾਲ ਲੈ ਲਿਆ, ਉਹਨਾਂ ਨੇ ਕਰਜ਼ਾਈ ਨੂੰ ਬੁਲਾ ਲਿਆ। ਤਾਂ ਦੇਖੋ ਇਹ ਮੇਰਾ ਖਿਆਲ ਇਹ ਕੋਈ ਨਵੀਂ ਗੱਲ ਨਹੀਂ ਅਫਗਾਨ ਪਠਾਨਾਂ ਵਾਸਤੇ ਜਾਂ ਅਫਗਾਨਾਂ ਵਾਸਤੇ। ਉਹਨਾਂ ਦੇ ਲੋਹੇ ਜਿਰਗਾ ਹੁੰਦਾ ਸੀ, ਵੱਡੇ ਦੁਸ਼ਮਣ ਜਦੋਂ ਇਕੱਠੇ ਬੈਠ ਜਾਂਦੇ ਸੀ, ਉਹਨਾਂ ਦਾ ਕਲਚਰ ਹੀ ਐਸਾ ਹੈ ਕਿ ਜਦੋਂ ਇਕੱਠੇ ਬੈਠ ਜਾਂਦੇ ਆ ਫਿਰ ਉਸ ਤੋਂ ਬਾਅਦ ਉਹਨਾਂ ਦੇ ਉਹ ਚੀਜ਼ਾਂ ਉਹ ਨਹੀਂ ਰਹਿੰਦਾ ਉੱਥੇ। ਸਿੱਖਾਂ 'ਚ ਵੀ ਇਹ ਗੱਲ ਰਹੀ ਹੈ। ਤੁਸੀਂ ਦੇਖੋ ਆਪਣੇ ਮਿਸਲ ਕਾਲ 'ਚ ਜਿਹੜੀ ਮਰਜ਼ੀ ਆਪਣੇ ਵੈਰ ਹੋਣ ਕੁਛ ਹੋਣ, ਤਾਂ ਜਦੋਂ ਉਹ ਗੁਰਮਤੇ ਤੇ ਬੈਠ ਜਾਂਦੇ ਸੀ ਤਾਂ ਉਸ ਤੋਂ ਬਾਅਦ ਉਹ ਇਹਨਾਂ ਤੇ ਏਕਾ ਹੋ ਜਾਂਦਾ ਸੀ ਤੇ ਉਹ ਲੜਦੇ ਨਹੀਂ ਸੀ। ਆਪਦੇ ਜ਼ਾਤੀ ਮਫਾਦਾਂ ਨੂੰ ਪਾਸੇ ਰੱਖ ਕੇ ਉਹ ਆਪਦੇ ਕੌਮ ਦੇ ਮਫਾਦ ਵਾਸਤੇ ਇਕੱਠੇ ਹੋ ਜਾਂਦੇ ਸੀ। ਤਾਂ ਲੋਹੇ ਜਿਰਗਾ ਦੇ ਵਿੱਚ ਵੀ ਆਏ ਹੁੰਦਾ ਸੀ। ਜਦੋਂ ਅਬਦਾਲੀ ਨੂੰ ਰਾਜ ਮਿਲਿਆ ਜੀ ਨਾਦਰ ਤੋਂ ਬਾਅਦ, ਉਹਦਾ ਇੱਕ ਬਹੁਤ ਵੱਡਾ ਜਾਨੀ ਦੁਸ਼ਮਣ ਉੱਥੇ ਸੀਗਾ, ਪਰ ਜਦੋਂ ਉਹਨਾਂ ਨੇ ਉਹਨੂੰ ਸਿਰ ਤੇ ਹੱਥ ਰੱਖਤਾ ਉਸ ਤੋਂ ਬਾਅਦ ਉਹਨੇ ਅਬਦਾਲੀ ਨੇ ਉਹਦੇ ਨਾਲ ਕੋਈ ਵੈਰ ਵਿਰੋਧ ਨਹੀਂ ਰੱਖਿਆ ਤੇ ਉਹਨੇ ਵੀ ਅਬਦਾਲੀ ਨਾਲ ਕੋਈ ਵੈਰ ਵਿਰੋਧ ਨਹੀਂ ਰੱਖਿਆ। ਤਾਂ ਇਹ ਉਹਨਾਂ ਦੇ ਕਲਚਰ ਜਾਂ ਉਹਨਾਂ ਦੇ ਸੱਭਿਆਚਾਰ 'ਚ ਹੀ ਹੈਗਾ ਕਿ ਵੀ ਭੇਲੀ ਸਿੱਟਣ ਨਾਲ ਉਹ ਐ ਬਾਂਦਰਾਂ ਨੂੰ ਲੜਦੇ ਨਹੀਂ, ਉਹ ਉਹਨਾਂ ਨੂੰ ਪਤਾ ਹੈ। ਪਰ ਦੂਜੇ ਪਾਸੇ ਇੱਕ ਇਹ ਵੀ ਹੈ ਕਿ ਅਫਗਾਨ ਬਹੁਤ ਜਲਦੀ ਮਨੀ ਬੈਗ ਲੈ ਕੇ ਸਿੱਖ ਦੇ ਰਾਜ ਵੇਲੇ ਸ਼ੇਰ ਸਿੰਘ ਨਾਲ ਜੋ ਲੜੇ ਸੀ ਉਹ ਕਰਪਟ ਹੋ ਕੇ ਵੀ ਛੱਡ ਜਾਂਦੇ ਹੈਗੇ ਆ। ਸੋ ਇੱਕ ਇਹ ਨਾ ਕਲਚਰ, ਇਹ ਕਿਹੜੀ ਭਾਵਨਾ ਉਹਨਾਂ ਦੀ ਕਿਸ ਟਾਈਮ ਉੱਭਰ ਰਹੀ ਹੈ, ਇਹ ਬਹੁਤ ਮੈਟਰ ਕਰਦਾ। ਤੇ ਅੱਜ ਇਹ 20 ਸਾਲਾਂ 'ਚ ਉਹਨਾਂ ਦੀ ਜਿਹੜੀ ਫਾਈਟਿੰਗ ਫੋਰਸ ਦੀ ਭਾਵਨਾ ਵੀ ਇਹ ਆ ਤੇ ਪਿੱਛੇ ਉਹਨਾਂ ਨੂੰ ਪ੍ਰੋਫੈਸ਼ਨਲ ਬੈਕਿੰਗ ਆ ਪਾਕਿਸਤਾਨ ਵਰਗੀ ਆਰਮੀ ਦੀ ਜਾਂ ਕਹਿ ਲਓ ਟ੍ਰੇਨਿੰਗ ਹੈਗੀ ਆ, ਤੇ ਹੋ ਸਕਦਾ ਦੂਜੀ ਕੰਟਰੀਜ਼ 'ਚ ਵੀ ਕਿਸੇ ਦੀ ਇਨਪੁਟ ਹੋਵੇ। ਪਰ ਬਹੁਤ ਹੋਰ ਉਹਨਾਂ ਦੀ ਸਲਾਹਕਾਰ ਟਰੈਕ ਟੂ ਡਿਪਲੋਮੇਸੀ 'ਚ ਰਸ਼ੀਆ ਵੀ ਉਹਨਾਂ ਨੂੰ ਸਲਾਹ ਦੇ ਰਿਹਾ, ਚੀਨ ਵੀ ਦੇ ਰਿਹਾ, ਪਾਕਿਸਤਾਨ ਵੀ ਪ੍ਰੋਫੈਸ਼ਨਲ ਵੀ ਦੇ ਰਿਹਾ ਕਿ ਇਹਦੇ ਵਿੱਚ ਤੁਹਾਡਾ ਨੁਕਸਾਨ ਹੋ ਜਾਊਗਾ ਜੇ ਤੁਸੀਂ ਕਰੋ। ਬਰਾੜ ਸਾਹਿਬ, ਜਦ ਬਰੂਟੈਲਿਟੀ ਹੁੰਦੀ ਆ, ਬੁੱਚੜਗਿਰੀ ਹੁੰਦੀ ਆ ਕਿਸੇ ਧਿਰ ਵੱਲੋਂ ਵੀ, ਜਿਵੇਂ ਇਹਨਾਂ ਤੇ 20 ਵਰ੍ਹੇ ਚੜ੍ਹੇ ਸਾਰੀਆਂ ਐਲੀਟ ਫੋਰਸਿਸ, ਮੈਂ ਕੱਲ ਕਰਦੇ ਮੈਂ B-52 ਦੀ ਕਾਰਪੈਟ ਬੰਬਿੰਗ ਆ ਜਿਹੜੀ ਘਾਹ ਦੀ ਇੱਕ ਤਿਣ ਨਹੀਂ ਛੱਡਦੀ ਥੱਲੇ। 20 ਸਾਲਾਂ 'ਚ ਇਹ ਬੰਦੇ ਹਰੇ ਕਿਵੇਂ ਨਹੀਂ ਜੀ? ਫੜ ਕੇ ਉਹਨਾਂ ਨੇ ਮਾਰੇ ਨਾ, ਉਹਨਾਂ ਨੇ ਕੀ ਇਹਨਾਂ ਦੀ ਸਰਵਾਈਵਿੰਗ ਕਿਵੇਂ ਹੋਈ 20 ਸਾਲ ਜੀ? ਸਰਵਾਈਵਲ ਦਾ ਜੀ ਜ਼ਿਆਦਾ ਵੇਖੋ ਪਾਕਿਸਤਾਨ ਦੇ ਵਿੱਚ ਇਹਨਾਂ ਕੋਲ ਬਹੁਤ ਸੇਫ ਸੈਂਚੁਰੀਜ਼ ਸੀਗੀਆਂ ਜੀ। ਇਹ ਆਪਾਂ ਵੇਖੋ ਇਹ ਕਹਿ ਦੇਣਾ ਕਿ ਵੀ ਅਮਰੀਕਾ ਦੀ ਮਾਈਟ ਦੇ ਅਗੇਂਸਟ ਉਹ ਆਪ ਹੀ ਖੜੇ। ਹਾਂ ਠੀਕ ਆ, ਆਪਾਂ ਜਿਸ ਇੱਕ 0 ਤੋਂ 10 ਦੇ ਵਿੱਚ ਨੰਬਰ ਦੇਵਾਂਗੇ ਤਾਂ ਡੈਫੀਨੇਟਲੀ 7 ਜਾਂ 8 ਉਹਨਾਂ ਦੀ ਰੈਜ਼ੀਲੀਅੰਸ ਨੂੰ ਵੀ ਦੇਵਾਂਗੇ, ਉਹਨਾਂ ਦੀ ਉਸ ਆਪਣਾ ਸਿਰੜੀਪਨ ਨੂੰ ਵੀ ਦੇਵਾਂਗੇ ਕਿ ਉਹ ਖੜੇ ਰਹੇ। ਪਰ ਬਹੁਤ ਹੱਦ ਤੱਕ ਉਹਨਾਂ ਨੂੰ ਵੇਖੋ ਪਾਕਿਸਤਾਨ ਦੇ ਵਿੱਚ ਜਿਹੜੀ ISI ਇੱਕ ਬਹੁਤ ਪ੍ਰੋਫੈਸ਼ਨਲ ਜਮਾਤ ਹੈਗੀ ਆ, ਫਿਰ ਪਾਕਿਸਤਾਨ ਦੀ ਫੌਜ ਆ ਜਿਹੜੀ ਉਹਨਾਂ ਨੂੰ ਪਨਾਹ ਦਿੰਦੀ ਸੀ, ਉਹਨਾਂ 'ਚ ਸੈਂਚੁਰੀ ਦਿੰਦੀ ਸੀ, ਉਹਨਾਂ ਨੂੰ ਪਿਆਰ ਕਰਦੀ ਸੀ, ਉਹਨਾਂ ਨੂੰ ਕੋਆਪਰੇਟ ਕਰਦੀ ਸੀ। ਤੇ ਇਹੀ ਨਹੀਂ, ਜਿਹੜੇ ਉਹ 60-70 ਹਜ਼ਾਰ ਅੰਦਰ ਤਾਲਿਬਾਨ ਵੜੇ ਹੋਏ, ਉਹਦੇ ਵਿੱਚ ਬਹੁਤ ਜ਼ਿਆਦਾ ਪਾਕਿਸਤਾਨੀ ਅਫਸਰ, ਪਾਕਿਸਤਾਨੀ ਫੌਜ ਜਾਂ ਪੰਜਾਬ ਦੇ ਟ੍ਰੇਨਡ ਮੁੰਡੇ ਜਿਹੜੇ ਉਹਨਾਂ ਦੇ ਮਦਰਸਿਆਂ ਦੇ, ਉਹ ਵੀ ਵਿੱਚ ਬਹੁਤ ਫਾਈਟਰ ਹੈਗੇ ਆ। ਤਾਂ ਉਹ ਜਿਹੜਾ ਸੁਮੇਲ ਕਹਿ ਲਓ ਜਾਂ ਜਿਹੜਾ ਉਹਨਾਂ ਨੇ ਸਿਸਟਮ ਬਣਾਇਆ ਉਹਦੇ ਵਿੱਚ ਉਹ ਸਰਵਾਈਵ ਕਰ ਗਏ ਜੀ। ਹੁਣ ਉਹਨਾਂ ਨੂੰ ਲਾਈਫ ਲਾਈਨ ਮਿਲਦੀ ਰਹੀ ਪਿੱਛੋਂ, ਤੇ ਬਹੁਤ ਵੱਡਾ ਪਸ਼ਤੂਨ ਏਰੀਆ ਜਿੱਥੋਂ ਰਿਕਰੂਟ ਹੁੰਦੇ ਸੀ ਉਹ ਸਾਰੇ ਅਫਗਾਨਿਸਤਾਨ ਚੋਂ ਨਹੀਂ ਰਿਕਰੂਟ ਹੋਏ ਵੇ, ਉਹ ਪਸ਼ਾਵਰ ਦੇ ਇਲਾਕੇ ਚੋਂ ਰਿਫਿਊਜੀ ਜਿਹੜੇ ਆਏ ਵੇ ਉਹ ਰਿਕਰੂਟ ਹੋਏ ਵੇ ਆ। ਅੱਛਾ ਬਰਾੜ ਸਾਹਿਬ, ਹੁਣ ਰਾਜਨੀਤਿਕ ਅੰਤਰਰਾਸ਼ਟਰੀ ਰਾਜਨੀਤੀ ਨੂੰ ਵੇਖੀਏ। ਰੂਸ ਦੇ ਨਾਲ ਖੜਕੀ ਪੂਰੀ, ਉਸ ਤੋਂ ਬਾਅਦ ਮੁਜਾਹਿਦੀਨ ਤੋਂ ਤਾਲਿਬਾਨ ਬਣ ਗਏ, ਫਿਰ ਉਸ ਤੋਂ ਬਾਅਦ ਸਤੰਬਰ 11 ਤੋਂ ਬਾਅਦ ਲਾਦਨ ਆ ਜਾਂਦਾ, ਮੁੱਲਾ ਉਮਰ ਤੇ ਲਾਦਨ ਇਕੱਠੇ ਰਹਿੰਦੇ ਆ ਤੋਰਾ ਬੋਰਾ ਦੀਆਂ ਪਹਾੜੀਆਂ ਤੋਂ, ਉਹ ਸ਼ਿਪਨ ਹੋ ਜਾਂਦਾ ਐਬਟਾਬਾਦ 'ਚ, ਕੁਝ ਸਮਾਂ ਹੀ ਉੱਥੇ ਲਾਦਨ ਰਹਿੰਦਾ। ਅੱਛਾ, ਇਹ ਉਸ ਤੋਂ ਬਾਅਦ ਮੁੱਲਾ ਉਮਰ ਮਤਲਬ ਉਸ ਨੂੰ ਜਥੇਬੰਦ ਕਰ ਗਿਆ ਤੇ ਪਾਕਿਸਤਾਨ ਦੀ ਮਦਦ ਰਹੀ। ਪਾਕਿਸਤਾਨ ਇੱਕ ਬੰਨੇ ਪਾਕਿਸਤਾਨ ਦੇ ਰਾਹੀਂ ਹਥਿਆਰ ਆ ਕੇ ਮੁਜਾਹਿਦੀਨ ਬਣੇ। ਉਸ ਤੋਂ ਬਾਅਦ ਆਈਸਿਸ ਤੇ ਇਹਨਾਂ ਦੇ ਖਿਲਾਫ 2001 ਦੇ ਵਿੱਚ ਬੁਸ਼ ਨੇ ਆਰਡਰ ਕਰਤੇ।
ਅੰਤਰਰਾਸ਼ਟਰੀ ਰਾਜਨੀਤੀ ਹੈ ਜਿਹੜੀ ਹੁਣ ਇਸ ਖਿੱਤੇ ਦੀ, ਜਿਹਨੇ ਸਾਰੇ ਉਸ ਖਿੱਤੇ ਨੂੰ ਆਲੇ ਦੁਆਲੇ ਦੇ ਦੇਸ਼ਾਂ ਨੂੰ ਪ੍ਰਭਾਵਿਤ ਕਰਨਾ ਹੈ। ਅਮਰੀਕਾ ਦੇ ਵੱਡੇ ਅੱਡੇ ਬਹਿਰੀਨ 'ਚ ਬੈਠਾ ਹੈ, ਮਸਕਟ ਦੇ ਆਲੇ ਦੁਆਲੇ ਜਿੰਨੀਏ ਟਾਪੂ ਨੇ, ਮਸੀਰਾ ਆਈਲੈਂਡ ਆ ਉੱਥੇ ਬੈਠਾ, ਡਾਇਗੋ ਗਾਰਸੀਆ ਬਹੁਤ ਵੱਡਾ ਮਰੀਸ਼ਸ ਤੋਂ ਉਰਲੇ ਬੰਨੇ ਏਰੀਆ, ਉੱਥੇ ਬਹੁਤ ਵੱਡਾ ਸੈਟਅਪ ਹੈ। ਪਰ ਅਫਗਾਨਿਸਤਾਨ 'ਚੋਂ ਨਿਕਲਣਾ, ਅਫਗਾਨਿਸਤਾਨ ਦੇ ਵਿੱਚ ਹੁਣ ਚੀਨ ਜਾਂ ਰੂਸ ਦਾ ਹੀ ਪ੍ਰਭਾਵ ਹੋਣਾ ਜਦ ਪਾਕਿਸਤਾਨ ਬਾਹਰ ਹੋਣਾ, ਇਹ ਆਉਣ ਵਾਲੀ ਜਿਹੜੀ ਹੈ ਰਾਜਨੀਤੀ ਕਿੱਧਰ ਨੂੰ ਜਾਏਗੀ ਜੀ? ਪਾਕਿਸਤਾਨ ਤਾਂ ਫਿਰ, ਜੇ ਮੈਂ ਇਸ ਖਿੱਤੇ ਦੇ ਵਿੱਚ ਰੂਸ ਦੀ ਬਹੁਤਾਤ ਦੇਦਾ, ਕਿਉਂਕਿ ਚੀਨ ਤਾਂ ਪਾਕਿਸਤਾਨ ਦੇ ਵਿੱਚ ਬੈਠਾ ਹੀ ਹੈ ਸਪੈਸ਼ਲ ਇਕਨੋਮਿਕ ਕੋਰੀਡੋਰ ਦੇ ਰਾਹੀਂ, ਰੂਸ ਦੀ ਦਖਲਅੰਦਾਜ਼ੀ ਅਫਗਾਨਿਸਤਾਨ ਦੇ ਵਿੱਚ ਜਿੱਥੋਂ ਉਹਨਾਂ ਨੂੰ ਕੱਢਿਆ ਸੀ ਕਦੇ ਮੁਜਾਹਿਦੀਨ ਨੇ, ਉਹਦਾ ਦੁਬਾਰਾ ਆਉਣਾ ਇਸ ਖਿੱਤੇ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਜੀ? ਗਿਲ ਸਾਹਿਬ, ਇਹਨੂੰ ਆਪਾਂ ਜੇ ਲਾਰਜਰ ਸਪੈਨ ਤੇ ਆਪਾਂ ਵੇਖੀਏ ਤਾਂ ਆਪਾਂ ਦੋ ਕੰਟੈਕਸਟ ਚ ਵੇਖ ਸਕਦੇ ਹਾਂ, ਜਿਹੜਾ ਕਿ ਆਉਣ ਵਾਲੇ ਸਮੇਂ ਚ ਹੋਰ ਕਲੀਅਰ ਹੁੰਦਾ ਜਾਊਗਾ ਜਾਂ ਸਾਫ਼ ਹੁੰਦਾ ਜਾਊਗਾ। ਆਪਾਂ ਨੂੰ ਜਿਹੜਾ ਥੋੜਾ ਬਹੁਤ ਧੁੰਦਲਾਪਨ ਉਹ ਖਤਮ ਹੋ ਜਾਊਗਾ। ਉਹਦੇ ਵਿੱਚ ਪਹਿਲੀ ਤਾਂ ਇਹ ਵੇਖਿਆ ਜਾ ਸਕਦਾ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ 200-250 ਜਾਂ 300 ਸਾਲ ਤੋਂ ਜਿਹੜੀ ਗ੍ਰੇਟ ਗੇਮ ਚੱਲ ਰਹੀ ਸੀ, ਜਿਹਦੇ ਚ ਰੂਸ ਅਫਗਾਨਿਸਤਾਨ ਚੋਂ ਨਿਕਲ ਕੇ ਤੇ ਭਾਰਤੀ ਇੰਡੀਅਨ ਓਸ਼ਨ ਜਿਹਨੂੰ ਕਹਿੰਦੇ ਉਹਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਅੱਜ ਇਹ ਜੰਗ ਰੂਸ ਨੇ ਮੋਟੇ ਤੋਂ ਬਹੁਤ ਹੱਦ ਤੱਕ ਜਿੱਤ ਲਈ ਆ ਕਿ ਉਹ ਅਫਗਾਨਿਸਤਾਨ 'ਚ ਵੀ ਉਹਦਾ ਪ੍ਰਭਾਵ ਹੈਗਾ ਤੇ ਉਹ ਅੱਗੇ ਪਾਕਿਸਤਾਨ 'ਚ ਵੀ ਪ੍ਰਭਾਵ ਆ ਉਹਦਾ, ਤੇ ਉਹ ਆਪਦੀਆਂ ਸੜਕਾਂ ਰਾਹੀਂ ਓਸ਼ਨ 'ਚ ਆਜੂ। ਬ੍ਰੈਜ਼ਨੇਵ ਨੇ ਕਿਸੇ ਸਮੇਂ ਆਖਿਆ ਸੀਗਾ ਕਿ ਮਾਈ ਸੋਲਜਰਸ ਵਿਲ ਵਾਸ਼ their feet in the warm waters of Indian Ocean। ਠੀਕ ਹੈ, ਸੋਲਜਰਸ ਤਾਂ ਨਹੀਂ ਉਹਨਾਂ ਦੇ ਵਾਸ਼ ਕਰਨਗੇ, ਪਰ ਉਹਨਾਂ ਦਾ ਵਪਾਰ ਉਧਰੋਂ ਚੱਲ ਸਕਦਾ ਹੈ, ਉਹਨਾਂ ਨੂੰ ਲਾਈਫ ਲਾਈਨਸ ਉਧਰੋਂ ਰਸਤਾ ਮਿਲ ਸਕਦਾ ਹੈ। ਤਾਂ ਰੂਸ ਨੇ ਜਿਹੜੀ, ਆਪਾਂ ਇਹ ਕਹਿ ਸਕਦੇ ਹਾਂ ਕਿ ਜੇ ਜੰਗ ਅੱਗੇ ਨਹੀਂ ਜਾਂਦੀ ਹੋਰ ਜਾਂ ਹੋਰ ਇੱਥੇ ਕੋਈ ਨਹੀਂ ਪ੍ਰੋਬਲਮ, ਦਿੱਕਤ ਵੱਧਦੀ ਲੱਗਦੀ ਤਾਂ ਨਹੀਂ, ਹੁਣ ਸਟੇਬਲਾਈਜ਼ ਹੁੰਦਾ ਲੱਗਦਾ ਹੈ। ਜੇ ਉਹ ਨਹੀਂ ਹੁੰਦੀ ਤਾਂ ਆਪਾਂ ਇਹ ਕਹਿ ਸਕਦੇ ਹਾਂ ਜਿਹੜੀ 79 ਜਾਂ 78 ਚ ਜਿਹੜੀ ਜੰਗ ਰੂਸ ਨੇ ਰੂਸ ਵਾਲੀ ਸ਼ੁਰੂ ਹੋਈ ਸੀ ਅਮਰੀਕਾ ਤੇ ਰੂਸ ਦੇ ਵਿੱਚ, ਉਹ ਅਖੀਰ 50 ਸਾਲਾਂ ਬਾਅਦ ਰੂਸ ਨੇ ਜਿੱਤੀ ਹੈ ਜਾ ਕੇ, ਅਮਰੀਕਾ ਹਾਰ ਕੇ ਨਿਕਲਿਆ। ਜੇ ਆਪਾਂ ਲਾਰਜਰ ਸਪੈਨ ਤੇ ਵੇਖੀਏ ਤਾਂ ਇੱਕ ਤਾਂ ਇਹ ਆ। ਦੂਸਰੀ ਗੱਲ ਇੱਕ ਇਹ ਵੀ ਸਾਫ਼ ਹੋ ਗਿਆ ਕਿ ਹੁਣ ਏਸ਼ੀਅਨ ਤਾਕਤਾਂ ਜਿਹੜੀਆਂ ਹੈਗੀਆਂ ਉਹ 300-400 ਸਾਲ ਦਾ ਜਿਹੜਾ ਟੈਕਨੋਲੋਜੀਕਲ ਬੈਕਵਰਡਨੈਸ ਆਈ ਸੀ, ਜੇ ਆਪਾਂ 2000 ਸਾਲ ਦੇ ਸਪੈਨ ਤੇ ਵੇਖੀਏ ਤਾਂ ਜਿਹੜੀ 300 ਸਾਲ ਤੋਂ ਜਾਂ 1757 ਜਦੋਂ ਪਲਾਸੀ ਦੀ ਜੰਗ ਹਾਰੇ ਆ ਮੁਗਲ ਰਾਜੇ, ਤਾਂ ਉਸ ਤੋਂ ਬਾਅਦ ਜੋ ਪਲਟਾ ਵੱਜਿਆ ਉਹ ਦੁਬਾਰਾ ਹੁਣ ਗੇੜ ਉਲਟਾ ਘੁੰਮ ਗਿਆ, ਕਿਉਂਕਿ ਚੀਨ ਵੀ ਬਹੁਤ ਵੱਡੀ ਤਾਕਤ ਐਮਰਜ ਹੋਈ ਹੈ ਤੇ ਉੱਥੋਂ ਗੋਰਿਆਂ ਨੂੰ, ਅਮਰੀਕਨਾਂ ਨੂੰ, ਜਿਹਨਾਂ ਨੂੰ ਤੁਸੀਂ ਕਾਕੇਸ਼ੀਅਨ ਰੇਸ ਕਹਿੰਦੇ ਹੋ, ਉਹਨੂੰ ਉੱਥੋਂ ਨਿਕਲ ਕੇ ਭੱਜਣਾ ਪੈ ਗਿਆ। ਤਾਂ ਹਾਲੇ ਉਹ ਅਫਗਾਨਿਸਤਾਨ ਚੋਂ ਨਿਕਲੇ ਆ, ਪਾਕਿਸਤਾਨ ਚੋਂ ਵੀ ਉਹਨਾਂ ਦਾ ਅਸਰ ਖਤਮ ਹੁੰਦਾ ਹੈ, ਭਾਰਤ ਜ਼ਰੂਰ ਉਹਨਾਂ ਦੇ ਪ੍ਰਭਾਵ ਥੱਲੇ ਆ। ਹੁਣ ਉਹ ਕਿੰਨੀ ਕੁ ਦੇਰ ਰਹਿੰਦਾ ਹੈ, ਕੀ ਅਮਰੀਕਾ ਜੇ ਹੋਰ ਟਿਕੇ ਹੋ ਜਾਂਦਾ ਤਾਂ ਉਹ ਜ਼ਿਆਦਾ ਛੱਡਣਾ ਪੈਂਦਾ, ਇਹ ਸਮਾਂ ਆਉਣ ਵਾਲਾ ਦੱਸੂ। ਪਰ ਇਹ ਬਹੁਤ ਤੇਜ਼ ਇਵੈਂਟਸ ਹੋਣਗੇ, ਤੁਸੀਂ ਵੇਖੋ 20-30 ਸਾਲਾਂ 'ਚ ਆਪਾਂ ਇੱਕ ਨਵੀਂ ਦੁਨੀਆ ਵੇਖਾਂਗੇ, ਸ਼ਾਇਦ ਆਪਾਂ ਉਦੋਂ ਤੱਕ ਜੀਵਤ ਰਹੀਏ, ਆਪਾਂ ਨਵਾਂ ਗਲੋਬਲ ਆਰਡਰ ਵੇਖਾਂਗੇ। ਗੱਲ ਸਾਹਿਬ, ਅੱਛਾ, ਇੱਕ ਮੈਂ ਹੋਰ ਤੁਰਕੀ ਦਾ ਆਟੋਮੈਨ ਐਮਪਾਇਰ ਦਾ, ਉਸ ਦੇ ਇੱਕ ਉਹ ਨਾਟਕ ਦਾ, ਉਹਦੇ ਨਾਇਕ ਦਾ, ਅਰਤੁਗਰਲ ਦਾ, ਉਹਦਾ ਇਹ ਖਿੱਤੇ 'ਚ ਰੁਝਾਨ, ਉਸ ਨੂੰ ਉਰਦੂ 'ਚ ਡੱਬ ਕਰਨਾ, ਅਫਗਾਨਿਸਤਾਨ 'ਚ ਸੁੱਟਣਾ, ਤਾਲਿਬਾਨਾਂ ਦਾ ਐਰਡੋਆਨ ਵੱਲ ਨੂੰ ਜਾਣਾ, ਇਹ ਵੀ ਇੱਕ ਸਫਬੰਦੀ ਹੋ ਸਕਦੀ ਹੈ ਜੀ? ਹਾਂ ਬਿਲਕੁਲ ਜੀ, ਇਹੀ ਮੈਂ ਤੁਹਾਨੂੰ ਹੁਣ ਗੱਲ ਕਰ ਕਿ ਜਿਹੜੇ ਆ ਨੇਸ਼ਨਸ ਖੜੇ ਕੀਤੇ ਆ, ਜਿਹੜੇ ਜਿਨ੍ਹਾਂ ਦੇ ਵਿੱਚ ਹੁਣ ਤੁਸੀਂ ਆਪਾਂ ਗੱਲ ਕਰਦੇ ਆਬੂ ਧਾਬੀ, ਦੁਬਈ ਹੈਗਾ, ਜਾਂ ਮਤਲਬ UAE ਦੇ ਕੰਟਰੀਜ਼ ਆ, ਜਾਂ ਕੁਵੈਤ ਆ, ਜਾਂ ਬਹਿਰੀਨ ਆ, ਜਾਂ ਈਵਨ ਸਾਊਦੀ ਅਰੇਬੀਆ ਦਾ ਕੁਛ ਹਿੱਸਾ ਹੈ, ਜਾਂ ਇਰਾਕ ਆ ਜਿਹਨੂੰ ਮੈਸੋਪੋਟਾਮੀਆ ਕਹਿੰਦੀ, ਇਹ ਸਾਰੇ ਜਿਹੜੇ ਬਸਤੀਵਾਦੀ ਕਾਕੇਸ਼ੀਅਨ, ਮਤਲਬ ਇਹ ਅੰਗਰੇਜ਼ ਪਹਿਲਾਂ ਅਮਰੀਕਾ, ਬ੍ਰਿਟੇਨ, ਫਿਰ ਅਮਰੀਕਾ ਆਇਆ ਸੀ, ਇਹ ਇਹਨਾਂ ਨੇ ਆਰਟੀਫਿਸ਼ੀਅਲ ਸਭ ਕੁਛ ਖੜਾ ਕੀਤਾ ਹੋਇਆ। ਐਕਚੁਅਲੀ ਜਿਹੜੀ ਇੱਥੇ ਕਲਚਰ ਡੋਮੀਨੇਟ ਕਰਦਾ ਸੀ ਉਹ ਆਟੋਮਨ ਐਮਪਾਇਰ ਦਾ ਕਰਦਾ ਸੀ, ਤੇ ਉਹ ਭਾਵਨਾ ਫੇਰ ਉੱਠ ਖੜੀ ਆ। ਜਿਹੜਾ ਤੁਰਕੀ ਆ ਦੁਬਾਰਾ ਉਹਦਾ ਕਲਚਰਲ ਇੰਪੈਕਟ ਵੀ ਪਾ ਰਿਹਾ, ਤੇ ਉਹ ਭਾਵਨਾ ਉਠਾ ਰਿਹਾ ਕਿ ਵੀ ਆਪਾਂ ਕਿਸੇ ਸਮੇਂ ਬਹੁਤ ਵੱਡਾ ਰਾਜ ਸੀਗੇ, ਜਿਹੜਾ 1919 ਚ ਉਹਨਾਂ ਦੀ ਖਲੀਫਾਤ ਖਤਮ ਹੋਈ ਆ ਤੇ ਬੜੇ ਉਹਨਾਂ ਨੂੰ ਦੁੱਖ ਹੋਇਆ ਸੀ ਉਹਦਾ ਪਹਿਲੀ ਜੰਗ ਤੋਂ ਬਾਅਦ, ਤੇ ਉਹ ਦੁਬਾਰਾ ਕਿਤੇ ਰਿਸਰਚ ਸ਼ੁਰੂ ਹੋ ਰਹੀ ਆ, ਤੇ ਹੁਣ ਉਹ ਕੰਪਲੀਟ ਹੋ ਪਾਉਂਦੀ ਆ ਕਿ ਉਹਨੂੰ ਰੋਕ ਲੈਂਦੇ ਆ ਅੱਗੇ, ਉਹ ਤਾਂ ਸਮਾਂ ਦੱਸੂਗਾ ਜੀ। ਬਿਕੋਜ਼ ਇਸਲਾਮ ਨੂੰ ਜਿਹੜਾ ਵੈਸਟ ਉਹ ਬਹੁਤ ਵੱਡਾ ਆਪਦਾ ਐਨਮੀ ਮੰਨਦਾ, ਇਸਲਾਮ ਤੋਂ ਉਹਨੂੰ ਖਤਰਾ ਵੀ ਬਹੁਤ ਆ, ਤਾਂ ਉਹਨੂੰ ਜਿਹੜਾ ਉਹ 100 ਸਾਲ, ਉਹਨੇ 150 ਸਾਲ ਉਹ ਪਾੜਾ ਪਾਈ ਰੱਖਿਆ ਉਹਦੇ ਵਿੱਚ,
ਉਹਨੂੰ ਰਿਸਰਜੈਂਸ ਮਤਲਬ ਤਾਲਿਬਾਨ ਦਾ ਜਿਹੜਾ ਬਿਹੇਵੀਅਰ ਹੈ ਤੇ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਸਲਾਮਿਕ ਰਿਸਰਜੈਂਸ ਦਾ ਵੀ ਇੱਕ ਟ੍ਰੈਂਡ ਹੈ ਕਿ ਉਹਦਾ ਜਿਹੜਾ ਖੁੱਲਾਪਨ ਉਹਨਾਂ ਦਾ ਖਤਮ ਹੋ ਗਿਆ ਸੀ। ਕਿਸੇ ਸਮੇਂ ਉਹ ਬਹੁਤ ਖੁੱਲੀਆਂ ਮਤਲਬ ਸੰਕੀਰਣਤਾ ਨਹੀਂ ਸੀ, ਓਪਨ ਸੁਸਾਇਟੀ ਸੀਗੀਆਂ, ਪਰ ਹੌਲੀ ਹੌਲੀ ਉਹ ਪਿਛਲੇ 400-500 ਸਾਲ ਚ ਘਟਦੀਆਂ ਗਈਆਂ। 19ਵੀਂ ਸਦੀ ਚ ਵੇਖੋ ਉਹਨਾਂ ਦਾ ਸਭ ਤੋਂ ਵੱਡਾ ਨਿਗਾਰ ਆਇਆ ਤੇ ਅੱਜ 100-150 ਸਾਲ ਬਾਅਦ ਉਹ ਦੁਬਾਰਾ ਖੜੇ ਹੁੰਦੇ ਨਜ਼ਰ ਆ ਰਹੇ ਹੈ ਜੀ। ਬਰਾੜ ਸਾਹਿਬ, ਕਿਸੇ ਕੂਣੀ ਮੋੜ ਤੇ ਟੀ ਜੰਕਸ਼ਨ ਤੇ ਐਕਸੀਡੈਂਟ ਹੋਵੇ ਤੇ ਕਹਿੰਦੇ ਨੇ ਜਗ੍ਹਾ ਕੈੜੀ ਆ, ਪਹਿਲਾ ਐਕਸੀਡੈਂਟ ਹੋਵੇ ਫਿਰ ਤੁਹਾਡੇ ਟੱਬਰ ਦਾ ਹੋਵੇ, ਫਿਰ ਤੁਸੀਂ ਕਹਿੰਦੇ ਬਈ ਬਹੁਤ ਜਗ੍ਹਾ ਕੈੜੀ ਆ, ਸਾਡਾ ਵੀ ਹੋ ਗਿਆ। ਸਿੱਖ ਜਦ ਤਾਲਿਬਾਨਾਂ ਦੀ ਗੱਲ ਚੱਲੀ ਆ, ਸਿੱਖ ਦੁਨੀਆ 'ਚ ਬੈਠਾ ਉਹ ਸੋਸ਼ਲ ਮੀਡੀਆ ਤੇ ਜਿਹੜਾ ਐਕਟਿਵ ਹੋ ਗਿਆ, ਗੱਲ ਕਰਨ ਲੱਗ ਗਿਆ। ਸਿੱਖ ਸੰਘਰਸ਼ ਦੇ ਦੋਖੀ ਵੀ ਐਕਟਿਵ ਹੋ ਗਏ। ਮੈਂ 84 ਤੋਂ ਬਾਅਦ ਦੇ ਸਮੇਂ ਦੀ ਜੇ ਗੱਲ ਕਰਾਂ, ਤਹਿਰੀਕਾਂ ਜਿਹੜੀਆਂ ਸਿਰਫ ਬੁੱਧੀਜੀਵੀਆਂ ਦੇ ਰਾਹੀਂ ਚੱਲਦੀਆਂ ਨੇ, ਕੱਲੀ ਗਨ ਦੀ ਬੈਰਲ ਦੇ ਨਾਲ ਨਹੀਂ ਚੱਲਦੀਆਂ। ਭਗੌੜੇ ਹੋ ਗਏ ਬੁੱਧੀਜੀਵੀ, ਵਾਈਸ ਚਾਂਸਲਰ, ਪ੍ਰੋਫੈਸਰ, ਗਾਉਣ ਵਾਲੇ ਜਿਹੜੇ ਉਹਦੇ ਉਸ ਤੋਂ ਬਾਅਦ ਗਾਇਕ ਤੇ ਲੀਡਰ ਉੱਡ ਗਏ, ਸਾਰੇ ਜੇਲ੍ਹਾਂ 'ਚ ਦੇਤੇ। ਬਾਕੀ ਚੰਡੀਗੜ੍ਹ ਆ ਕੇ ਬਹਿ ਗਏ। ਵਾਈਸ ਚਾਂਸਲਰਾਂ ਦੇ ਥੱਲੇ, ਆਲੂ ਵਾਲੀ ਦੇ ਥੱਲੇ ਸੁਧਾਰ ਸ਼ੰਕਰ ਰੇ ਦੇ ਲਾਲ ਕਲੀਨਾ ਤੇ ਉਲਟੀਆਂ ਕਰਦੇ ਰਹੇ, ਉਹਦੀਆਂ ਪਾਰਟੀਆਂ ਤੇ ਨੱਚਦੇ ਰਹੇ। ਉਹ ਹੁਣ ਇਸ ਗੱਲ ਨੂੰ, ਤਾਲਿਬਾਨਾਂ ਦੇ ਵਾਧੇ ਨੂੰ ਸਿੱਖ ਸੰਘਰਸ਼ ਨਾਲ ਤਸ਼ਬੀਹ ਦਿੰਦੇ ਆ। ਉਹ ਕਹਿੰਦੇ ਸਿੱਖ ਸੰਘਰਸ਼ ਦੇ ਵੇਲੇ ਵੀ ਉਹ ਕਹਿੰਦੇ ਸੀ ਬਈ ਤੁਸੀਂ ਪੱਗ ਬੰਨ੍ਹ ਕੇ ਆਉਣਾ ਬਾਹਰ, ਤੁਸੀਂ ਚੁੰਨੀ ਲੈ ਕੇ ਆਉਣਾ, ਤੁਸੀਂ ਭਵਾਂ ਨਹੀਂ ਮੁੜ ਸਕਦੇ, ਤੁਸੀਂ ਦਾੜ੍ਹੀਆਂ ਨਹੀਂ ਕੱਟ ਸਕਦੇ। ਕੀ ਤਾਲਿਬਾਨਾਂ ਨੂੰ ਸਿੱਖ ਸੰਘਰਸ਼ ਦੇ ਨਾਲ ਤੁਸੀਂ ਕੰਪਾਈਲ ਕਰ ਸਕਦੇ ਹੋ? ਪਹਿਲੀ ਗੱਲ ਤਾਂ ਇਹ ਹੈ ਜੀ ਕਿ ਵੈਸੇ ਤਾਂ ਦੇਖੋ ਉਹ ਜਿਵੇਂ ਆਪਾਂ ਵੇਖਿਆ ਕਿ ਪਿਛਲੇ 20-25 ਸਾਲਾਂ 'ਚ ਹਰੇਕ ਲਰਨਿੰਗ ਕਰਵ 'ਚ ਜਾਂਦੇ ਸੰਘਰਸ਼ ਨੂੰ, ਅੱਜ ਜਿਹੜਾ ਸਿੱਖ ਸੰਘਰਸ਼ ਨੂੰ ਪੋਰਟਰੇ ਕਰਨ ਵਾਲੀਆਂ ਫੋਰਸਿਸ ਆ ਜਾਂ ਜਿਹੜੇ ਆ ਲੋਕ ਉਹਨੂੰ ਦੱਸਦੇ, ਉਹਨਾਂ 'ਚੋਂ ਬਹੁਤ ਘੱਟ ਉਹ ਹੈਗੇ ਜਿਹੜੇ ਉਸ ਸਮੇਂ ਦੇ ਸੱਚ ਦੱਸ ਸਕਦੇ ਆ, ਤੇ ਬਹੁਤ ਵੱਡੀ ਸਟੇਟ ਦੀ ਫੋਰਸ ਆ ਜਿਹੜੀ ਉਹਨੂੰ ਬਦਨਾਮ ਕਰਦੀ ਆ ਜਾਂ ਉਹਦਾ ਉਹ ਰੂਪ ਵਿਖਾਉਂਦੀ ਆ ਜਿਹੜਾ ਤੁਸੀਂ ਕਹੋਗੇ ਕਿ ਇਹ ਮਾੜਾ ਸੀ, ਹੈ ਨਾ। ਉਸ ਸੰਘਰਸ਼ ਦੇ ਸਮੇਂ ਮੈਂ ਕਾਲਜ 'ਚ ਪੜ੍ਹਦਾ ਸੀ 86 ਤੋਂ 90, ਤੇ ਜੇ ਅੱਜ ਮੈਂ ਇਹ ਕਹਿਣਾ ਕਿ ਵੀ ਸਾਡੇ ਜਮਾਤ ਦੇ ਬਹੁਤ ਜਿਹੜੇ ਸਾਡੇ ਸਾਥੀ ਸੀ ਉਹ ਐਲਕੋਹਲ ਤੋਂ ਦੂਰ ਰਹੇ ਜਾਂ ਦਾਰੂ ਤੋਂ ਦੂਰ ਰਹੇ, ਤਾਂ ਉਹ ਇਹ ਵੀ ਸੀਗਾ ਕਿ ਇਹ ਵੀ ਇੱਕ ਸਖਤੀ ਸੀਗੀ ਕਿ ਵੀ ਇੱਥੇ GNE ਦੇ ਵਿੱਚ ਜਾਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਨਸ਼ਾ ਹੈ ਨਹੀਂ ਸੀਗਾ, ਠੀਕ ਹੈ। ਤਾਂ ਇਹ ਇੱਕ ਉਹਦਾ ਪੋਜ਼ਿਟਿਵ ਇੰਪੈਕਟ ਵੀ ਆ ਹੈ। ਤਾਂ ਠੀਕ ਹੈ, ਸਖਤੀ ਨਾਲ ਉਹਨਾਂ ਨੇ ਇੰਪਲੀਮੈਂਟ ਕੀਤਾ। ਜੇ ਅੱਜ ਦੇ ਕਿਸੇ ਲਿਬਰਲ ਨੂੰ ਕਹਾਂਗੇ ਉਹ ਤਾਂ ਕਹੂਗਾ ਨਹੀਂ ਜੀ ਚੋਇਸ ਹੋਣੀ ਚਾਹੀਦੀ ਸੀ, ਪਰ ਮੇਰਾ ਖਿਆਲ ਟੀਨਏਜਰ ਦੇ ਕੋਲ ਚੋਇਸ, ਹਰ ਚੀਜ਼ ਦੀ ਚੋਇਸ ਨਹੀਂ ਆਪਾਂ ਕਹਿ ਸਕਦੇ, ਮਾਂ ਬਾਪ ਨੂੰ ਉਹਨੂੰ ਸਖਤੀ ਵੀ ਰੱਖਣੀ ਪੈਂਦੀ ਆ ਜੀ। ਤਾਂ ਇਹ ਆਪਾਂ ਨੂੰ ਉਹ ਪੱਖ ਵਿਖਾਏ ਜਾਂਦੇ ਆ ਕਿ ਵੀ ਆਏ ਆ, ਅਸੀਂ ਉਸ ਸਮੇਂ ਪੜ੍ਹੇ ਆ, ਠੀਕ ਆ। ਸਮਾਂ ਮਾੜਾ, ਸਮੇਂ ਦੇ ਵਿੱਚ ਕਈ ਪ੍ਰੋਬਲਮ ਸੀਗੀਆਂ, ਤਸ਼ੱਦਦ ਹੋ ਰਹੀ ਸੀ, ਜ਼ੁਲਮ ਹੋ ਰਿਹਾ ਸੀ ਸਿੱਖਾਂ ਤੇ, ਪਰ ਇੰਨਾ ਵੀ ਜਿਸ ਤਰੀਕੇ ਨਾਲ ਅੱਜ ਪੇਸ਼ ਕੀਤਾ ਜਾਂਦਾ ਉਹ ਆਏ ਨਹੀਂ ਸੀਗਾ ਕੋਈ ਹੋ ਰਿਹਾ। ਪਰ ਚਲੋ ਇਹ ਸਟੇਟ ਹੈ ਵੀ ਆ, ਕੁਛ ਉਹਦੇ ਸਪਾਂਸਰਡ ਲੋਕ ਵੀ ਜਿਹੜੇ ਉਸ ਨੂੰ ਉਵੇਂ ਦਿਖਾਉਂਦੇ ਆ। ਦੂਸਰੀ ਗੱਲ ਆਈ ਤੁਸੀਂ ਜਿਵੇਂ ਤਾਲਿਬਾਨਾਂ ਦੀ ਕੀਤੀ, ਪਰ ਜੇ ਤਾਲਿਬਾਨਾਂ ਦਾ ਅੱਜ ਦਾ ਰਵੱਈਆ ਵੇਖੀਏ ਜੋ ਅੱਜ ਉੱਥੇ ਹੋ ਰਿਹਾ, ਕਿੰਨੀ ਪੀਸਫੁਲ ਟ੍ਰਾਂਜੀਸ਼ਨ ਕਰਤੀ ਜੀ ਉਹਨਾਂ ਦੇ ਰਾਜ ਦੀ। ਕੋਈ ਬੰਦਾ ਨਹੀਂ ਮਰਿਆ, ਜਿਹੜੇ 5 ਮਰੇ ਆ ਕਾਬੁਲ ਤੋਂ ਜਹਾਜ਼ ਚੜ੍ਹਦੇ ਮਰੇ ਆ ਅਮਰੀਕਨਾਂ ਦਾ, ਤੇ ਉਹਨਾਂ ਨੇ ਤਾਂ ਇੱਕ ਗੋਲੀ ਨਹੀਂ ਚਲਾਈ, ਠੀਕ ਹੈ। ਤੇ ਉੱਥੇ ਸੇਫ ਐਂਡ ਸਾਊਂਡ ਟ੍ਰਾਂਜੀਸ਼ਨ ਹੋ ਗਈ। ਤੁਸੀਂ ਵੇਖੋ ਕੋਈ ਹਸਪਤਾਲ ਬੰਦ ਨਹੀਂ ਹੋਇਆ, ਕੋਈ ਪੈਟਰੋਲ ਪੰਪ ਬੰਦ ਨਹੀਂ ਹੋਇਆ ਜਿਹਦੀ ਆਮ ਲੜਾਈਆਂ 'ਚ ਦਿੱਕਤਾਂ ਆ ਜਾਂਦੀਆਂ, ਕਿਸੇ ਸ਼ਹਿਰ 'ਚ ਕੋਈ ਕਿਸੇ ਦਾ ਲੁੱਟ ਖੋਹ ਨਹੀਂ ਹੋਈ। ਤਾਂ ਆਪਾਂ ਹੁਣ ਇਹ ਵੀ ਧੱਕੇ ਨਾਲ ਹੀ ਉਹਨਾਂ ਨੂੰ ਬਰੂਟਲ ਕਹਿੰਦੇ ਰਹੀਏ ਤਾਂ ਕੋਈ ਹੈ ਨਹੀਂ। ਉਹਨਾਂ ਨੇ ਐਮਨੈਸਟੀ ਦੇਤੀ, ਔਰਤਾਂ ਨੂੰ ਵੈਲਕਮ ਕਰ ਲਿਆ, ਇਹ ਕਹਿਤਾ ਕਿ ਬੁਰਕਾ ਪਾਉਣਾ ਕੋਈ ਜ਼ਰੂਰੀ ਨਹੀਂ, ਤੁਸੀਂ ਹਿਜਾਬ ਪਾ ਲਓ। ਦੇਖੋ ਆਪਾਂ ਕਹਿ ਦਈਏ ਵੀ ਨੰਗੇ ਹੋ ਕੇ ਤੁਰਨਾ ਇਹੀ ਕਲਚਰ ਹੈ, ਇਹ ਤਾਂ ਗਿੱਲ ਸਾਹਿਬ ਹੈ ਨਹੀਂ। ਹਰੇਕ ਜਗ੍ਹਾ ਦਾ ਕਲਚਰ ਹੋਊਗਾ, ਤੇ ਜੇ ਚੁੰਨੀ ਲੈ ਕੇ ਬਾਹਰ ਆਉਣਾ ਕਿਸੇ ਦੀ ਫੰਡਾਮੈਂਟਲ ਰਾਈਟ ਨੂੰ, ਉਹਦੀ ਫਰੀਡਮ ਨੂੰ ਤਾਂ ਨਹੀਂ ਖੋ ਸਕਦਾ। ਫਰੀਡਮ ਜਿਹੜੀ ਹੈਗੀ ਆ ਉਹਦੀ ਥਾਟ ਦੀ, ਉਹਦੀ ਸੋਚ ਆ। ਜੇ ਉਹਦੀ ਸੋਚ ਆ ਜਾਂ ਉਹਦੇ ਨਾਲ ਕੋਈ ਉਸ ਤਰ੍ਹਾਂ ਦਾ ਧੱਕਾ ਹੁੰਦਾ, ਉਹ ਆਪਾਂ ਕਹਿ ਸਕਦੇ ਹਾਂ ਮਾੜਾ। ਬਾਕੀ ਕੋਈ ਇਹ ਜਾਂ ਤਾਂ ਜ਼ੁਲਮ ਨਹੀਂ ਕਰ ਰਿਹਾ ਕਿ ਆਪਾਂ ਕਹਿ ਦਈਏ ਵੀ ਚੁੰਨੀ ਦੇ ਸਿਰ ਤੇ ਇਹਦਾ ਵੀ ਕੋਈ ਮਾੜੀ ਗੱਲ। ਆਪਣੇ ਬਜ਼ੁਰਗਾਂ ਦੋ ਆਪਣਾ ਸੱਭਿਆਚਾਰ ਰਿਹਾ ਜੀ। ਬਿਲਕੁਲ ਨੰਗੇ ਸਿਰ, ਮੈਂ ਉਸੇ ਸਮੇਂ ਆਪਾਂ ਇਕੱਠੇ ਵਿਦਿਆਰਥੀ ਰਹੇ ਹਾਂ, ਨੰਗੇ ਸਿਰ ਸੱਥ 'ਚ ਬੈਠਾ ਬਜ਼ੁਰਗ ਚਾਚਾ ਤਾਇਆ ਕਹਿੰਦਾ ਮੁੰਡਿਆ ਪਰਨਾ ਤੂੰ ਨੰਗੇ ਸਿਰ ਨਹੀਂ ਬੰਨ੍ਹ ਸਕਦਾ, ਲੜ ਲਮਕਾ ਕੇ ਸਿਰ ਢੱਕ ਕੇ ਰੱਖ। ਬਜ਼ੁਰਗਾਂ ਦੇ ਸਾਹਮਣੇ ਨੰਗੇ ਸਿਰ ਨਹੀਂ ਤੇ ਮੋਢੇ ਤੇ ਪਰਨਾ ਰੱਖ ਕੇ ਨਹੀਂ ਲੰਘ ਸਕਦਾ ਪਿੰਡ 'ਚੋਂ। ਸੇਮ ਟੋਕਨ ਤੇ ਉਸੇ ਭਾਰਤ 'ਚ ਚੰਮ ਲਾ ਦਿੱਤੀ ਜਾਂਦੀ ਹੈ ਮੁਸਲਮਾਨ ਨੇ ਕਿਸੇ ਵੀਰ ਦੀ ਪੁੱਠੀ ਕਰਕੇ, ਕਹਿੰਦਾ ਕਹਿ ਜੈ ਸ਼ੀਆ ਰਾਮ।
ਇਹ ਤਾਂ ਨਹੀਂ ਪੰਜਾਬ 'ਚ ਹੋਇਆ, ਕਿਸੇ ਹਿੰਦੂ ਨੂੰ ਕੁੱਟ ਕੇ ਤਾਂ ਨਹੀਂ ਕਿਸੇ ਨੇ ਕਿਹਾ ਵੀ ਕਹਿ ਬੋਲੇ ਸੋ ਨਿਹਾਲ। ਇਹ ਜਿਹੜੀ ਨਾ ਕਈ ਵਾਰ ਸਾਨੂੰ ਸਮਾਂ ਮਿਲ ਜਾਂਦਾ, ਆਕਸੀਜਨ ਮਿਲ ਜਾਂਦਾ ਵੀ ਹੁਣ ਸ਼ਮਕ ਚੱਕ ਲਓ, ਹੁਣ ਸਮਾਂ ਮਿਲਿਆ ਹੋਇਆ, ਗੱਡ ਦਿਓ ਮੋਰਚਾ। ਅਖੀਰ ਦੇ ਵਿੱਚ ਇਹ ਤਾਂ ਸਮਾਂ ਖੈਰ ਦੱਸੇਗਾ। ਤੁਸੀਂ ਪਿਛਲੀ ਵਾਰ ਵੀ ਕਹਿ ਦਿੱਤਾ ਸੀ ਵੀ ਬਾਰਡਰ ਟਾਈਟਨ ਹੋਣਗੇ, ਇਹ ਹੋਏਗਾ। ਸਿੱਖ ਨੇਸ਼ਨ ਇੱਕ ਬਫਰ ਸਟੇਟ ਤੇ ਬੈਠੀ ਹੈ, ਸਾਡੀ ਧਰਤੋਂ ਹੈ, ਅਸੀਂ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਈਏ, ਸਾਡਾ ਦਰਬਾਰ ਸਾਹਿਬ ਕੁਛ ਕਿਲੋਮੀਟਰ ਲਾਹੌਰ ਤੋਂ ਬੈਠਾ। ਪਾਕਿਸਤਾਨ ਜਿਹੜਾ ਕਦੇ ਵੀ ਜਿਹੜਾ ਉਹ ਮਤਲਬ ਹਰ ਸਮੇਂ ਕਿਸੇ ਨਾ ਕਿਸੇ ਇਨਫਲੂਐਂਸ ਦੇ ਵਿੱਚ ਰਿਹਾ। ਹੁਣ ਚਾਈਨਾ ਦੀ ਚੜ੍ਹਤ ਉੱਤੇ ਉਹਦੇ ਆਰਥਿਕ ਹੱਕ ਜਿਹੜੇ ਉਸ ਨਾਲ ਜੁੜੇ ਹੋਏ ਨੇ, ਬਾਕੀ ਉਸਨੇ ਅਮਰੀਕਾ ਨੇ ਵੀ ਬਹੁਤ ਕੁਛ ਦਿੱਤਾ ਉਹਨੂੰ। ਪਰ ਇਸ ਸਮੇਂ ਸਿੱਖ ਲੀਡਰਸ਼ਿਪ ਜਿਹੜੀ ਹੈ ਉਸ ਨੂੰ ਕਿਹੋ ਜਿਹਾ ਰੋਲ ਇਸ ਸਮੇਂ ਵੇਖਣਾ ਚਾਹੀਦਾ, ਜਾਂ ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਸਿੱਖ ਬੈਠੇ ਨੇ, ਤਾਲਿਬਾਨਾਂ ਦੀ ਉੱਥੇ ਸਥਾਪਤੀ, ਤੇ ਇਸ ਨੂੰ ਸਿੱਖ ਕੌਮ ਦੇ ਨਾਲ ਤੁਸੀਂ ਕਿਵੇਂ ਵੇਖਦੇ ਹੋ ਕਿ ਪੰਜਾਬ 'ਚ ਬੈਠੀ ਜਾਂ ਬਾਹਰ ਬੈਠੀ ਸਿੱਖ ਡਾਇਸਪੋਰਾ ਜਿਹੜੀ ਉਹ ਇਸ ਸਮੇਂ ਨੂੰ ਕਿਸ ਤਰ੍ਹਾਂ ਕਿਹੜੇ ਮੱਦੇ ਨਜ਼ਰ ਸੋਚੇ? ਇਹ ਸਭ ਜਿਹੜਾ ਡਾਇਸਪੋਰਾ ਦਾ ਫੰਕਸ਼ਨ ਥੋੜਾ ਜਿਹਾ ਡਿਫਰੈਂਟ ਹੋਊਗਾ, ਤੇ ਜਿਹੜੇ ਲੋਕ ਇੱਥੇ ਬੈਠੇ ਆ ਪੰਜਾਬ 'ਚ ਉਹਨਾਂ ਦਾ ਸਲਾਈਟਲੀ ਡਿਫਰੈਂਟ ਹੋਊਗਾ। ਜੋ ਮੈਂ ਸਮਝਦਾ ਕਿ ਪਿਛਲੇ 25-30 ਸਾਲ ਤੋਂ ਜਾਂ 40 ਕਹਿ ਲਓ ਵੀ ਜਦੋਂ ਤੋਂ ਟ੍ਰਾਂਸਫਰ ਆਫ ਪਾਵਰ ਹੋਈ ਹੈ ਬ੍ਰਿਟੇਨ ਤੋਂ ਭਾਰਤੀ ਸਟੇਟ ਨੂੰ, ਉਦੋਂ ਤੋਂ ਇੱਕ ਕੰਟੀਨਿਊਸ ਪ੍ਰੋਸੈਸ ਚੱਲਿਆ ਜਿਹਦੇ ਵਿੱਚ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋਈ ਕਿ ਅਕਾਲੀ ਡਿਸੈਮੀਨੇਟ ਹੋ ਜਾਣਾ, ਖਤਮ ਹੋ ਜਾਣੀ ਚਾਹੀਦੀ ਹੈ, ਜਾਂ ਅਕਾਲੀ ਲੀਡਰਸ਼ਿਪ ਖਤਮ ਹੋ ਜਾਣੀ ਚਾਹੀਦੀ ਹੈ। ਤੇ ਪਿਛਲੇ 25 ਸਾਲਾਂ 'ਚ ਕੁਛ ਤਾਂ ਕੋਸ਼ਿਸ਼ ਹੋਈ, ਤੇ ਕੁਛ ਵੈਸੇ ਉਹਨਾਂ ਨੂੰ ਵੀ ਜ਼ਿਆਦਾ ਕੋਸ਼ਿਸ਼ ਨਹੀਂ ਕਰ ਰਹੀ ਸੀ, ਇਹ ਆਪ ਹੀ ਨਿਗਾਰ ਨੂੰ ਤੁਰ ਪਏ, ਜੋ ਆਪਾਂ ਵੇਖਿਆ ਹੀ ਆ। ਠੀਕ ਹੈ ਜੀ। ਤੇ ਬਿਲਕੁਲ ਜੋ ਅਕਾਲੀ ਲੀਡਰਸ਼ਿਪ ਉਹ ਡਿਸਕ੍ਰੈਡਿਟ ਹੋ ਗਈ। ਤੇ ਨੈਕਸਟ ਸਟੈਪ ਜੋ ਲੌਜੀਕਲ ਸਟੈਪ ਜਾਂ ਜੋ ਲੱਗਦਾ ਸੀ ਸਾਨੂੰ ਕਿ ਵੀ ਭਾਰਤੀ ਸਟੇਟ ਕਰੂਗੀ ਜਾਂ RSS ਕਰੂਗੀ, ਉਹ ਸੀ ਵੀ ਕਿ ਇਹਨਾਂ ਨੂੰ ਖੇਰੂ ਕਰ ਦੂਗੀ ਤੇ ਸਿੱਖਾਂ ਕੋਲੇ ਕੋਈ ਅਕਾਲੀ ਲੀਡਰਸ਼ਿਪ ਦੀ ਜਿਹੜੀ ਹੋਂਦ ਆ, ਜਿਹੜੀ ਸਿੱਖਾਂ ਦੀ ਪੰਥਕ ਲੀਡਰਸ਼ਿਪ ਆ, ਉਹ ਖਤਮ ਹੋ ਜੂਗੀ। ਪਰ ਅੱਜ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਅੱਜ ਜਿੱਥੇ ਸਿੱਖਾਂ ਨੂੰ ਇੱਕ ਬਹੁਤ ਜ਼ਰੂਰੀ ਹੈਗੀ ਆ ਆਪਦੀ ਇੱਕ ਪੋਲੀਟੀਕਲ ਲੀਡਰਸ਼ਿਪ ਜਾਂ ਰਾਜਨੀਤਿਕ ਧਿਰ ਦੀ ਪੰਜਾਬ ਦੀ ਧਰਤੀ ਤੇ, ਉਵੇਂ ਹੀ ਭਾਰਤੀ ਸਟੇਟ ਨੂੰ ਤੇ ਇਹਨਾਂ ਬੋਡੀਜ਼ ਨੂੰ ਵੀ ਉਹਦੀ ਓਡੀ ਵੱਡੀ ਹੀ ਜ਼ਰੂਰਤ ਪੈ ਰਹੀ ਹੈ ਕਿ ਕੋਈ ਕ੍ਰੈਡੀਟੇਬਲ ਜਿਹਦੇ ਤੇ ਭਰੋਸਾ ਕੀਤਾ ਜਾ ਸਕੇ, ਵਿਸ਼ਵਾਸ ਕੀਤਾ ਜਾ ਸਕੇ, ਵਿਸ਼ਵਾਸ ਕਰਦੇ ਹੋਣ ਸਿੱਖ ਸਾਰੇ ਪੰਥਕ, ਉਹ ਐਸੀ ਧਿਰ ਹੋਵੇ। ਉਹਦਾ ਕਾਰਨ ਹੈ ਜੀ ਬਹੁਤ ਵੱਡਾ ਕਿ ਜਿਹੜੀ ਅਕਾਲੀ ਪੋਲਿਟਿਕਸ ਆ ਉਹੀ ਇੱਕ ਐਸੀ ਪੋਲਿਟਿਕਸ ਆ ਜਿਹੜੀ ਦੋ ਚੀਜ਼ਾਂ ਨੂੰ ਇਕੱਠਾ ਲੈ ਕੇ ਚੱਲਦੀ ਆ। ਇੱਕ ਤਾਂ ਸਿੱਖਾਂ ਦੀ ਹੋਮਲੈਂਡ ਤੇ ਸਿੱਖਾਂ ਦੀ ਪਛਾਣ ਦੀ ਪੋਲਿਟਿਕਸ, ਨਾਲ ਦੀ ਨਾਲ ਇੰਡੀਅਨ ਨੈਸ਼ਨਲਿਜ਼ਮ ਦੀ ਪੋਲਿਟਿਕਸ, ਮਤਲਬ ਦੋ ਰਾਸ਼ਟਰਵਾਦੀ ਵੀ ਹੁੰਦੇ ਆ, ਐਟ ਦ ਸੇਮ ਟਾਈਮ ਉਹ ਸਿੱਖ ਪਛਾਣ ਨੂੰ ਤੇ ਪੋਲਿਟਿਕਸ ਕਰਦੇ। ਤੇ ਇੱਥੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਇੰਡੀਅਨ ਇਨਫਲੂਐਂਸ ਮਤਲਬ ਇੱਥੇ ਜਿਹੜਾ ਖਿੱਤਾ, ਇਹਦੇ ਵਿੱਚ ਜਿਹੜੀ ਪੋਲਿਟਿਕਸ ਅਵੇਲੇਬਲ ਹੈਗੀ ਹੈ, ਸਪੇਸ ਜਿਹਦੇ ਵਿੱਚ ਆਉਣਾ ਚਾਹੀਦਾ ਇੱਥੋਂ ਦੀ ਲੀਡਰਸ਼ਿਪ ਨੂੰ, ਉਹ ਹੈਗੀ ਆ ਕਿ ਜਿਹੜੇ ਸਾਡੇ ਗ੍ਰੀਵੈਂਸਿਸ ਆ, ਜਿਹੜੀਆਂ ਸਾਡੀਆਂ ਪੰਜਾਬੀ ਸੂਬਾ ਮਿਲਣ ਵੇਲੇ ਸਾਡੇ ਨਾਲ ਧੱਕਾ ਹੋਇਆ, ਬਾਅਦ 'ਚ ਪਾਣੀਆਂ ਦਾ ਹੋਇਆ, ਬਾਅਦ 'ਚ ਉਸ ਤੋਂ ਬਾਅਦ ਧਰਮ ਯੁੱਧ ਮੋਰਚੇ ਵੇਲੇ ਜੋ ਸਾਡੇ ਨਾਲ ਜ਼ੁਲਮ ਹੋਇਆ, ਜ਼ੁਲਮ ਹੋਇਆ, ਜੋ ਕਾਨੂੰਨ ਬਣੇ, ਜਾਂ 84 ਦੇ ਵੇਲੇ ਜੋ ਸਾਡੀ ਜੀਨੋਸਾਈਡ ਹੋਈ, ਜਾਂ ਉਦੋਂ ਬਾਅਦ ਨਸ਼ਿਆਂ ਦਾ ਸਾਡੇ ਥੋਪੇ ਗਏ, ਇਹ ਸਾਰੀਆਂ ਚੀਜ਼ਾਂ ਦਾ ਲੇਖਾ ਜੋਖਾ ਹੋਵੇ ਤੇ ਇਹਦੇ 'ਚ ਜਿਹੜੇ ਲੋਕਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਮਿਲੇ, ਤੇ ਅਗਾਂਹ ਤੋਂ ਸਾਡਾ ਇੱਕ ਪ੍ਰੋਸੈਸ ਬਣੇ ਕਿ ਵੀ ਉਹ ਨਾ ਹੋਵੇ ਸਾਡੇ ਨਾਲ। ਇਹ ਇਸ ਟਾਈਮ ਭਾਰਤੀ ਸਟੇਟ ਦੀ ਜ਼ਰੂਰਤ ਵੀ ਆ, ਤੇ ਇਸ ਟਾਈਮ ਪੋਸੀਬਲ ਵੀ ਹੈ ਜੇ ਸਿੱਖ ਵਾਈਜ਼ ਲਈ ਚੱਲਣ, ਇੱਥੋਂ ਦੀ ਲੀਡਰਸ਼ਿਪ ਉਨੀ ਮੈਚਿਓਰ ਹੋਵੇ ਤੇ ਪਰ ਆਪ ਦਾ ਮੁਫਾਦ ਨਾ ਵੇਖੇ। ਇਹ ਨਹੀਂ ਕਿ ਆਪਣਾ ਜੋ ਅਕਾਲੀ ਲੀਡਰਸ਼ਿਪ ਨੇ ਕੀਤਾ ਪਿੱਛੇ ਕਿ ਵੀ ਲੈਣ ਪੰਜਾਬ ਵਾਸਤੇ, ਮੰਗਣ ਪੰਜਾਬ ਵਾਸਤੇ ਜਾਂਦੇ ਸੀ ਤੇ ਲੈ ਕੇ ਆਪਦੇ ਗੀਜੇ ਭਰ ਕੇ ਆ ਜਾਂਦੇ ਸੀ, ਉਹ ਕੰਮ ਨਹੀਂ ਹੋਣਾ ਚਾਹੀਦਾ। ਬਹੁਤ ਸਿੰਸੀਅਰ ਲੀਡਰਸ਼ਿਪ ਚਾਹੀਦੀ ਹੈ। ਦੂਸਰੀ ਚੀਜ਼ ਜਿਹੜੀ ਹੈਗੀ ਆ, ਹੁਣ ਤੁਸੀਂ ਗੱਲ ਕਰਦੇ ਹੋ ਜਿਹੜੇ ਡਾਇਸਪੋਰਾ ਦਾ ਰੋਲ ਜਿਹੜਾ ਹੈਗਾ, ਉਹ ਕੋਈ ਪਿਛਲੇ 2-3 ਮਹੀਨਿਆਂ 'ਚ ਜੋ ਕੁਛ ਇਹ ਹੋ ਰਿਹਾ ਸੀ, ਉੱਥੇ ਮੈਨੂੰ ਡਾਇਸਪੋਰਾ 'ਚ ਕੋਈ ਲੰਬੀ ਚੌੜੀ ਆਸ ਨਹੀਂ ਨਜ਼ਰ ਆਈ। ਤੁਸੀਂ ਡਾਇਸਪੋਰਾ ਨੂੰ ਦੇਖੋ, ਉਹ ਪੰਜਾਬ ਦੇ ਵਿੱਚ ਤਾਂ ਇੰਟਰਫੇਅਰ ਕਰਨ ਨੂੰ ਤਿਆਰ ਰਹਿੰਦੇ ਆ, ਬਟ ਕਿਸੇ ਤਰੀਕੇ ਦਾ ਉਹਨਾਂ ਨੇ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਤੇ ਕੰਮ ਨਹੀਂ ਕੀਤਾ ਸਿੱਖਾਂ ਵਾਸਤੇ ਕਿਤੇ ਵੀ। ਉਹਨਾਂ ਨੇ ਕੋਈ ਆਪਣਾ ਸੰਬੰਧ ਨਹੀਂ ਸਾਧੇ, ਉਹਨਾਂ ਨੇ ਕੋਈ ਨਹੀਂ ਟਰੈਕ ਟੂ ਡਿਪਲੋਮੇਸੀ ਅੱਜ ਤੱਕ ਕੀਤੀ, ਉਹਨਾਂ ਨੇ ਕੁਛ ਨਹੀਂ ਕੀਤਾ। ਮਤਲਬ ਆਪਾਂ ਵੇਖੀਏ, ਉਹ ਸਿਰਫ ਤੇ ਸਿਰਫ ਇੱਕ ਸਰਮਨਾਈਜ਼ ਕਰਦੇ ਆ ਜਿਹੜੇ ਉੱਥੇ ਬੈਠੇ। ਸਰਮਨਾਈਜ਼ ਤੋਂ ਮਤਲਬ ਇੱਕ ਸਾਨੂੰ ਇੱਥੇ ਬੈਠਿਆਂ ਨੂੰ ਲੈਕਚਰ ਹੁੰਦੇ ਵੀ ਐਂ ਕਰਨਾ ਚਾਹੀਦਾ, ਉਵੇਂ ਕਰਨਾ ਚਾਹੀਦਾ। ਦੈਟਸ ਅ ਵੈਰੀ ਇੱਥੋਂ ਦੀ ਇਨਵਾਇਰਮੈਂਟ ਠੀਕ ਆ, ਉਹ ਵੀ ਦੱਸਣ ਸਾਨੂੰ, ਸਿਹਤ ਦੇਣ 'ਚ ਕੋਈ ਨੁਕਸਾਨ ਨਹੀਂ,
ਪਰ ਜਿਹੜਾ ਉਹਨਾਂ ਦਾ ਰੋਲ ਸੀਗਾ, ਬਿਗਰ ਰੋਲ ਸੀਗਾ, ਉਹ ਇਹ ਸੀਗਾ ਕਿ ਉਹ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਬਣਾਉਂਦੇ, ਉਹ ਉਹਨਾਂ ਨੇ ਨਹੀਂ ਸੇਧ ਦਿੱਤੀ। ਉੱਥੇ ਉਹ ਲੈਟਡਾਊਨ ਕੀਤਾ ਜੀ ਉਹਨਾਂ ਨੇ। ਜਿੰਨਾ ਲੈਟਡਾਊਨ ਇੱਥੇ ਅਕਾਲੀਆਂ ਨੇ ਕੀਤਾ, ਉਹਨਾਂ ਕੁ ਲੈਟਡਾਊਨ ਹੀ ਉਹਨਾਂ ਨੇ ਬਾਹਰ ਬੈਠਿਆ ਹੋਇਆ। ਬਿਲਕੁਲ ਠੀਕ ਹੈ। ਬਾਹਰ ਬੈਠੇ ਹਾਂ ਅਸੀਂ, ਸਾਡੀ ਰੀਚ ਦੇ ਵਿੱਚ ਸੀ ਇਹ ਸਾਰਾ ਕੁਛ। ਪੰਜਾਬ 'ਚ ਬੁਢਲਾਡੇ ਬੈਠਾ ਜੱਟ ਕਿੱਥੇ ਨੂੰ ਜਾਊ? ਅਸੀਂ ਵੈਨਕੂਵਰ ਬੈਠੇ, ਨਿਊਯਾਰਕ ਬੈਠੇ, ਮੈਲਬਰਨ ਬੈਠੇ, ਲੰਡਨ ਬੈਠੇ, ਗਲਾਸਗੋ ਬੈਠੇ, ਤੇ ਅਸੀਂ ਸਵਿਟਜ਼ਰਲੈਂਡ ਹੇਗ 'ਚ ਬੈਠੇ। ਅਸੀਂ ਬਹੁਤ ਕੁਝ ਕਰ ਸਕਦੇ, ਪਰ ਸਾਡੇ ਤੋਂ ਗੁਰਦੁਆਰੇ ਦੀ ਗੋਲਕ ਲੋਟ ਨਹੀਂ ਜੀ ਆਉਂਦੀ। ਸਾਡੀ ਡਾਂਗ ਖੜਕਦੀ ਹੈ ਗੁਰਦੁਆਰੇ ਦੀ ਪ੍ਰਧਾਨਗੀ ਖਾਤਰ। ਦੁੱਖ ਇਹ ਵੀ ਨਾਲ ਚੱਲਿਆ। ਇਸ ਰਾਜੇਪਾਲ ਸਿੰਘ ਬਰਾੜ ਜਿਨ੍ਹਾਂ ਦੀ ਕਿਤਾਬ ਬਹੁਤ ਵਧੀਆ ਹੈ ਕਿ ਜਦੋਂ ਅਬਦਾਲੀ ਦੀ ਪਾਲਕੀ ਹਿੱਲੀ, ਵੈਨ ਅਬਦਾਲੀਜ਼ ਪੈਲਨਕੋਇਨ ਟ੍ਰੈਂਬਲਡ, ਮੇਕਿੰਗ ਆਫ ਦਾ ਸਿੱਖ ਰਾਜ। ਸਰਦਾਰ ਰਾਜੇਪਾਲ ਸਿੰਘ ਬਰਾੜ ਤੇ ਸਤਿਕਾਰਯੋਗ ਭੈਣ ਜੀ ਉਹਨਾਂ ਦੇ ਸਰਦਾਰਨੀ ਨਵਜੋਤ ਕੌਰ, ਉਹਨਾਂ ਦੋਨੇ ਭੈਣ ਭਾਈਆਂ ਨੇ ਕਿਤਾਬ ਲਿਖੀ ਹੈ। ਤੁਸੀਂ ਜ਼ਰੂਰ ਇਹ ਪੜ੍ਹਨੀ ਹੈ ਕਿਤਾਬ, ਵੈਨ ਅਬਦਾਲੀਜ਼ ਪੈਲਨਕੋਇਨ ਟ੍ਰੈਂਬਲਡ। ਬਰਾੜ ਸਾਹਿਬ, ਸਦਾ ਹੀ ਗੱਲ ਕਰਕੇ ਨਿੱਘ ਮਿਲਦਾ। ਜਿਉਂਦੇ ਵਸਦੇ ਰਹੋ ਤੇ ਚੜ੍ਹਦੀ ਕਲਾ 'ਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜੇਪਾਲ ਸਿੰਘ ਬਰਾੜ ਗੱਲਬਾਤ ਕਰ ਰਹੇ ਸੀ ਪੰਜਾਬ ਤੋਂ। ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਹੁੰਦੀਆਂ, ਜਿਹੜਾ ਤਸਵੀਰ ਦਾ ਇੱਕ ਪਾਸਾ ਹੈ, ਜਿਵੇਂ ਗਾਨੀ ਦੀਆਂ ਫੋਰਸਾਂ 3 ਲੱਖ ਭਗੌੜੀਆਂ ਹੋਈਆਂ ਤਾਲਿਬਾਨ ਦੇ ਸਾਹਮਣੇ, ਇਸੇ ਤਰ੍ਹਾਂ ਪੰਜਾਬ 'ਚ ਜਦ ਸਾਡੇ ਸਿਰ 'ਤੇ ਸੰਤਾਪ ਸਿਰ 'ਤੇ ਚੜ੍ਹ ਕੇ ਕੂਕਿਆ, ਬੁੱਧੀਜੀਵੀ, ਪੱਤਰਕਾਰ, ਛੱਤਰਕਾਰ ਸਭ ਚੰਡੀਗੜ੍ਹ ਜਾ ਵੜੇ। ਕੋਈ ਨਹੀਂ ਨਿਕਲਿਆ ਉੱਥੋਂ, ਨਿਕਲੇ ਹੀ ਨਹੀਂ ਜਾਂਦੇ। ਫਲਾਈਟਾਂ ਤੋਂ ਘਰਾਂ 'ਚ ਚਲੇ ਗਏ, ਕਨਾਲ ਦੀਆਂ ਕੋਠੀਆਂ ਚਲੇ ਗਏ, ਤੇ ਬਣਦੀ ਜ਼ਿੰਮੇਵਾਰੀ ਨਹੀਂ ਦਿੱਤੀ। ਇਹਦੇ ਕਰਕੇ ਹੀ ਸਾਰਾ ਤਹਿਸ ਨਹਿਸ ਉੱਥੇ ਹੋਇਆ, ਕਿਉਂਕਿ ਸਾਂਭਣ ਵਾਲਾ ਕੋਈ ਨਹੀਂ ਸੀ। ਆਸ ਹੈ ਕਿ ਤੁਸੀਂ ਸਰਦਾਰ ਬਰਾੜ ਦੀ ਗੱਲਬਾਤ ਪਸੰਦ ਕੀਤੀ ਹੋਏਗੀ। ਫੇਸਬੁੱਕ ਤੇ YouTube ਤੇ ਪਾਈ ਹੁੰਦੀ ਹੈ ਜੀ ਇਹ, ਤੇ YouTube ਤੋਂ ਅੱਗੇ ਸ਼ੇਅਰ ਕਰਿਆ ਕਰੋ, ਅੱਗੇ ਤੱਕ ਭੇਜਿਆ ਕਰੋ। ਕੱਲ੍ਹ ਨੂੰ ਮੁੜਦੇ ਹਾਂ ਜੀ 9:15 ਵਜੇ। ਮਾਫੀ ਚਾਹੁੰਦਾ, ਥੋੜ੍ਹੀ ਜਿਹੀ ਐਡਵਰਟਾਈਜ਼ਮੈਂਟਸ ਵੱਧ ਨੇ ਕੁਛ ਸਮਾਂ, ਤੇ ਆ ਜਾਣਾ ਸੂਤ ਕੰਮ। ਰੱਬ ਰਾਖਾ।